स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਈਆਈ ਵਾਰਸ ਐਂਡ ਕੇਬਲਸ ਵਿਚਾਰ ਤਕਰਾਰ ਕਿਸਾਨੀ ਸੰਘਰਸ਼ ਨੂੰ ਲੈ ਕੇ ਇੱਕ ਜੰਗ ਮੈਦਾਨ ਤੇ ਲੜੀ ਜਾ ਰਹੀ ਹੈ, ਇੱਕ ਜੰਗ ਸਿਆਸਤਦਾਨਾਂ ਦੇ ਵਿੱਚ ਲੜੀ ਜਾ ਰਹੀ ਹੈ ਤੇ ਇੱਕ ਜੰਗ ਸੋਸ਼ਲ ਮੀਡੀਆ ਤੇ ਵੀ ਲੜੀ ਜਾ ਰਹੀ ਹੈ। ਕਿਸਾਨੀ ਸੰਘਰਸ਼ ਨੂੰ ਲੈ ਕੇ ਕੌਮਾਂਤਰੀ ਪੱਧਰ ਤੇ ਸਮਰਥਨ ਮਿਲ ਰਿਹਾ ਹੈ। ਇਸੇ ਲੜੀ ਦੇ ਵਿੱਚ ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਤੇ ਸੋਸ਼ਲ ਐਕਟਿਵਿਸਟ ਗ੍ਰੇਟਾ ਥਨਬਰਗ ਵਰਗਿਆਂ ਨੇ ਜਿਵੇਂ ਹੀ ਕਿਸਾਨੀ ਅੰਦੋਲਨ ਦੇ ਸਮਰਥਨ ਦੇ ਵਿੱਚ ਟਵੀਟ ਕੀਤਾ ਤਾਂ ਸਾਡੇ ਮੁਲਕ ਦੇ ਅੰਦਰ ਬਹੁਤ ਸਾਰੇ ਕਲਾਕਾਰਾਂ ਤੇ ਖਿਡਾਰੀਆਂ ਦੇ ਅੰਦਰ ਦੇਸ਼ ਭਗਤੀ ਜਾਗ ਗਈ। ਰਾਤੋਂ ਰਾਤ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵੱਲੋਂ ਸ਼ੁਰੂ ਕੀਤੇ ਗਏ ਹੈਸ਼ਟੈਗ ਦੇ ਲਈ ਇਹਨਾਂ ਕਲਾਕਾਰਾਂ ਤੇ ਖਿਡਾਰੀਆਂ ਨੇ ਲਾਈਨਾਂ ਲਗਾ ਦਿੱਤੀਆਂ ਟਵੀਟਸ ਦੀਆਂ ਤੇ ਸਰਕਾਰ ਦਾ ਪੱਖ ਪੂਰਿਆ। ਪਰ ਸਵਾਲ ਇਹ ਖੜਾ ਹੁੰਦਾ ਕਿ ਕਾਸ਼ ਇਹ ਦੇਸ਼ ਭਗਤੀ ਉਦੋਂ ਵੀ ਜਾਗਦੀ ਜਦੋਂ ਹਰਿਆਣਾ ਤੇ ਦਿੱਲੀ ਦੀ ਪੁਲਿਸ ਇਹਨਾਂ ਕਿਸਾਨਾਂ ਤੇ ਤਸ਼ੱਦਦ ਕਰ ਰਹੀ ਸੀ। ਕਾਸ਼ ਇਹ ਦੇਸ਼ ਭਗਤੀ ਦੇਸ਼ ਪ੍ਰੇਮ ਉਦੋਂ ਵੀ ਜਾਗਦਾ ਜਦੋਂ 3 ਮਹੀਨਿਆਂ ਤੋਂ ਠੰਡ ਮੀਂਹ ਝੱਖੜ ਦੇ ਵਿੱਚ ਇਹ ਕਿਸਾਨ ਆਪਣੇ ਪਿੰਡੇ ਤੇ ਸੰਤਾਪ ਹਟਾ ਰਹੇ ਨੇ। ਕਾਸ਼ ਉਹ ਦੇਸ਼ ਭਗਤੀ ਉਹਨਾਂ ਦੇਹਾਂ ਨੂੰ ਵੇਖ ਸਕਦੀ ਜੋ ਕਿਸਾਨੀ ਝੰਡਿਆਂ 'ਚ ਲਿਪਟ ਕੇ ਵਾਪਸ ਪਿੰਡਾਂ ਨੂੰ ਜਾਂਦੇ ਰਹੇ। ਪਰ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਰੀਅਲ ਲਾਈਫ ਦੇ ਵਿੱਚ ਸਕ੍ਰਿਪਟ ਦੇ ਮੁਤਾਬਕ ਚੱਲਣ ਵਾਲੇ ਕਿ ਰੀਅਲ ਲਾਈਫ ਦੇ ਵਿੱਚ ਵੀ ਸਕ੍ਰਿਪਟ ਨਾਲ ਹੀ ਚੱਲਦੇ ਨੇ। ਇਹ ਸਵਾਲ ਇਸ ਲਈ ਖੜਾ ਹੁੰਦਾ ਕਿਉਂਕਿ ਇੱਕ ਕੌਮਾਂਤਰੀ ਕਲਾਕਾਰ ਵੱਲੋਂ ਕੀਤੇ ਗਏ ਟਵੀਟ ਤੋਂ ਬਾਅਦ ਰਾਤੋਂ ਰਾਤ ਝੜੀ ਲਗਾਈ ਜਾਂਦੀ ਹੈ ਟਵੀਟਾਂ ਦੀ ਕਿ ਇਹ ਦੇਸ਼ ਪ੍ਰੇਮ ਹੈ ਜਾਂ ਇਹਦੇ ਪਿੱਛੇ ਕੋਈ ਮਜਬੂਰੀ ਵੀ ਹੈ। ਐਮਏ ਸਣੇ ਬਹੁਤ ਸਾਰੇ ਕਲਾਕਾਰ ਇਹ ਕਹਿੰਦੇ ਵਿਖਾਈ ਦਿੱਤੇ ਕਿ ਇਹ ਸਾਡਾ ਅੰਦਰੂਨੀ ਮਸਲਾ ਹੈ ਜੀ, ਇਸ ਦੇ ਵਿੱਚ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ। ਪਰ ਲਗਾਤਾਰ ਅਸੀਂ ਸਵਾਲ ਇਹ ਚੁੱਕਦੇ ਹਾਂ ਪਰ ਇਹ ਕਿਉਂ ਭੁੱਲ ਜਾਂਦੇ ਨੇ ਕਿ ਅਮਰੀਕਾ ਜਾ ਕੇ ਟਰੰਪ ਦੇ ਲਈ ਵੋਟਾਂ ਮੰਗਣੀਆਂ ਵੀ ਅਮਰੀਕਾ ਦਾ ਅੰਦਰੂਨੀ ਮਸਲਾ ਸੀ। ਹਾਲ ਹੀ ਦੇ ਵਿੱਚ ਵਾਈਟ ਹਾਊਸ ਤੇ ਜੋ ਹੋਇਆ ਉਹ ਵੀ ਉਹਨਾਂ ਦਾ ਅੰਦਰੂਨੀ ਮਸਲਾ ਸੀ ਜਿਸ ਤੇ ਸਾਡੇ ਪ੍ਰਧਾਨ ਮੰਤਰੀ ਲਗਾਤਾਰ ਅਫਸੋਸ ਪ੍ਰਗਟ ਕਰਦੇ ਰਹੇ। ਬਲੈਕ ਲਾਈਵਸ ਮੈਟਰਸ ਵੀ ਅਮਰੀਕਾ ਦਾ ਅੰਦਰੂਨੀ ਮਸਲਾ ਸੀ ਜਿਸ ਤੇ ਕਲਾਕਾਰਾਂ ਤੋਂ ਲੈ ਕੇ ਖਿਡਾਰੀਆਂ ਤੱਕ ਨੇ ਟਵੀਟ ਕਰ ਕਰਕੇ ਡਾਟੇ ਖਤਮ ਕਰ ਦਿੱਤੇ। ਅੱਜ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਵਾਕਈ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਇਹ ਸਾਡਾ ਅੰਦਰੂਨੀ ਮਸਲਾ ਹੈ, ਭਾਵੇਂ ਮਨੁੱਖੀ ਅਧਿਕਾਰਾਂ ਦਾ ਹਨਨ ਹੋਵੇ, ਘਾਣ ਹੋਵੇ, ਇਹ ਸਾਡਾ ਅੰਦਰੂਨੀ ਮਸਲਾ ਹੈ, ਕੋਈ ਹੋਰ ਰੌਲਾ ਪਾਵੇ ਨਾ। ਅੰਦਰੂਨੀ ਮਸਲੇ ਤੇ ਤੁਸੀਂ ਕੁਝ ਕਰੋ ਨਾ, ਬਾਹਰ ਦਾ ਕੁਝ ਬੋਲੇ ਨਾ। ਇਹ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਰਾਤੋਂ ਰਾਤ ਦੇਸ਼ ਭਗਤੀ ਦੀ ਭਾਵਨਾ ਕਿਵੇਂ ਪੈਦਾ ਹੋ ਜਾਂਦੀ ਹੈ। ਉਹ ਲੋਕ ਜਿਹੜੇ ਜਦੋਂ ਦਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਉਦੋਂ ਦੇ ਉਹ ਚੁੱਪ ਨੇ, ਉਹ ਚੁੱਪੀ ਕਦੇ ਨਹੀਂ ਟੁੱਟੀ, ਪਰ ਜੇ ਟੁੱਟੀ ਹੈ ਤਾਂ ਉਹਨਾਂ ਦੇ ਖਿਲਾਫ ਟੁੱਟੀ ਹੈ, ਇੱਕ ਵੱਡੀ ਧਿਰ ਦੇ ਹੱਕ ਦੇ ਵਿੱਚ ਭੁਗਤ ਕੇ ਟੁੱਟੀ ਹੈ। ਸਾਡੇ ਨਾਲ ਅੱਜ ਖਾਸ ਮਹਿਮਾਨ ਜੁੜੇ ਹੋਏ ਨੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਕ ਕਲਾਕਾਰ ਜਿਹੜਾ ਹੁੰਦਾ ਉਹਨੂੰ ਅਕਸਰ ਇਹ ਕਿਹਾ ਜਾਂਦਾ ਕਿ ਇੱਕ ਸਮਾਜ ਦਾ ਸ਼ੀਸ਼ਾ ਨੇ। ਉਹ ਸਮਾਜ ਦੇ ਵਿੱਚ ਗਲਤ ਚੰਗਾ ਜੋ ਵੀ ਵਰਤਾਰਾ ਹੋ ਰਿਹਾ ਹੁੰਦਾ ਉਸ ਬਾਰੇ ਉਹ ਦੱਸਦੇ ਨੇ। ਪਰ ਕੀ ਜਿਹੜੇ ਕਲਾਕਾਰਾਂ ਨੂੰ ਤੁਸੀਂ ਫੋਲੋ ਕਰਦੇ ਹੋ, ਕਰੋੜਾਂ ਦੀ ਗਿਣਤੀ ਦੇ ਵਿੱਚ ਤੁਹਾਡੇ ਫੋਲੋਅਰਸ ਨੇ, ਤੁਹਾਡਾ ਇੱਕ ਇੱਕ ਬੋਲ ਹੈ ਜਿਹੜਾ ਉਹ ਬਹੁਤ ਮਾਇਨੇ ਰੱਖਦਾ ਹੈ। ਇੱਕ ਆਮ ਇਨਸਾਨ ਤੇ ਇੱਕ ਕਲਾਕਾਰ ਦੇ ਵਿੱਚ ਇਹੀ ਵੱਡਾ ਫਰਕ ਹੁੰਦਾ ਕਿ ਦੋਵਾਂ ਦੇ ਬੋਲਾਂ ਦੇ ਵਿੱਚ ਫਰਕ ਹੁੰਦਾ, ਉਹਦਾ ਅਸਰ ਬਹੁਤ ਵੱਡਾ ਹੁੰਦਾ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾਉਂਦੇ ਹਾਂ, ਗੈਵੀ ਚਾਹਲ ਸਾਹਿਬ ਸਾਡੇ ਨਾਲ ਮੌਜੂਦ ਨੇ, ਬਾਲੀਵੁੱਡ ਐਕਟਰ ਨੇ। ਡਾਕਟਰ ਸਾਹਿਬ ਸਿੰਘ ਜੀ ਮੌਜੂਦ ਨੇ, ਡਾਇਰੈਕਟਰ ਨੇ ਤੇ ਰੰਗਮੰਚ ਕਲਾਕਾਰ ਨੇ। ਰਵਿੰਦਰ ਗਰੇਵਾਲ ਸਾਹਿਬ ਪੰਜਾਬੀ ਕਲਾਕਾਰ, ਰੁਪਿੰਦਰ ਹਾਂਡਾ ਜੀ ਪੰਜਾਬੀ ਕਲਾਕਾਰ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਗੈਵੀ ਚਾਹਲ ਸਾਹਿਬ, ਮੈਂ ਤੁਹਾਡੇ ਤੋਂ ਹੀ ਸ਼ੁਰੂਆਤ ਕਰਾਂਗਾ। ਤੁਸੀਂ ਤਾਂ ਬਾਲੀਵੁੱਡ ਦੇ ਵਿੱਚ ਰਹੇ ਵੀ ਹੋ। ਇਹ ਰਾਤੋਂ ਰਾਤ ਦੇਸ਼ ਪ੍ਰੇਮ ਦੀ ਭਾਵਨਾ ਕਿਵੇਂ ਪੈਦਾ ਹੋ ਜਾਂਦੀ ਹੈ? ਪਹਿਲਾਂ ਤੁਸੀਂ ਕੁਝ ਬੋਲਦੇ ਨਹੀਂ, ਭਾਵੇਂ ਤੁਹਾਡੇ ਮੁਲਕ ਦੇ ਲੋਕਾਂ ਦੇ ਉੱਤੇ ਜਿੰਨਾ ਮਰਜ਼ੀ ਤਸ਼ੱਦਦ ਹੁੰਦਾ ਰਹੇ, ਜੋ ਮਰਜ਼ੀ ਹੁੰਦਾ ਰਹੇ, ਪਰ ਰਾਤੋਂ ਰਾਤ ਕੋਈ ਕੌਮਾਂਤਰੀ ਤੌਰ ਤੇ ਟਵੀਟ ਆਉਂਦਾ, ਉਸ ਟਵੀਟ ਦਾ ਮੁਕਾਬਲਾ ਕਰਨ ਦੇ ਲਈ ਲੱਖਾਂ ਟਵੀਟ ਕੀਤੇ ਜਾਂਦੇ ਨੇ, ਹਜ਼ਾਰਾਂ ਟਵੀਟ ਕੀਤੇ ਜਾਂਦੇ ਨੇ। ਰਾਤ ਨੂੰ ਇਦਾਂ ਲੱਗਦਾ ਆਈਟੀ ਸੈੱਲ ਨੂੰ ਅਲਾਰਮ ਲਾ ਕੇ ਜਗਾ ਦਿੱਤਾ ਜਾਂਦਾ ਕਿ ਲੱਗ ਜਾਓ ਤੁਸੀਂ ਬਸ। ਹਾਂਜੀ ਭਾਈ, ਸਭ ਤੋਂ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਤੇ ਬਾਕੀ ਜਿਹੜੀ ਇਹ ਟਵੀਟ ਵਾਲੀ ਇਹ ਚੀਜ਼ ਚੱਲ ਰਹੀ ਹੈ ਜੀ, ਇਹ ਜਿਹੜੀ ਜੰਗ ਚੱਲ ਰਹੀ ਹੈ, ਮੈਂ ਇਹਦੇ ਬਾਰੇ ਇਹੀ ਕਹਿਣਾ ਚਾਹੂੰਗਾ ਕਿ ਜੀ ਇਹ ਇੱਕ ਬੜੀ ਸੋਚੀ ਸਮਝੀ ਮੈਂ ਜਿਸ ਪੱਖ ਨਾਲ ਦੇਖਦਾ ਵੀ ਇੱਕ ਰਾਜਨੀਤਿਕ ਚਾਲ ਹੈ ਜੀ। ਕਿਉਂਕਿ ਇੱਕੋ ਦਮ ਇੱਕ ਤੋਂ ਬਾਅਦ ਇੱਕ ਟਵੀਟ ਆਉਣੇ ਤੇ ਜਿਹਦੀ ਲਗਭਗ ਭਾਸ਼ਾ ਵੀ ਇੱਕੋ ਜੀ ਹੈਗੀ ਆ। ਸੋ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਹੈਗਾ ਵੀ ਜਿਹੜੇ ਇਹ ਗੱਲ ਕਹਿੰਦੇ ਨੇ ਵੀ ਸਾਡਾ ਇਹ ਅੰਦਰੂਨੀ ਮਾਮਲਾ ਹੈਗਾ ਹੈ। ਸੋ ਜਦੋਂ ਆਪਾਂ ਉਹਨਾਂ ਦੇ ਕਿਸੇ ਮਾਮਲੇ ਦੇ ਵਿੱਚ ਸ਼ਿਰਕਤ ਕਰਦੇ ਆ ਉਦੋਂ ਸਾਡੇ ਅੰਦਰੂਨੀ ਮਾਮਲੇ ਕਿੱਥੇ ਜਾਂਦੇ ਨੇ। ਸੋ ਇੱਕ PR ਸਟੰਟ ਵੀ ਹੁੰਦਾ ਜੀ, ਪਰ ਮੈਂ ਇਹਨੂੰ ਰਾਜਨੀਤਿਕ ਕਿਉਂ ਕਹਿ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਦੇਸ਼ ਦੀ ਇਮੇਜ ਵੀ ਭਾਈ, ਹੁਣ ਮੈਂ ਇਹਨੂੰ ਹਿਊਮੈਨਿਟੀ ਦੇ ਲਈ ਜ਼ਿਆਦਾ ਦੇਖਦਾ, ਇਨਸਾਨੀਅਤ ਦੇ ਤੌਰ ਦੇ ਉੱਤੇ ਜਿਹੜਾ ਵੀ ਇਹ ਆਪਣੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਵੀ ਅੱਜ ਜਿਹੜੇ ਬੰਦੇ ਦੀ ਇਨਸਾਨੀਅਤ ਜਿਉਂਦੀ ਹੈਗੀ ਹੈ, ਜ਼ਮੀਰ ਜਾਗਦਾ ਹੈਗਾ, ਉਹ ਇਹਦੇ ਵਿੱਚ ਆਪਣੀ ਸਹਿਮਤੀ ਜ਼ਰੂਰ ਪ੍ਰਗਟ ਕਰ ਰਿਹਾ, ਆਪਣਾ ਇਨਪੁਟ ਜ਼ਰੂਰ ਦੇ ਰਿਹਾ। ਸੋ ਜਿੰਨੇ ਵੀ ਲੋਕਾਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣਾ ਸਮਰਥਨ ਦਿੱਤਾ, ਜਿਹੜੇ ਵੀ ਹੁਣ ਜਿੰਨੇ ਵੀ ਟਵੀਟ ਆਏ ਨੇ, ਉਹ ਉਹਨਾਂ ਦੀ ਇਨਸਾਨੀਅਤ ਸੀ। ਉਹਨਾਂ ਨੂੰ ਲੱਗਿਆ ਕਿ ਜਿਹੜੀ ਤਸ਼ੱਦਦ ਇੱਥੇ ਆਪਣੇ ਉੱਤੇ ਹੋ ਰਹੀ ਹੈ, ਆਪਣੇ ਕਿਸਾਨ ਭੈਣ ਭਰਾਵਾਂ ਦੇ ਉੱਤੇ ਹੋ ਰਹੀ ਹੈ, ਉਹਦੇ ਵਿੱਚ ਜ਼ਰੂਰ ਸ਼ਮੂਲੀਅਤ ਦਿੱਤੀ ਜਾਵੇ, ਉਹਦਾ ਸਾਥ ਦਿੱਤਾ ਜਾਵੇ। ਪਰ
ਜਿਹੜੇ ਵੀ ਹੁਣ ਆਪਣੇ ਬਾਲੀਵੁੱਡ ਤੋਂ ਤੁਸੀਂ ਗੱਲ ਕਰਦੇ ਹੋ, ਮੈਂ ਵੀ ਇੱਕ ਇਸ ਇੰਡਸਟਰੀ ਦਾ ਹਿੱਸਾ ਹੈਗਾ, ਪਰ ਖੈਰ ਠੀਕ ਹੈ, ਆਪਣੀ ਇੱਕ ਨਿੱਜੀ ਰਾਏ, ਆਪਣਾ ਕੀ ਕਹਿੰਦੇ ਨੇ ਡੈਮੋਕ੍ਰੇਸੀ ਹੈਗੀ ਹੈ ਜੀ, ਲੋਕਤੰਤਰ ਹੈਗੇ, ਹਰ ਇੱਕ ਦੀ ਆਪਣੀ ਇੱਕ ਨਿੱਜੀ ਰਾਏ ਹੋ ਸਕਦੀ ਹੈ, ਪਰ ਇਕੱਠੀ ਸਾਰਿਆਂ ਦੀ ਨਿੱਜੀ ਰਾਏ ਆਉਣੀ ਆ, ਇੱਕ ਤਰੀਕੇ ਦੇ ਟਵੀਟ ਆਲਮੋਸਟ ਲੈਂਗੁਏਜ ਸੇਮ, ਤੇ ਇੱਕੋ ਦਮ ਆਉਣਾ ਤਾਂ ਮੈਨੂੰ ਲੱਗਦਾ ਉਹ ਇਸ਼ਾਰਾ ਕੁਝ ਹੋਰ ਕਰਦਾ ਕਿ ਇਹਦਾ ਸਕ੍ਰਿਪਟ ਰਾਈਟਰ ਕੋਈ ਹੋਰ ਹੈ, ਉਹਦਾ ਸਕ੍ਰਿਪਟ ਰਾਈਟਰ ਕੋਈ ਹੋਰ ਹੈ, ਇਦਾਂ ਲੱਗਦਾ। ਚਹਿਲ ਸਾਹਿਬ, ਤੁਹਾਨੂੰ ਫਿਲਮਾਂ ਦੇ ਵਿੱਚ ਤਾਂ ਸਕ੍ਰਿਪਟ ਮਿਲਦੀਆਂ, ਪਰ ਕੀ ਰੀਅਲ ਲਾਈਫ ਤੇ ਵੀ ਇੰਨਾ ਅਸਰ ਰਹਿੰਦਾ ਹੋਣਗੇ ਜੀ? ਉਹਨਾਂ ਨੂੰ ਵੀ ਇਹ ਗੱਲ ਸਾਫ਼-ਸਾਫ਼ ਸਮਝ ਆਊਗੀ ਵੀ ਇੱਕੋ ਦਮ ਦੇਸ਼ ਭਗਤੀ ਜਾਗੀ, ਬਾਰ-ਬਾਰ, ਮਤਲਬ ਇੰਨੀ ਦੇਰ 4 ਮਹੀਨੇ ਹੋ ਗਏ ਜੀ ਸੰਘਰਸ਼ ਚੱਲਦਿਆਂ ਨੂੰ, ਇੰਨੇ ਲੋਕਾਂ ਦੀ ਮੌਤ ਹੋ ਗਈ, ਆਪਣੇ ਪ੍ਰਧਾਨ ਮੰਤਰੀ ਸਾਹਿਬ ਕਿਤੇ ਹੋਰ ਕਿਸੇ ਦੇ ਪਾਕਿਸਤਾਨ ਜਾਂ ਕਿਸੇ ਵੀ ਕੰਟਰੀ ਉੱਥੇ ਉਹਨਾਂ ਦੀ ਮੌਤ ਹੋਈ ਸੀ, ਉੱਥੇ ਆਪਣਾ ਅਫਸੋਸ ਪ੍ਰਗਟ ਕਰਦੇ ਨੇ, ਤੇ ਇਹ ਤੁਸੀਂ ਇੱਕ ਰਾਜਾ, ਆਪਣੀ ਪ੍ਰਜਾ, ਉੱਥੇ ਇੰਨਾ ਜ਼ੁਲਮ ਹੋ ਰਿਹਾ, ਉੱਥੇ ਮੌਤਾਂ ਹੋ ਰਹੀਆਂ, ਤੁਸੀਂ ਇੱਕ ਸ਼ਬਦ ਵੀ ਨਹੀਂ ਬੋਲਦੇ ਹੈਗੇ। ਜਿੰਨੇ ਵੀ ਇਹ ਆਪਣੇ ਕੀ ਕਹਿੰਦੇ ਨੇ ਆਪਾਂ ਪਬਲਿਕ ਫਿਗਰਸ ਨੇ, ਸੈਲੀਬ੍ਰਿਟੀਜ਼ ਨੇ ਗੀਆਂ, ਉਹਨਾਂ ਨੂੰ ਹਰ ਇੱਕ ਨੂੰ ਇਹ ਖਬਰ ਜਾਂਦੀ ਹੈ, ਪਤਾ ਹੁੰਦਾ ਹਰ ਇੱਕ ਨੂੰ, ਪਰ ਉੱਥੇ ਉਹਨਾਂ ਦੀ ਆਵਾਜ਼ ਬੰਦ ਹੈ। ਸੋ ਮੈਂ ਇਹ ਕਹਿਣਾ ਜੀ, ਬਾਕੀ ਚਲੋ ਠੀਕ ਹੈ, ਹਰ ਇੱਕ ਦੀ ਆਪਣੀ ਪਰਸਨਲ ਇੱਕ ਇਨਪੁਟ ਹੁੰਦਾ, ਹਰ ਇੱਕ ਦੀ ਸੋਚਣ ਦੀ ਜਿਹੜੀ ਇੱਕ ਸੋਚ ਸਮਝ ਜਿਹੜੀ ਹੈਗੀ, ਹਰ ਇੱਕ ਦਾ ਆਪਣਾ ਨਿੱਜੀ ਉਹਦੇ ਵਿੱਚ ਪੱਖ ਹੈਗਾ, ਹੈ, ਪਰ ਇਨਸਾਨੀਅਤ ਆਪਣੀ ਜਿਉਂਦੀ ਰੱਖੋ। ਬਿਲਕੁਲ, ਇਨਸਾਨੀਅਤ ਦੇ ਨਾਤੇ ਪਹਿਲ ਉਹਨੂੰ ਦੇਣੀ ਚਾਹੀਦਾ, ਆਪਣੇ ਦੇਸ਼ ਦਾ ਮਸਲਾ ਹੈ। ਬਿਲਕੁਲ ਠੀਕ ਹੈ। ਮੈਂ 1 ਮਿੰਟ ਵਾਪਸ ਆਣਾ ਚੱਲ ਸਾਹਿਬ, ਇਹ ਇੱਕ ਸਬਬ ਹੈ ਕਿ ਮੇਰੇ ਸਣੇ ਜਿੰਨੇ ਮਹਿਮਾਨ ਬੈਠੇ ਨੇ ਸਾਰੇ ਉਸ ਸੰਘਰਸ਼ ਦੇ ਵਿੱਚ ਜਾ ਕੇ ਆਏ ਨੇ, ਅੱਖੀ ਦੇਖ ਕੇ ਆਏ ਨੇ, ਕਿਉਂਕਿ ਬੜੇ ਸਾਰੇ ਲੋਕ ਘਰਾਂ ਦੇ ਵਿੱਚ ਬੈਠੇ ਟਵੀਟ ਤੇ ਸੋਸ਼ਲ ਮੀਡੀਆ ਤੇ ਜਦੋਂ ਕਰ ਦਿੰਦੇ ਨੇ, ਪਰ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੁੰਦੇ ਨੇ। ਇਸ ਕਰਕੇ ਜੋ ਵੀ ਅਸੀਂ ਕਵਾਂਗੇ, ਜੋ ਵੀ ਅਸੀਂ ਦੱਸਾਂਗੇ, ਉਹ ਜ਼ਮੀਨ ਨਾਲ ਜੁੜਿਆ ਹੋਏਗਾ, ਕਿਉਂਕਿ ਅਸੀਂ ਆਪਣੀ ਅੱਖਾਂ ਨਾਲ ਸਭ ਕੁਝ ਦੇਖਿਆ। ਰਵਿੰਦਰ ਗਰੇਵਾਲ ਸਾਹਿਬ, ਜਦੋਂ ਇਹ ਸੰਘਰਸ਼ ਚੱਲਿਆ, ਤੁਸੀਂ ਇਸ ਸੰਘਰਸ਼ ਦੇ ਲਈ ਕੁਝ ਨਹੀਂ ਬੋਲੇ। ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ, ਮੈਂ ਫਿਲਮ ਸਟਾਰਸ ਦੀ ਜਾਂ ਕ੍ਰਿਕਟਰਸ ਦੀ ਜਾਂ ਸਪੋਰਟਸਮੈਨਸ ਦੀ ਗੱਲ ਕਰ ਰਿਹਾ ਕਿ ਤੁਸੀਂ ਇਸ ਸੰਘਰਸ਼ ਦੇ ਲਈ ਕੁਝ ਨਹੀਂ ਬੋਲੇ। ਚਲੋ, ਕਿਸੇ ਨੇ ਤੁਹਾਡੇ ਤੇ ਗਿਲਾ ਸ਼ਿਕਵਾ ਵੀ ਨਹੀਂ ਕੀਤਾ ਕਿ ਤੁਸੀਂ ਕਿਉਂ ਨਹੀਂ ਬੋਲ ਰਹੇ, ਪਰ ਜਦੋਂ ਤੁਸੀਂ ਬੋਲੇ ਹੋ ਉਦੋਂ ਤੁਸੀਂ ਸੰਘਰਸ਼ ਦੇ ਖਿਲਾਫ ਬੋਲੇ ਹੋ। ਤੁਹਾਡੇ ਨਾਲ ਲੱਖਾਂ ਲੋਕ ਜੁੜੇ ਨੇ, ਲੱਖਾਂ ਫੈਨਸ ਨੇ। ਜੇ ਤੁਸੀਂ ਹੱਕ ਦੇ ਵਿੱਚ ਨਹੀਂ ਬੋਲਦੇ, ਜੇ ਤੁਸੀਂ ਵਿਰੋਧ ਵਿੱਚ ਨਾ ਬੋਲੋ ਤਾਂ ਬਿਹਤਰ ਨਹੀਂ ਰਹੇਗਾ। ਇੱਕ ਕਲਾਕਾਰ ਨੂੰ, ਵੈਸੇ ਤਾਂ ਕਿਹਾ ਜਾਂਦਾ ਕਲਾਕਾਰ ਨੂੰ ਹਮੇਸ਼ਾ ਸਮਾਜ ਦੇ ਵਿੱਚ ਚੰਗਾ ਮਾੜਾ ਜੋ ਵਿਚਰਦਾ ਹੋਵੇ ਉਸ ਬਾਰੇ ਦੱਸਣਾ ਚਾਹੀਦਾ। ਜੇ ਤੁਸੀਂ ਮਾੜਾ ਵਿਚਰ ਰਿਹਾ, ਅੱਖਾਂ ਬੰਦ ਕੀਤੀਆਂ ਨੇ, ਤਾਂ ਫਿਰ ਤੁਸੀਂ ਅੱਖਾਂ ਬੰਦ ਹੀ ਰਹਿਣ ਤੋਂ ਬਿਹਤਰ ਨਾ ਰਵੇ। ਇਹਦਾ ਆਉਣ ਵਾਲਾ ਟਾਈਮ ਦੱਸੂਗਾ ਜੀ, ਇਹਨਾਂ ਨੂੰ ਆਪਣੇ ਆਪ ਪਤਾ ਚੱਲ ਜਾਣਾ ਕਿ ਕੀ ਇਹਦਾ ਖਮਿਆਜ਼ਾ ਭੁਗਤਣਾ ਪੈਂਦਾ ਇਹਨਾਂ ਨੂੰ, ਕਿਉਂਕਿ ਲੋਕ ਇਹਨਾਂ ਨੂੰ ਆਪਣੇ ਹੀਰੋ ਮੰਨਦੇ ਆ, ਹਨਾ, ਔਰ ਅੱਜ ਟਾਈਮ ਹੈਗਾ ਆਪਣੇ ਲੋਕਾਂ ਦੇ ਨਾਲ ਖੜਨ ਦਾ, ਪਰ ਇਹ ਸਾਰੇ ਬਕਾਊ ਹੋ ਗਏ, ਹਨਾ। ਔਰ ਜਿਸ ਤਰੀਕੇ ਦੇ ਨਾਲ, ਕਿਉਂਕਿ ਇਹ ਸਰਕਾਰ ਦੀ ਤਾਂ ਹੈ ਹੀ ਨੀਤੀ ਪਹਿਲੇ ਦਿਨ ਤੋਂ, ਨਾ ਤਾਂ ਇੰਨਾ ਮੀਡੀਆ ਤੁਸੀਂ ਦੇਖੋ, ਪੁਰਾਣੇ ਕੋਈ ਵੀ ਸਰਕਾਰ ਦਾ ਮੇਰਾ ਖਿਆਲ ਪਹਿਲੀ ਵਾਰੀ ਇਹ ਇਤਿਹਾਸ ਹੋਊਗਾ ਹਿੰਦੁਸਤਾਨ ਦਾ ਜਾਂ ਆਪਣੇ ਦੁਨੀਆ ਦਾ ਕਿਸੇ ਹੋਰ ਕੰਟਰੀ 'ਚ, ਕਿ ਮੀਡੀਆ ਨੂੰ ਇੰਨਾ ਜ਼ਿਆਦਾ ਮੈਨੇਜ ਕੀਤਾ ਗਿਆ ਹੋਵੇ, ਮਤਲਬ ਮੀਡੀਆ ਹੀ ਗੋਦੀ 'ਚ ਲੈ ਲਿਆ ਹੋਵੇ ਕਿ ਜਿਹੜਾ ਕੁਝ ਇੱਕ ਬਸ ਉਹ ਸਕ੍ਰਿਪਟ ਦਿੱਤੀ ਜਾਂਦੀ ਆ, ਔਰ ਇੱਕ ਚੈਨਲ ਜੋ ਬੋਲਣਾ ਸਟਾਰਟ ਹੁੰਦਾ, ਉਹ ਸਾਰੇ ਤੋਤੇ ਵਾਂਗੂ ਉਹੀ ਚੀਜ਼ ਰੱਟਦੇ ਆ, ਹਨਾ। ਉਹੀ ਕੁਝ ਹੁਣ ਇਹਦੇ ਤੇ ਗਰੇਵਾਲ ਸਾਹਿਬ, ਇਹਨਾਂ ਚੀਜ਼ਾਂ ਨਾਲ ਕੋਈ ਫਰਕ ਪੈਂਦਾ, ਸੰਘਰਸ਼ ਤੇ ਅਸਰ ਪੈਂਦਾ ਵੀ? ਦੇਖੋ, ਲੋਕ ਬਹੁਤ ਸਿਆਣੇ ਹੋ ਚੁੱਕੇ ਆ, ਕਿਤੇ ਨਾ ਕਿਤੇ। ਪਹਿਲਾਂ ਤੁਸੀਂ ਇਹ ਦੇਖੋ, ਇਸ ਅੰਦੋਲਨ ਨੇ ਬਹੁਤ ਕੁਝ ਬਦਲਿਆ। ਤੁਸੀਂ ਬਾਕੀਆਂ ਦੀ ਗੱਲ ਛੱਡੋ, ਮੈਂ ਆਪਣੀ ਆਪ ਦੀ ਗੱਲ ਕਰਦਾ, ਹਨਾ। ਅਸੀਂ ਮਤਲਬ ਅੱਖਾਂ ਖੋਲੀਆਂ ਇਸ ਅੰਦੋਲਨ ਨੇ, ਤੇ ਕਿਤੇ ਨਾ ਕਿਤੇ ਮੈਨੂੰ ਵੀ ਇਹ ਲੱਗਦਾ ਹੁੰਦਾ ਸੀ ਜਦੋਂ ਇਹ ਚੈਨਲਾਂ ਨੂੰ ਦੇਖੀ ਜਾਣਾ, ਜਿਹੜਾ ਗੋਦੀ ਮੀਡੀਆ ਸਾਰਾ ਹੀ, ਬਈ ਇਹ ਤਾਂ ਇਹਨਾਂ ਦੀ ਤਾਂ ਬਹੁਤ ਜ਼ਿਆਦਾ ਲੋਕਪ੍ਰਿਯਤਾ, ਹਨਾ, ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਤਾਂ ਵਿਰੋਧ ਹੈ ਹੀ ਨਹੀਂ, ਇੱਕ ਪੈਸੇ ਦਾ ਹੈ ਨਹੀਂ, ਕਿਉਂਕਿ ਕਿਤੇ ਦਿਖਾਇਆ ਹੀ ਨਹੀਂ ਸੀ ਜਾਂਦਾ। ਤੁਸੀਂ ਹੁਣ ਗਰਾਊਂਡ ਤੇ ਜਾ ਕੇ ਵੇਖ, ਗਰਾਊਂਡ ਨਹੀਂ, ਇਸ ਅੰਦੋਲਨ ਨੇ ਦੱਸਿਆ ਨਾ ਕਿ ਆ ਜਿਹੜੇ ਲੋਕ ਨਿਕਲ ਕੇ ਆਏ ਆ, ਇਹ ਕਿੱਥੋਂ ਆ ਗਏ ਫਿਰ, ਜੇ ਵਿਰੋਧ ਨਹੀਂ ਹੈਗਾ, ਹਨਾ। ਨਹੀਂ ਤਾਂ ਇਹਨਾਂ ਨੇ, ਚਾਹੇ ਉਹ ਆਪਾਂ ਹੁਣ EVM ਦਾ ਵੀ ਉੱਠਣ ਲੱਗ ਗਿਆ ਜਿਹੜਾ ਸਵਾਲ ਹੈਗਾ, ਕਿ ਲੋਕਾਂ ਨੂੰ ਲੱਗਦਾ ਕਿ ਮੈਨੇਜ ਕਰ ਲਿਆ ਜਾਂਦਾ ਸਾਰਾ ਕੁਝ, ਔਰ ਮੀਡੀਆ ਨੂੰ ਡਿਊਟੀ ਦਿੱਤੀ ਜਾਂਦੀ ਆ ਕਿ ਉਹ ਮਾਹੌਲ ਬਣਾਵੇ ਕਿ ਸਾਡੇ ਹੱਕ 'ਚ ਨੇ ਸਾਰੇ ਕੁਝ, ਉਹ ਤੋਂ ਬਾਅਦ ਤੁਸੀਂ ਚਾਹੇ ਫਿਰ ਵੋਟਾਂ ਵੀ ਮੈਨੇਜ ਕਰ ਲਓ ਤੇ ਆ ਜਾਓ ਤੁਸੀਂ ਅੱਗੇ, ਹਨਾ। ਔਰ ਸਾਰਾ ਕੁਝ ਸ਼ਾਇਦ ਖਰੀਦ ਕੇ ਇਦਾਂ ਹੀ ਚੱਲੀ ਜਾਏਗਾ। ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹੁੰਦਾ, ਪੰਜਾਬ ਦੇ ਲੋਕ ਕਾਫੀ ਹੱਦ ਤੱਕ ਸਮਝ ਚੁੱਕੇ ਨੇ ਵੀ ਇਹ ਸੰਘਰਸ਼ ਕੀ ਹੈ, ਸਹੀ ਧਿਰ ਕਿਹੜੀ ਹੈ ਤੇ ਗਲਤ ਧਿਰ ਕਿਹੜੀ ਹੈ, ਪਰ ਜਦੋਂ ਇਦਾਂ ਦੇ ਸਟਾਰਸ ਜਦੋਂ ਕੋਈ ਟਵੀਟ ਕਰਦੇ ਨੇ ਤਾਂ ਇਹ ਨਹੀਂ ਲੱਗਦਾ ਕਿ ਇੱਕ ਝੜੀ ਹੈ, ਇੱਕ ਲੜੀ ਦੇ ਵਿੱਚ ਸਾਰੇ ਇੱਕ ਪੱਖ ਪੂਰ ਰਹੇ ਨੇ, ਤਾਂ ਲੋਕਾਂ ਦੀ ਮੈਂਟੈਲਿਟੀ ਦੇ ਪ੍ਰਭਾਵ ਪੈਂਦਾ, ਅਸਰ ਪੈਂਦਾ ਕਿ ਯਾਰ ਇਹ ਮਾੜਾ ਹੋ ਸਕਦਾ, ਇਹ ਤਾਂ ਨਹੀਂ ਹੋ ਸਕਦਾ, ਇਹ ਤਾਂ ਨਹੀਂ ਹੋ ਸਕਦਾ, ਇਹ ਤਾਂ ਨਹੀਂ ਹੋ ਸਕਦਾ। ਇਹਦੇ ਨਾਲ ਤੁਹਾਨੂੰ ਲੱਗਦਾ ਕੋਈ ਫਰਕ ਪੈਂਦਾ? ਨਹੀਂ, ਮੈਨੂੰ ਨਹੀਂ ਲੱਗਦਾ ਜੀ, ਕਿਉਂਕਿ ਦੇਖੋ ਇਹ ਜ਼ਮੀਨ ਨਾਲ ਜੁੜਿਆ ਹੋਇਆ ਸੰਘਰਸ਼ ਆ, ਔਰ ਜ਼ਮੀਨ ਦੇ ਲੋਕਾਂ ਦਾ ਸੰਘਰਸ਼ ਆ, ਔਰ ਲੋਕ ਬਹੁਤ ਸਿਆਣੇ ਹੋ ਚੁੱਕੇ ਆ, ਔਰ ਇਹ ਖਮਿਆਜ਼ਾ, ਇਹ ਜਿਹੜੇ ਲੋਕ ਹੁਣ ਇਹਨੂੰ ਛੋਟੀ ਚੀਜ਼ ਸਮਝ ਰਹੇ ਆ, ਇਹ ਆਰਟਿਸਟਾਂ ਨੂੰ ਵੀ ਇਹਨਾਂ ਨੂੰ ਭੁਗਤਣਾ ਪਊਗਾ। ਇਹਨਾਂ ਨੇ ਬਾਅਦ 'ਚ ਲੋਕਾਂ ਦੇ ਵਿੱਚ ਆਉਣਾ, ਹਨਾ, ਔਰ ਇੱਥੇ ਪੰਜਾਬ 'ਚ ਵੀ ਆਉਣਾ, ਤਾਂ ਉਦੋਂ ਇਹਨਾਂ ਨੂੰ ਪਤਾ ਲੱਗੂ ਕਿ ਅਸੀਂ ਗਲਤੀ ਕੀ ਕੀਤੀ ਸੀਗੀ, ਔਰ ਉਹ ਭੁਗਤਣਾ
ਮੇਰੇ ਖਿਆਲ ਚਾਹੀਦਾ ਵੀ ਆ, ਔਰ ਲੋਕਾਂ ਨੂੰ ਇੰਨੇ ਕੁ ਸਿਆਣੇ ਹੋ ਜਾਣਾ ਚਾਹੀਦਾ ਕਿ ਜਿਹੜੇ ਅੱਖਾਂ ਬੰਦ ਕਰਕੇ ਕਿਸੇ ਦੇ ਪਿੱਛੇ ਵੀ ਲੱਗ ਜਾਂਦੇ ਆ, ਉਹ ਹੁਣ ਟਾਈਮ ਉਹ ਨਹੀਂ ਰਿਹਾ। ਜੇ ਲੋਕ ਸਿਆਣੇ ਹੋਣਗੇ ਤਾਂ ਹੀ ਆਉਣ ਵਾਲੇ ਟਾਈਮ ਤੇ ਇਹਨਾਂ ਨੂੰ ਵੀ ਫਿਰ ਦੋ ਘੜੀ ਸੋਚਣਾ ਪਊਗਾ ਕਿ ਅਸੀਂ ਕੀ ਲਾਈਨ ਲਿਖੀਏ ਕੀ ਨਾ ਲਿਖੀਏ। ਅਕਸਰ ਇਸ ਲਈ ਕਿਹਾ ਜਾਂਦਾ ਕਿ ਮਾੜੇ ਵਕਤ ਦੇ ਵਿੱਚ ਹੀ ਚੰਗੇ ਬੰਦੇ ਦੀ ਪਛਾਣ ਹੁੰਦੀ ਹੈ, ਸੋ ਇਸੇ ਵਕਤ ਦੇ ਵਿੱਚ ਇੱਕ ਚੰਗੇ ਬੰਦੇ ਦੇ ਚੰਗੇ ਕਿਰਦਾਰ ਦੀ ਪਛਾਣ ਹੁੰਦੀ ਹੈ। ਰੁਪਿੰਦਰ ਹਾਂਡਾ ਜੀ, ਤੁਸੀਂ ਵੀ ਜਾ ਕੇ ਆਏ ਹੋ ਸੰਘਰਸ਼ ਦੇ ਵਿੱਚ, ਤੁਸੀਂ ਬੜੇ ਭਾਵੁਕ ਵੀ ਹੋ ਗਏ ਸੀਗੇ ਉੱਥੇ ਜਾ ਕੇ, ਤੁਹਾਨੂੰ ਕੀ ਨਜ਼ਰ ਆਉਂਦਾ? ਕਿਉਂਕਿ ਇੱਕ ਕਲਾਕਾਰ ਜਿਹੜਾ ਹੁੰਦਾ, ਖਾਸ ਤੌਰ ਤੇ ਅਦਾਕਾਰ ਹੁੰਦਾ, ਉਹ ਆਮ ਲੋਕਾਂ ਤੋਂ ਥੋੜਾ ਵੱਖਰਾ ਹੁੰਦਾ, ਉਹ ਸਾਰਿਆਂ ਦੀਆਂ ਭਾਵਨਾਵਾਂ ਨੂੰ ਸਮਝਦਾ, ਉਹ ਸਾਰੀਆਂ ਚੀਜ਼ਾਂ ਨੂੰ ਦੇਖਦਾ, ਚੰਗੇ ਮਾੜੇ ਨੂੰ ਜਲਦੀ ਗ੍ਰੈਬ ਕਰਕੇ ਸਮਝਣ ਦੀ ਕੋਸ਼ਿਸ਼ ਕਰਦਾ ਕਿ ਸਹੀ ਹੋ ਰਿਹਾ ਜਾਂ ਗਲਤ ਹੋ ਰਿਹਾ। ਤੁਹਾਨੂੰ ਇਹ ਅੰਦੋਲਨ ਕਿੱਧਰ ਵੱਲ ਨੂੰ ਜਾਂਦਾ ਦਿਖਾਈ ਦੇ ਰਿਹਾ? ਕਿ ਤੁਹਾਨੂੰ ਲੱਗਦਾ ਹੈ ਕਿ ਬਿਲਕੁਲ ਸਹੀ ਹੋ ਰਿਹਾ, ਜਿਹੜੇ ਉਹ ਲੋਕ ਬੈਠੇ ਨੇ ਆਪਣੇ ਹੱਕ ਹਕੂਕ ਦੇ ਲਈ ਬੈਠੇ ਨੇ, ਜਾਂ ਇੱਕ ਜ਼ਿੱਦ ਫੜ ਕੇ ਬੈਠੇ ਨੇ? ਜੀ ਜ਼ਿੱਦ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਇਹਦੇ 'ਚ। ਬਿਲਕੁਲ ਸਾਫ਼ ਹੈ ਕਿ ਜਿਹੜੇ ਕਾਨੂੰਨ ਸਰਕਾਰ ਨੇ ਲਾਗੂ ਕੀਤੇ ਆ ਉਹ ਕਿਸੇ ਵੀ ਤਰ੍ਹਾਂ ਕਿਸਾਨਾਂ ਦੇ ਹੱਕ ਵਿੱਚ ਹੀ ਨਹੀਂ ਹੈ। ਔਰ ਇਹ ਗੋਦੀ ਮੀਡੀਆ ਹਮੇਸ਼ਾ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਜੋ ਉਹ ਦਿਖਾਣਾ ਚਾਹੁੰਦਾ ਹੈ, ਸਰਕਾਰ ਜੋ ਦਿਖਾਣਾ ਚਾਹੁੰਦਾ ਹੈ ਬਸ ਉਹੀ ਗੋਦੀ ਮੀਡੀਆ ਦੇ ਉੱਤੇ ਫਲੈਸ਼ ਹੋ ਸਕਦਾ, ਅਦਰਵਾਈਜ਼ ਕੁਝ ਨਹੀਂ ਅੱਗੇ ਆ ਸਕਦਾ। ਪਰ ਇਸ ਵਾਰ ਉਹਦੀ ਵੀ ਜਿਹੜਾ ਇਹਨਾਂ ਨੇ ਪ੍ਰੋਪਗੰਡਾ ਬਣਾ ਰੱਖਿਆ ਸੀਗਾ ਕਿ ਅਸੀਂ ਦਬਾ ਲਾਂਗੇ ਆਵਾਜ਼ ਨੂੰ, ਪਰ ਇਹ ਅੰਦੋਲਨ ਜਿਹੜਾ ਸੰਘਰਸ਼ ਆ ਉਹ ਇਸ ਤਰ੍ਹਾਂ ਉੱਭਰਿਆ ਕਿ ਲੋਕਾਂ ਦੇ ਵਿੱਚ ਸੱਚ ਜਿਹੜਾ ਇੱਕਦਮ ਸਾਹਮਣੇ ਆ ਗਿਆ। ਬਹੁਤ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। 26 ਤਰੀਕ ਦਾ ਜੋ ਵੀ ਵਾਕਿਆ ਹੋਇਆ ਉਹ ਸਭ ਟਾਰਗੇਟ ਸੀਗਾ ਕਿ ਅਸੀਂ ਜਿਹੜਾ ਇਹਨਾਂ ਦਾ ਏਕਾ ਹੋ ਗਿਆ, ਉਸ ਏਕੇ ਨੂੰ ਅਸੀਂ ਕਿਸੇ ਤਰੀਕੇ ਨਾਲ ਖਤਮ ਕਰ ਦਈਏ। ਉਹ ਬਹੁਤ ਵੱਡੀ ਸਾਜ਼ਿਸ਼ ਸੀਗੀ ਜਿਹੜੀ ਉਹਨਾਂ ਦੀ ਫੇਲ ਹੋ ਗਈ। ਔਰ ਉਸ ਜਿਹੜੀ ਤੁਸੀਂ ਇਮੋਸ਼ਨਲ ਹੋਣ ਦੀ ਗੱਲ ਕਰ ਰਹੇ ਹੋ, ਜਿਸ ਤਰ੍ਹਾਂ ਇਕੱਲੀ ਮੈਂ ਨਹੀਂ, ਬਹੁਤ ਲੋਕਾਂ ਦੇ ਸੈਂਟੀਮੈਂਟਸ ਜੁੜੇ ਹੋਏ ਸੀ ਇਸ ਅੰਦੋਲਨ ਦੇ ਨਾਲ, ਕਿਉਂਕਿ ਗਰਾਊਂਡ ਲੈਵਲ ਤੇ ਜਿਹੜੇ ਲੋਕ ਗਏ ਆ ਉਹ ਉਸ ਦਰਦ ਨੂੰ ਚੰਗੀ ਤਰ੍ਹਾਂ ਮਹਿਸੂਸ ਕਰ ਸਕਦੇ ਆ, ਕਿਉਂਕਿ ਆਪਣੇ ਘਰਾਂ ਤੋਂ 2 ਮਹੀਨੇ ਬਾਹਰ ਰਹਿਣਾ, 3 ਮਹੀਨੇ ਬਾਹਰ ਰਹਿਣਾ, ਔਰ ਰੋਡਸ ਦੇ ਉੱਤੇ ਰਹਿਣਾ ਬਿਨਾਂ ਕਿਸੇ ਸਹੂਲੀਅਤ ਦੇ। ਚਾਹੇ ਅਸੀਂ ਪੰਜਾਬੀਆਂ ਨੇ ਉੱਥੇ ਸੇਵਾ ਦੇ ਹੜ ਲਾ ਦਿੱਤੇ, ਹੜ ਆ ਗਏ ਉੱਥੇ ਸੇਵਾ ਦੇ, ਪਰ ਫਿਰ ਵੀ ਘਰ ਵਰਗੀ ਰੀਸ ਕਿਤੇ ਬਾਹਰ ਨਹੀਂ ਹੁੰਦੀ। ਸੋ ਉੱਥੇ ਲੋਕ ਉਹਨਾਂ ਦਾ ਹਾਲਾਤ ਦੇਖੇ, ਅਸੀਂ ਅੱਖੀਂ ਦੇਖਿਆ, ਉਹ ਸੈਂਟੀਮੈਂਟਸ ਜੁੜੇ ਹੋਏ ਸੀਗੇ। ਔਰ ਜਦੋਂ ਇਹ ਸਭ ਕੁਝ ਸਾਡਾ ਇਹਨਾਂ ਸਿਖਰ ਤੇ ਸਾਡਾ ਅੰਦੋਲਨ ਜਾ ਰਿਹਾ ਸੀਗਾ ਔਰ ਇੱਕੋ ਦਮ ਹਵਾਈ ਦੂਸਰੇ ਪਾਸੇ ਹੀ ਹੋ ਗਈ, ਸੋ ਉਹ ਜਿਹੜੀ ਚੀਜ਼ ਸੀਗੀ ਉਹ ਕੱਲੀ ਮੈਂ ਆਹਤ ਨਹੀਂ ਹੋਈ, ਉਹਦੇ ਨਾਲ ਬਹੁਤ ਲੋਕ ਜਿਹੜੇ ਸੰਘਰਸ਼ ਦੇ ਨਾਲ ਦਿਲੋਂ ਜੁੜੇ ਹੋਏ ਸੀਗੇ। ਉਹ ਸ਼ਾਇਦ ਉਸ ਤੋਂ ਬਾਅਦ ਜਦੋਂ ਟਕੈਤ ਸਾਹਿਬ ਨੇ ਉਹਨਾਂ ਦੇ ਹੰਝੂ ਜਿਹੜੇ ਦੇਖ ਕੇ ਲੋਕ ਘਰਾਂ 'ਚੋਂ ਬਾਹਰ ਨਿਕਲੇ, ਉਸ ਸੰਘਰਸ਼ ਦੇ ਵਿੱਚ ਦੁਬਾਰਾ ਉਹ ਜਿਹੜੀ ਲਹਿਰ ਬਣੀ, ਉਹ ਇੱਕ ਖੁਸ਼ੀ ਦੇ ਹੰਝੂ ਅਸੀਂ ਕਹਿ ਸਕਦੇ ਹਾਂ, ਉਹ ਖੁਸ਼ੀ ਦੇ ਵਿੱਚ ਸੀਗਾ। ਔਰ ਇੱਕ ਗੁੱਸਾ ਜਿਹੜਾ 2 ਦਿਨ ਦਾ ਸੀਗਾ, 26 ਤੋਂ ਬਾਅਦ 27, 28, 29 ਤਰੀਕ ਨੂੰ ਉਹ ਸਟੇਜ ਤੇ ਮੈਂ ਟਕੈਤ ਸਾਹਿਬ ਨਾਲ ਸੀਗੀ, ਤਾਂ ਉਹ ਇੱਕ ਖੁਸ਼ੀ ਦਾ ਇੱਕ ਮੈਂ ਸਮਝਦੀ ਕਿ ਮੈਂ ਜ਼ਾਹਿਰ ਕੀਤੀ। ਤੁਹਾਨੂੰ ਇਹ ਅਹਿਸਾਸ ਹੋ ਰਿਹਾ ਹੁਣ ਕਿ 26 ਤੋਂ ਬਾਅਦ ਜਿਹੜੇ ਹਾਲਾਤ ਬਣੇ ਸੀਗੇ ਉਹਨਾਂ ਹਾਲਾਤਾਂ ਤੋਂ ਇਹ ਸੰਘਰਸ਼ ਉਭਰ ਚੁੱਕਿਆ, ਵਾਪਸ ਸਟਰੈਂਥਨ ਹੋ ਗਿਆ ਇਹ ਸੰਘਰਸ਼? ਮੈਨੂੰ ਲੱਗਦਾ ਕਿ ਹੁਣ ਦੁਗਣੀ ਤਿਗਣੀ ਜੋਸ਼ ਦੇ ਨਾਲ ਇਹ ਜਿਹੜਾ ਸੰਘਰਸ਼ ਹੁਣ ਅੱਗੇ ਵੱਧ ਰਿਹਾ, ਔਰ ਜਿੰਨੇ ਮਖੌਟੇ ਸੀਗੇ ਉਹ ਸਾਰੇ ਮਖੌਟੇ ਵੀ ਉਤਰ ਚੁੱਕੇ ਆ, ਚਿਹਰੇ ਬਹੁਤ ਲੋਕਾਂ ਦੇ ਸਾਹਮਣੇ ਆਏ ਆ। ਔਰ ਸਭ ਤੋਂ ਵੱਡੀ ਚੀਜ਼ ਸਾਡੀ ਜਿਹੜੀ ਗਵਰਨਮੈਂਟ ਨੇ ਇੱਕ ਬਣਾ ਰੱਖਿਆ ਸੀ ਪ੍ਰੋਪਗੈਂਡਾ ਕਿ ਹਾਂਜੀ ਅਸੀਂ ਮੀਟਿੰਗਸ ਦੇ ਲਈ, ਅਸੀਂ ਗੱਲਬਾਤ ਕਰਨ ਦੇ ਲਈ ਅਸੀਂ ਐਗਰੀ ਹੈਗੇ ਆ, ਤੁਸੀਂ ਆਓ, ਤੁਹਾਡਾ ਵੈਲਕਮ ਹੈ। ਇਹ ਜਿਹੜੀ 8-9 ਵਾਰ ਜਿਹੜੀ ਮੀਟਿੰਗ ਰੱਖੀਆਂ ਗਈਆਂ ਉਹ ਸਭ ਸ਼ੋਸ਼ਾ ਸੀਗੀਆਂ, ਉਹ ਇਸ 26 ਤਰੀਕ ਤੋਂ ਬਾਅਦ ਬਿਲਕੁਲ ਜ਼ਾਹਿਰ ਹੋ ਗਿਆ, ਉਹ ਜ਼ਾਹਿਰ ਹੋ ਗਿਆ। ਔਰ ਦੂਸਰੀ ਗੱਲ, 26 ਤੋਂ ਬਾਅਦ ਜਿਹੜੇ ਬੈਰੀਅਰਸ ਲਾਏ ਗਏ ਔਰ ਪੱਕੀਆਂ ਦੀਵਾਰਾਂ, ਕੰਕਰੀਟ ਦੀਆਂ ਦੀਵਾਰਾਂ, ਫਿਰ ਕਿੱਲ ਜਿਹੜੀ ਸੜਕਾਂ ਦੇ ਉੱਤੇ, ਉਹ ਸਾਡੀ ਜਿਹੜੀ ਸਰਕਾਰ ਹੈ, ਅਗਰ ਅਸੀਂ ਟਵੀਟ ਦੀ ਗੱਲ ਕਰੀਏ, ਟਵੀਟ ਤੇ ਜੋ ਵੀ ਇਹ ਲੋਕ ਕਹਿ ਰਹੇ ਨੇ ਇੰਡੀਆ ਅਗੇਂਸਟ ਪ੍ਰੋਪਗੈਂਡਾ, ਜੋ ਇਹਨਾਂ ਨੇ ਹੈਸ਼ਟੈਗ ਬਣਾਇਆ, ਇਹ ਲੋਕ ਸਾਡੀ ਸਰਕਾਰ ਖੁਦ ਲੋਕਾਂ ਦੇ ਵਿੱਚ ਮਜ਼ਾਕ ਬਣ ਰਹੀ ਹੈ। ਇੰਡੀਆ ਦੀ ਸਰਕਾਰ ਦਾ ਜਿਹੜਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਉਹ ਆਪ ਹੀ ਰੱਖ ਰਹੀ ਹੈ। ਸਗੋਂ ਜਿਹੜੇ ਫਾਰਮਰਸ ਨੇ ਉਹਨਾਂ ਨੇ ਤਾਂ ਹਮੇਸ਼ਾ ਗੱਲਬਾਤ ਕਰਨ ਦੇ ਵਿੱਚ ਵਿਸ਼ਵਾਸ ਰੱਖਿਆ ਕਿ ਸ਼ਾਇਦ ਇਹ ਸਰਕਾਰ ਸਾਡੀ ਗੱਲ ਸੁਣੂਗੀ, ਪਰ ਹਮੇਸ਼ਾ ਉਹ ਮੀਟਿੰਗਸ ਬਿਲਕੁਲ ਜ਼ਾਹਿਰ ਮਤਲਬ ਬਿਲਕੁਲ ਨਿਰਾਧਾਰ ਹੀ ਰਹੀਆਂ, ਜਿੰਨੀਆਂ ਵੀ ਮੀਟਿੰਗਾਂ ਹੋਈਆਂ ਜਿਨ੍ਹਾਂ ਦਾ ਕੋਈ ਕਨਕਲੂਜਨ ਨਹੀਂ ਨਿਕਲਿਆ। ਹਾਂਜੀ, ਸੋ ਜਿਹੜਾ ਵਾਪਸ ਆ ਮੈਂ ਇੱਕ ਸਾਹਿਬ ਸਿੰਘ ਹੋਰਾਂ ਤੋਂ ਇੱਕ ਰਿਐਕਸ਼ਨ ਲੈ ਲਾਂ। ਸਾਹਿਬ ਸਿੰਘ ਜੀ, ਤੁਸੀਂ ਅਕਸਰ ਉਹਨਾਂ ਮੰਚਾਂ ਤੇ ਸੰਬੋਧਨ ਵੀ ਕਰਦੇ ਰਹੇ ਹੋ ਲੋਕਾਂ ਨੂੰ ਵੱਖ-ਵੱਖ ਕਰੈਕਟਰ ਦੇ ਜ਼ਰੀਏ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਕਲਾਕਾਰ ਸਮਾਜ ਦਾ ਇੱਕ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਇਹ ਕਲਾਕਾਰ ਨੇ ਜਿਨ੍ਹਾਂ ਨੇ ਟਵੀਟ ਕੀਤਾ, ਜਿਨ੍ਹਾਂ ਦੇ ਵਿੱਚ ਖਿਡਾਰੀ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਨੇ, ਸ਼ਬਦਾਵਲੀ ਵੀ ਉੱਦਾਂ ਦੀ, ਟਾਈਮਿੰਗ ਵੀ ਉੱਦਾਂ ਦੀ, ਇੱਕ ਹੈਸ਼ਟੈਗ ਸਰਕਾਰ ਵੱਲੋਂ ਚਲਾਇਆ ਜਾਂਦਾ, ਉਸ ਹੈਸ਼ਟੈਗ ਦਾ ਹਿੱਸਾ ਸਾਰੇ ਬਣਦੇ ਜਾਂਦੇ ਨੇ। ਇੱਕ ਸਵਾਲ ਜ਼ਰੂਰ ਖੜਾ ਹੁੰਦਾ ਕਿ ਅਸੀਂ ਪੰਜਾਬ ਦੇ ਲੋਕ ਸ਼ਾਇਦ ਇਹਨਾਂ ਚੀਜ਼ਾਂ ਨੂੰ ਬੜੇ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਇਹ ਕੀ ਹੋ ਰਿਹਾ, ਕਿ ਤੁਹਾਨੂੰ ਨਹੀਂ ਲੱਗਦਾ ਕਿ ਮੁਲਕ ਦੇ ਬਾਕੀ ਹਿੱਸਿਆਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਵੱਧ ਪ੍ਰਭਾਵ ਪੈਂਦਾ? ਅਸੀਂ ਜਿੰਨਾ ਮਰਜ਼ੀ ਕਹਿ ਲਈਏ,
ਕਰੋੜਾਂ ਅਰਬਾਂ ਫੈਨ ਹੁੰਦੇ ਨੇ ਤੁਹਾਡੇ ਕਿਸੇ ਵੀ ਵੱਡੇ ਕਰੈਕਟਰ ਦੇ, ਜਦੋਂ ਉਹ ਕਰੈਕਟਰ ਕਿਸੇ ਗੱਲ ਨੂੰ ਕਹਿੰਦਾ ਹੈ ਤਾਂ ਉਹਦਾ ਜਿਹੜਾ ਅਸਰ ਹੈ ਦੂਰ ਤੱਕ ਨਹੀਂ ਜਾਂਦਾ? ਮੈਂ ਸਮਝਦਾ ਅਸਰ ਦੂਸਰੇ ਪਾਸੇ ਹੋਇਆ, ਜਿਸ ਪਾਸੇ ਉਹ ਸੋਚਦੇ ਸੀ ਵੀ ਹੋਣਾ ਉਸ ਪਾਸੇ ਨਹੀਂ ਹੋਇਆ। ਲੋਕ ਸਿਆਣੇ ਨੇ, ਅਸਲ ਦੇ ਵਿੱਚ ਉਹਨਾਂ ਨੇ ਆਪਣਾ ਕਰੈਕਟਰ ਮਲਾਈਨ ਕੀਤਾ, ਇਸ ਨਾਲ ਉਹਨਾਂ ਦਾ ਕਰੈਕਟਰ ਧੁੰਦਲਾ ਹੋਇਆ। ਜਿਹਨਾਂ ਨੂੰ ਲੋਕੀ ਫੋਲੋ ਕਰਦੇ ਨੇ, ਜਿਨ੍ਹਾਂ ਨੂੰ ਲੋਕਾਂ ਲਈ ਉਹ ਸਟਾਰ ਨੇ, ਲੋਕੀ ਅਜੇ ਦੇਵਗਨ ਨੂੰ, ਅਕਸ਼ੇ ਕੁਮਾਰ ਨੂੰ, ਕੰਗਨਾ ਰਣੌਤ ਨੂੰ ਜਾਂ ਕਰਨ ਜੌਹਰ, ਇਹਨਾਂ ਲੋਕਾਂ ਨੂੰ ਫੋਲੋ ਕਰਦੇ ਨੇ। ਮੈਂ ਹੈਰਾਨ ਹਾਂ ਕਿ ਜਦੋਂ ਤੁਸੀਂ ਕੋਈ ਫਿਲਮ ਚੂਜ਼ ਕਰਦੇ ਹੋ ਐਜ਼ ਐਨ ਆਰਟਿਸਟ, ਐਜ਼ ਅ ਹੀਰੋ ਜਾਂ ਹੀਰੋਇਨ, ਤੁਸੀਂ ਸਕ੍ਰਿਪਟ ਦੇਖਦੇ ਹੋ ਪੂਰੀ ਦੀ ਪੂਰੀ ਕਿ ਸਕ੍ਰਿਪਟ ਵਿੱਚ ਇਮੋਸ਼ਨਸ ਹੈਗੇ ਨੇ, ਕਿਤੇ ਕਨਫਲਿਕਟ ਹੈਗਾ, ਟੈਨਸ਼ਨ ਖੜੀ ਹੁੰਦੀ ਹੈ, ਕਲਾਈਮੈਕਸ ਇਹਦਾ ਠੀਕ ਪਾਸੇ ਨੂੰ ਜਾ ਰਿਹਾ ਕਿ ਨਹੀਂ ਜਾ ਰਿਹਾ, ਫਿਰ ਉਸ ਸਕ੍ਰਿਪਟ ਨੂੰ ਚੂਜ਼ ਕਰਦੇ ਆ। ਔਰ ਹੀਰੋ ਨੂੰ ਅਕਸਰ ਸੁਣਦੇ ਹਾਂ ਅਸੀਂ, ਉਹ ਕਹਿੰਦੇ ਨੇ ਕਿ ਅਸੀਂ ਸੈਂਕੜੇ ਸਕ੍ਰਿਪਟਾਂ ਸੁਣਦੇ ਹਾਂ, ਫਿਰ ਉਹ ਸਕ੍ਰਿਪਟ ਚੂਜ਼ ਕਰਦੇ ਹਾਂ ਜਿਹਦੇ ਵਿੱਚ ਜ਼ਿੰਦਗੀ ਨਾਲ ਜੁੜੇ ਹੋਏ ਸਾਰੇ ਇਮੋਸ਼ਨਸ ਹੁੰਦੇ ਨੇ। ਮੈਂ ਹੈਰਾਨ ਹਾਂ ਕਿ ਇਹ ਮੋਰਚਾ ਜਿਹੜਾ ਪਿਛਲੇ 9 ਮਹੀਨਿਆਂ ਤੋਂ ਜ਼ਿੰਦਗੀ ਨਾਲ ਜੁੜਿਆ ਹੋਇਆ ਹਰ ਇਮੋਸ਼ਨ ਦਿਖਾ ਰਿਹਾ, ਜ਼ਿੰਦਗੀ ਨਾਲ ਜੁੜੀ ਹੋਈ ਹਰ ਤਰ੍ਹਾਂ ਦਾ ਜਿਹੜਾ ਐਲੀਮੈਂਟ ਹੈ ਉੱਥੇ ਹੈਗਾ। ਉੱਥੇ ਟੱਕਰ ਵੀ ਹੈ, ਉੱਥੇ ਟੈਨਸ਼ਨ ਵੀ ਹੈ, ਕਨਫਲਿਕਟ ਵੀ ਹੈ, ਇਮੋਸ਼ਨਸ ਨੇ, ਕੁਰਬਾਨੀ ਹੈ, ਮਾਵਾਂ ਭੈਣਾਂ ਧੀਆਂ ਬੱਚੀਆਂ ਠੰਡ 'ਚ ਬੈਠੀਆਂ ਨੇ, ਉਹ 'ਚ ਸ਼ਹਾਦਤਾਂ ਵੀ ਹੋ ਰਹੀਆਂ, ਕਿਸੇ ਤਰ੍ਹਾਂ ਦੇ ਮੋੜ ਵੀ ਆ ਰਹੇ ਨੇ। ਉਹ ਤੁਹਾਨੂੰ ਫੇਕ ਕਿਵੇਂ ਲੱਗ ਰਿਹਾ? ਤੁਹਾਨੂੰ ਕਿਵੇਂ ਉਹ ਫਾਰਮਰ ਪ੍ਰੋਟੈਸਟ ਜੈਨੂਅਨ ਨਹੀਂ ਲੱਗ ਰਿਹਾ? ਤੁਹਾਨੂੰ ਪੂਰਾ ਹੱਕ ਹੈ, ਤੁਸੀਂ ਉਸ ਦੇ ਖਿਲਾਫ ਬੋਲ ਸਕਦੇ ਹੋ। ਜੇ ਬੋਲਣਾ ਸੀ ਉਸ ਦੇ ਖਿਲਾਫ ਤਾਂ ਅੱਜ ਤੋਂ 3 ਮਹੀਨੇ ਪਹਿਲਾਂ ਬੋਲ ਦਿੰਦੇ, ਤੁਸੀਂ 2 ਮਹੀਨੇ ਪਹਿਲਾਂ ਬੋਲ ਦਿੰਦੇ। ਤੁਸੀਂ ਇੱਕ ਭੇਡ ਚਾਲ ਵਿੱਚ ਜਾ ਕੇ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ? ਮੈਂ ਇਸ ਗੱਲ ਦੇ ਉੱਤੇ ਬਹੁਤ ਦਿਨਾਂ ਤੋਂ ਸੋਚ ਰਿਹਾ ਕਿ ਸਾਡੇ ਢਾਡੀ ਜਦੋਂ ਵਾਰ ਗਾਉਂਦੇ ਸੀ, ਜਦੋਂ ਸਾਡੇ ਗਾਇਕ ਜਦੋਂ ਸਟੇਜ ਤੋਂ ਕੋਈ ਜੋਸ਼ੀਲੀ ਗਾਇਕੀ ਪੇਸ਼ ਕਰਦੇ ਸੀ ਤਾਂ ਕਈ ਵਾਰੀ ਇਸ ਤਰ੍ਹਾਂ ਦਾ ਦ੍ਰਿਸ਼ ਖੜਾ ਕਰਦੇ ਸੀ ਕਿ ਪੁੱਤ ਜਾ ਰਿਹਾ ਜੰਗ ਦੇ ਵਿੱਚ, ਮਾਂ ਉਹਦੇ ਸ਼ਗਨ ਕਰ ਰਹੀ ਹੈ ਔਰ ਕਹਿੰਦੀ ਹੈ ਕਿ ਤੇਰੇ ਦੇ ਉੱਤੇ ਤੇਰੀ ਮਿੱਟੀ ਦਾ ਕਰਜ਼ ਹੈ ਪੁੱਤ, ਤੂੰ ਇਹ ਧਰਤੀ ਮਾਂ ਦਾ ਕਰਜ਼ ਉਤਾਰਨਾ ਭਾਵੇਂ ਤੂੰ ਸ਼ਹੀਦ ਹੋ ਜੀ। ਐਵੇਂ ਇੱਕ ਨਵ-ਵਿਵਾਹਿਤ ਦੁਲਹਨ ਹੈ, ਉਹ ਆਪਣੇ ਪਤੀ ਨੂੰ ਕਹਿ ਰਹੀ ਤੁਸੀਂ ਜਾਓ ਦੇਸ਼ ਦੀ ਖਾਤਰ ਜਾਓ। ਤੇ ਅਸੀਂ ਲੋਕੀ ਇਹ ਕਹਿੰਦੇ ਹੁੰਦੇ ਸੀ ਕਿ ਇਹ ਅਤ ਕਥਨੀ ਹੈ, ਅਸੀਂ ਕਹਿੰਦੇ ਦਿਸ ਇਜ਼ ਨਾਟ ਡਨ, ਕਿ ਇਹ ਨਾ ਜ਼ਿੰਦਗੀ ਦੇ ਨੇੜੇ ਨਹੀਂ ਹੈ, ਇਹ ਗੱਲਾਂ ਨਾ ਵਧਾ ਚੜਾ ਕੇ ਪੇਸ਼ ਹੋ ਰਹੀਆਂ। ਅਸੀਂ ਇਹ ਕਹਿੰਦੇ ਸੀ ਕਿ ਮਾਂ ਇਦਾਂ ਕਿੱਦਾਂ ਕਹਿ ਸਕਦੀ ਹੈ? ਅੱਜ ਇਸ ਮੋਰਚੇ ਦੇ ਵਿੱਚ ਸੱਚੀ ਮੁੱਚੀ ਮਾਵਾਂ ਕਹਿ ਰਹੀਆਂ ਨੇ, ਇੱਕ ਮਾਂ ਇਹ ਕਹਿ ਰਹੀ ਹੈ ਕਿ ਸਾਡਾ ਪੁੱਤ ਗਿਆ ਸੀ, ਸਾਡਾ ਪੁੱਤ ਉੱਥੇ ਸ਼ਹੀਦ ਹੋ ਗਿਆ, ਮਰ ਗਿਆ, ਪਰ ਸਾਡੇ ਪੁੱਤ ਦਾ ਟਰੈਕਟਰ ਜਿਹੜਾ ਉਹ ਚਲਾਉਂਦਾ ਸੀ ਹਾਲੇ ਵੀ ਮੋਰਚੇ 'ਚ ਹੈ, ਉਹ ਮੇਰੇ ਪੁੱਤ ਦੀ ਜਗ੍ਹਾ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ। ਇਸ ਤੋਂ ਵੱਡੇ ਇਮੋਸ਼ਨਸ ਅਜੇ ਦੇਵਗਨ, ਅਕਸ਼ੇ ਕੁਮਾਰ ਹੋਰਾਂ ਨੂੰ ਨਜ਼ਰ ਕਿੱਥੋਂ ਆਉਣੇ ਨੇ? ਨਵੇਂ ਮੁੰਡਾ 3 ਮਹੀਨੇ ਪਹਿਲਾਂ ਉਹਦਾ ਵਿਆਹ ਹੋਇਆ ਸੀ, ਉਹਦੀ ਘਰ ਨੇ ਸ਼ਗਨ ਕਰਕੇ ਉਹਨੂੰ ਭੇਜਿਆ ਕਿ ਜਾ ਪੁੱਤ ਤੂੰ ਉੱਥੇ ਜਾ। 16 ਸਾਲ ਦੇ ਮੁੰਡਿਆਂ ਨੂੰ ਭੇਜ ਰਹੇ ਨੇ। ਇਹੋ ਜਿਹੀਆਂ ਕੁੜੀਆਂ 18 20 ਸਾਲ ਦੀਆਂ ਕੁੜੀਆਂ ਜਿਹੜੀਆਂ ਯੰਗ ਨੇ, ਜਿਨ੍ਹਾਂ ਬਾਰੇ ਅਸੀਂ ਇਹ ਸੋਚਦੇ ਸੀ ਵੀ ਯੰਗ ਕੁੜੀ ਜੇ ਬਾਹਰ ਨਿਕਲੂਗੀ, ਰਾਤ ਬਾਹਰ ਕੱਟੂਗੀ ਤਾਂ ਪਤਾ ਨਹੀਂ ਕੀ ਹੋ ਜਾਣਾ, ਉਹ ਪੂਰੇ ਸ਼ਾਨੋ ਸ਼ੌਕਤ ਨਾਲ ਪੱਗਾਂ ਬੰਨ੍ਹ ਕੇ ਉੱਥੇ ਤੁਰੀਆਂ ਫਿਰਦੀਆਂ। ਮਤਲਬ ਜ਼ਿੰਦਗੀ ਦਾ ਕਿਹੜਾ ਐਲੀਮੈਂਟ ਹੈ ਜਿਹੜਾ ਉੱਥੇ ਨਹੀਂ ਨਜ਼ਰ ਆ ਰਿਹਾ, ਜਿਹਨੂੰ ਅਸੀਂ ਕਦੇ ਰੈਟਰਿਕਸ ਦੇ ਖਾਤੇ ਵਿੱਚ ਪਾ ਦਿੰਦੇ ਹੁੰਦੇ ਸੀ ਕਿ ਇਹ ਤਾਂ ਰੈਟਰਿਕਸ ਹੈ ਯਾਰ, ਇਦਾਂ ਨਹੀਂ ਹੋ ਸਕਦਾ ਹੈ ਨਾ। ਉਹ ਸਾਰਾ ਕੁਝ ਜ਼ਿੰਦਗੀ ਨਾਲ ਸੰਬੰਧਿਤ ਵਾਪਰ ਰਿਹਾ। ਇਹਦਾ ਮਤਲਬ ਹੈ ਕਿ ਇਹ ਮੋਰਚਾ ਆਮ ਨਹੀਂ ਹੈ। ਜੋ ਕੁਝ ਸਾਨੂੰ ਕੱਲ ਤੱਕ ਗਾਇਕਾਂ ਜਾਂ ਢਾਡੀਆਂ ਦੇ ਮੂੰਹੋਂ ਕਿਤੇ ਹਜ਼ਮ ਕਰਨ 'ਚ ਤਕਲੀਫ ਹੁੰਦੀ ਸੀ ਵੀ ਇੱਦਾਂ ਕਿੱਦਾਂ ਹੋ ਸਕਦਾ, ਉਹ ਸਭ ਹੋ ਰਿਹਾ। ਇਹਦਾ ਮਤਲਬ ਇਹ ਮੋਰਚਾ ਬਹੁਤ ਖਾਸ ਹੈ, ਜ਼ਿੰਦਗੀ ਨਾਲ ਜੁੜਿਆ ਹੋਇਆ, ਕਿਸਾਨਾਂ ਨੂੰ ਲੱਗ ਰਿਹਾ, ਸੱਚੀ ਮੁੱਚੀ ਲੱਗ ਰਿਹਾ ਕਿ ਸਾਡੀ ਹੋਂਦ ਨੂੰ ਖਤਰਾ ਪੈਦਾ ਹੋਇਆ। ਤੇ ਉਹਦੇ ਬਾਰੇ ਸਮਾਜ ਦਾ ਉਹ ਵਰਗ ਜਿਹਨੂੰ ਅਸੀਂ ਚੇਤਨ ਵਰਗ ਕਹਿੰਦੇ ਆ, ਸੈਂਸੀਬਲ ਸੈਂਸਿਟਿਵ ਵਰਗ ਕਹਿੰਦੇ ਆ, ਸੰਵੇਦਨਸ਼ੀਲ, ਆਪਾਂ ਕਹਿੰਦੇ ਆਰਟਿਸਟ ਕਿਸੇ ਦੇ ਕੰਡਾ ਵਿੱਚੋਂ ਵਧਾ ਆਰਟਿਸਟ ਨੂੰ ਤਕਲੀਫ ਹੁੰਦੀ ਆ, ਆਰਟਿਸਟ ਦੇ ਅੱਖਾਂ ਝੱਟ ਹੱਥਰੂ ਆ ਜਾਂਦੇ ਆ, ਉਹ ਆਰਟਿਸਟ ਇਸ ਤਰ੍ਹਾਂ ਕਿਸ ਤਰ੍ਹਾਂ ਸੋਚ ਸਕਦੇ ਨੇ? ਫਿਰ ਦੂਸਰੀ ਗੱਲ ਜਿਹੜੀ ਇਹ ਪਲੀਜ਼ ਦਿੰਦੇ ਨੇ ਕਿ ਸਾਡਾ ਅੰਦਰੂਨੀ ਮਾਮਲਾ ਹੈ, ਮੈਂ ਕਹਿੰਦਾ ਇਹ ਸੱਚ ਬੋਲ ਰਹੇ ਨੇ, ਇਹ ਸੱਚੀ ਮੁੱਚੀ ਅੰਦਰੂਨੀ ਮਾਮਲਾ ਹੈ। ਅੰਦਰੂਨੀ ਮਾਮਲਾ ਉਹ ਹੈ ਜਿਹੜਾ ਅੰਦਰ ਹਾਲ 'ਚ ਬੈਠ ਕੇ ਨਾ, ਰੂਮ 'ਚ ਬੈਠ ਕੇ ਜਿਹੜਾ ਮਾਮਲਾ ਤੈਅ ਹੋਇਆ ਹੋਵੇ ਨਾ, ਉਹ ਅੰਦਰੂਨੀ ਮਾਮਲਾ ਇਹਨਾਂ ਦਾ ਉਹ ਹੋ ਰਿਹਾ। ਅਦਰਵਾਈਜ਼ ਤਾਂ ਵੀ ਆਰ ਲਿਵਿੰਗ ਇਨ ਵਰਲਡ ਜਿੱਥੇ ਅਸੀਂ ਕਹਿੰਦੇ ਗਲੋਬਲ ਹੋ ਗਏ ਆ, ਸਾਡਾ ਇੱਕ ਪੂਰਾ ਗਲੋਬਲ ਪਿੰਡ ਬਣ ਗਿਆ ਹੋਇਆ। ਉੱਥੇ ਇਦਾਂ ਕਿੱਦਾਂ ਹੋ ਸਕਦਾ ਕਿ ਸਾਡੇ ਗੁਆਂਢ ਦੇ ਵਿੱਚ ਕੁਝ ਹੋ ਰਿਹਾ ਹੋਵੇ, ਸਾਨੂੰ ਤਕਲੀਫ ਨਾ ਹੋਵੇ? ਭਾਈ ਜਦੋਂ ਪਾਕਿਸਤਾਨ ਦੇ ਵਿੱਚ ਤਾਂ ਮਾੜੇ ਜਿਹੇ 2 ਬੰਦਿਆਂ ਦੇ ਵੀ ਸੱਟ ਲੱਗ ਜਾਂਦੀ ਹੈ, ਉਦੋਂ ਤਾਂ ਇਹਨਾਂ ਸਾਰਿਆਂ ਨੂੰ ਤਕਲੀਫ ਹੋ ਜਾਂਦੀ ਹੈ ਕਿ ਦੇਖੋ ਪਾਕਿਸਤਾਨ ਦੀ ਸਰਕਾਰ ਸੰਭਾਲ ਨਹੀਂ ਪਾ ਰਹੀ। ਇੱਥੇ ਤੁਸੀਂ ਬਿਲਕੁਲ ਹੀ ਜਿਹੜਾ ਤੁਹਾਡੇ ਨੱਕ ਦੇ ਹੇਠਾਂ ਸਭ ਕੁਝ ਹੋ ਰਿਹਾ ਉਹ ਤੁਹਾਨੂੰ ਨਜ਼ਰ ਨਹੀਂ ਆ ਰਿਹਾ, ਅਮਰੀਕਾ ਦੇ ਕਿਸੇ ਬੰਦੇ ਨੂੰ ਨਜ਼ਰ ਆ ਰਿਹਾ। ਮਤਲਬ ਐਂ ਲੱਗਦਾ ਕਿ ਇਹ ਸਭ ਕੁਝ ਨੇ ਹਮਾਮ 'ਚ ਸਾਰਿਆਂ ਨੂੰ ਨੰਗੇ ਕਰਤਾ, ਪਤਾ ਲੱਗ ਗਿਆ ਲੋਕਾਂ ਨੂੰ। ਹੁਣ ਡਿਪੈਂਡ ਲੋਕਾਂ ਤੇ ਕਰਦਾ, ਹੁਣ ਲੋਕਾਂ ਦੀ ਸੋਚ ਤੇ ਮੈਂ ਥੋੜਾ ਜਿਹਾ ਚੈਲੰਜ ਕਰਦਾ ਕਿ ਜਦੋਂ ਇਹ ਸਾਰਾ ਕੁਝ ਮੋਰਚਾ ਜਿੱਤ ਕੇ ਅਸੀਂ ਵਾਪਸ ਮੁੜ ਜਾਵਾਂਗੇ, ਕੀ ਤੁਸੀਂ ਇਸ ਆਪਣੀ ਸੋਚ ਨੂੰ ਮੇਨਟੇਨ ਕਰਕੇ ਰੱਖੋਗੇ ਸਾਰਿਆਂ ਪ੍ਰਤੀ, ਅਦਾਕਾਰਾਂ ਪ੍ਰਤੀ ਵੀ, ਗਾਇਕਾਂ ਪ੍ਰਤੀ ਵੀ, ਪੋਲੀਟੀਸ਼ੀਅਨਸ ਪ੍ਰਤੀ ਵੀ, ਸਮਾਜ ਸੇਵੀਆਂ ਪ੍ਰਤੀ ਵੀ, ਧਾਰਮਿਕ ਬੰਦਿਆਂ ਪ੍ਰਤੀ ਵੀ, ਆਗੂਆਂ ਪ੍ਰਤੀ ਵੀ? ਕੀ ਤੁਸੀਂ ਇਸੇ ਤਰ੍ਹਾਂ ਦੀ ਚੇਤਨ ਰੱਖੋਗੇ, ਰਹੋਗੇ? ਫਿਰ ਇੱਕ ਸਾਡੀ ਕਾਮਯਾਬੀ, ਕਿਉਂਕਿ ਇਹ ਸੰਘਰਸ਼ ਨਿਚੋੜ ਦੇਗਾ ਤੁਹਾਨੂੰ, ਉਹ ਨਿਚੋੜ ਤੁਹਾਡੇ ਸਾਹਮਣੇ ਪੇਸ਼ ਕਰੇਗਾ ਕਿ ਕੌਣ ਤੁਹਾਡੇ ਚੰਗੇ ਮਾੜੇ ਸਮੇਂ ਦੇ ਵਿੱਚ ਖੜਿਆ ਰਿਹਾ, ਸਿਰਫ ਤੁਹਾਡੇ ਲਈ ਨਹੀਂ, ਸਮਾਜ ਦੇ ਲਈ। ਜੋ ਚੰਗਾ ਹੋ ਰਿਹਾ ਮਾੜਾ ਹੋ ਰਿਹਾ ਉਹਦੇ ਲਈ ਕੌਣ ਚੇਤਨ ਹੈ ਤੇ ਕੌਣ ਵਾਕਈ ਰੀਅਲ ਹੀਰੋ ਦੀ ਤਰ੍ਹਾਂ ਖੜਿਆ, ਇਹ ਸਵਾਲ
ਨਾਲ ਜ਼ਰੂਰ ਖੜੇ ਹੋਣਗੇ। ਬਿਲਕੁਲ ਚਾਲ ਸਾਹਿਬ, ਨਹੀਂ, ਹਾਂ। ਹਾਂ ਚਾਲ ਸਾਹਿਬ ਇੱਕ ਮਿੰਟ, ਮੈਂ ਚਾਲ ਸਾਹਿਬ ਇੱਕ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਕਈ ਵਾਰੀ ਕੋਈ ਮਜਬੂਰੀ ਵੀ ਹੋ ਜਾਂਦੀ ਹੈ, ਜਿਵੇਂ ਟਵੀਟ ਚੱਲੇ ਨੇ, ਮੈਂ ਆਪਣੀ ਦੇਸ਼ ਭਗਤੀ ਤਾਂ ਹੀ ਕਾਇਮ ਕਰ ਸਕਦਾ, ਮੈਂ ਆਪਣੀ ਦੇਸ਼ ਭਗਤੀ ਤਾਂ ਹੀ ਦਿਖਾ ਸਕਦਾ ਜੇ ਫਲਾਣੇ ਨੇ ਟਵੀਟ ਕੀਤਾ, ਜੇ ਮੈਂ ਨਾ ਕੀਤਾ ਤਾਂ ਉਹਨਾਂ ਨੇ ਕਹਿਣਾ ਵੀ ਇਹ ਤਾਂ ਦੇਸ਼ ਭਗਤ ਹੈ ਹੀ ਨਹੀਂ, ਇਹਨੂੰ ਤਾਂ ਦੇਸ਼ ਨਾਲ ਪਿਆਰ ਹੀ ਨਹੀਂ ਹੈ। ਇੱਕ ਮਜਬੂਰੀ ਵੀ ਬਣ ਜਾਂਦੀ ਹੈ ਕਿ ਤੁਹਾਨੂੰ ਉਹ ਟਵੀਟ ਕਰਨਾ ਹੀ ਪਏਗਾ। ਦੇਖੋ ਜੀ, ਇਹ ਤਾਂ ਹਰ ਇੱਕ ਦੇ ਆਪਾਂ ਜਿਵੇਂ ਸਾਰੇ ਡਿਸਕਸ ਕਰ ਰਹੇ ਹਾਂ ਵੀ ਕੈਰੈਕਟਰਸ ਨੇ ਆਪਣੇ ਨੋ ਡਾਊਟ ਇਦਾਂ ਵੀ ਚੀਜ਼ਾਂ ਹੁੰਦੀਆਂ ਹੈਗੀਆਂ ਨੇ ਜੀ, ਪਰ ਜਿਹੜੀ ਇਹ ਸਾਰੀ ਚੀਜ਼ਾਂ ਹੋ ਰਹੀਆਂ ਉਹ ਵਾਕਈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਇਹ ਤਾਂ ਰਚੀ ਰਚਾਈ ਇੱਕ ਸਕ੍ਰਿਪਟ ਹੈਗੀ ਆ, ਸੋ ਕਿਸੇ ਹੋਰ ਨੇ ਲਿਖੀ ਆ, ਸਾਰੇ ਬਸ ਉਹਦੇ ਭੇਡ ਚਾਲ ਦੇ ਵਿੱਚ ਚੱਲੀ ਜਾ ਰਹੇ ਨੇ। ਪਰ ਜੇ ਇੱਥੇ ਆਪਣਾ ਕਿਰਦਾਰ ਹਰ ਇੱਕ ਨੂੰ ਉੱਚਾ ਰੱਖਣਾ ਚਾਹੀਦਾ ਹੈਗਾ। ਤੁਹਾਡਾ ਆਪਣਾ ਦੇਸ਼ ਹੈਗਾ, ਜਿੱਥੇ ਹੁਣ ਖੈਰ ਸਾਰੇ ਵੀਰਾਂ ਨੇ ਸਾਹਿਬ ਰਵਿੰਦਰ ਬਾਈ ਜੀ ਸਾਰੀਆਂ ਚੀਜ਼ਾਂ ਉਹਨਾਂ ਨੇ ਕਲੀਅਰ ਕਰ ਹੀ ਦਿੱਤੀਆਂ ਹੈਗੀਆਂ। ਸੋ ਹਰ ਇੱਕ ਨੂੰ ਪਤਾ ਜੀ ਆਪਣਾ ਕਿਸ ਲੈਵਲ ਦੇ ਉੱਤੇ ਆਪਣਾ ਇਹ ਅੰਦੋਲਨ ਜਾ ਚੁੱਕਿਆ ਹੈਗਾ। ਸੋ ਇਹਦੇ ਵਿੱਚ ਸਸਤੀ ਪਬਲਿਸਿਟੀ ਦੇ ਲਈ ਜਾਂ ਐਵੇਂ ਗਵਰਨਮੈਂਟ ਤਾਂ ਆਪਣੇ ਪ੍ਰੋਪੇਗੈਂਡਾ ਕਰ ਹੀ ਰਹੀ ਹੈ ਜੀ, ਉਹਨਾਂ ਨੇ ਹਰ ਇੱਕ ਹਥਿਆਰ ਯੂਜ਼ ਕਰ ਲਿਆ। ਆਪਣਾ ਜਿਹੜਾ 26 ਜਨਵਰੀ ਦਾ ਇਵੈਂਟ ਹੋਇਆ ਸੀ ਉਹਦੇ ਵਿੱਚ ਉਹਨਾਂ ਨੇ ਧਾਰਮਿਕ ਚੀਜ਼ਾਂ ਵੀ ਅੰਦਰ ਪਾ ਕੇ ਆਪਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਉਹ ਕਰ ਲਿਆ। ਹੁਣ ਜਦੋਂ ਇੰਟਰਨੈਸ਼ਨਲ ਜਿਹੜੇ ਸੈਲੀਬ੍ਰਿਟੀਜ਼ ਹੈਗੀਆਂ ਨੇ ਉਹ ਆਪਣੇ ਵਿਚਾਰ ਰੱਖ ਰਹੇ ਨੇ, ਤਾਂ ਉਹ ਤੋਂ ਬਾਅਦ ਹੁਣ ਇਹ ਜਿਵੇਂ ਗੱਲ ਤੁਸੀਂ ਪਹਿਲਾਂ ਕੀਤੀ ਸੀ ਵੀ ਇਹਨਾਂ ਦਾ ਇੰਪੈਕਟ ਪੈਂਦਾ ਹੈ, ਜਿੰਨੇ ਵੀ ਆਪਣੇ ਵੱਡੇ ਸੈਲੀਬ੍ਰਿਟੀਜ਼ ਕੋਈ ਟਵੀਟ ਕਰਦੇ ਹੈਗੇ ਨੇ। ਹੁਣ ਜਿੰਨੇ ਵੀ ਆਪਣੇ ਇੰਡੀਅਨ ਸੈਲਬਸ ਨੇ, ਚਾਹੇ ਉਹ ਆਪਣੇ ਫਿਲਮੀ ਕਿੱਤੇ ਨਾਲ ਸੰਬੰਧ ਰੱਖਦੇ ਆ ਜਾਂ ਸਪੋਰਟਸ ਨਾਲ ਨੇ, 100% ਮੈਂ ਮੰਨਦਾ ਜੀ, ਕਿਉਂਕਿ ਉਹਨਾਂ ਦਾ ਇੱਕ ਵਰਗ ਹੁੰਦਾ ਹੈ ਨਾ ਜੀ। ਸੋ ਸਰਕਾਰ ਨੂੰ ਹੁਣ ਇਹ ਲੱਗਦਾ ਵੀ ਜਦੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਪੋਰਟ ਮਿਲ ਰਹੀ ਹੈ ਤਾਂ ਉਹਨੂੰ ਆਪਾਂ ਇਸੇ ਤਰੀਕੇ ਨਾਲ ਕੱਟੀਏ, ਉਹਨੂੰ ਆਪਣਾ ਦੂਜਾ ਹੱਥ ਕੀਤਾ ਜਾ ਰਹੀ ਆ ਵੀ ਉਹਨਾਂ ਨੇ ਸਪੋਰਟ ਦਿੱਤੀ ਹੈ ਤਾਂ ਹੁਣ ਜਿਹੜੇ ਇੱਥੋਂ ਦੇ ਚਿਹਰੇ ਨੇ ਉਹਨਾਂ ਤੋਂ ਆਪਾਂ ਟਵੀਟ ਕਰਵਾ ਦਈਏ ਤਾਂ ਕਿ ਲੋਕਾਂ ਦੇ ਵਿੱਚ ਇਹ ਭਰਮ ਨਾ ਰਹੇ ਵੀ ਹਾਂਜੀ, ਕਿਉਂਕਿ ਜਿਵੇਂ ਪਹਿਲਾਂ ਵੀ ਤੁਸੀਂ ਜ਼ਿਕਰ ਕੀਤਾ ਸੀ ਵੀ ਇਹਦੇ ਨਾਲ ਫਰਕ ਪੈਂਦਾ ਕਿ ਨਹੀਂ। ਮੈਂ ਬੰਬੇ ਸੀਗਾ ਪਿੱਛੇ ਜੀ, ਉੱਥੇ ਆਮ ਜਨਤਾ ਦੇ ਵਿੱਚ ਜਿਹੜੇ ਪੰਜਾਬੀ ਨਹੀਂ ਹੈਗੇ ਜਾਂ ਜ਼ਿਆਦਾ ਇੱਧਰ ਫੋਲੋ ਨਹੀਂ ਕਰ ਰਹੇ, ਕਿਉਂਕਿ ਨੈਸ਼ਨਲ ਮੀਡੀਆ ਦੇ ਉੱਤੇ ਆਪਣੀ ਇਸ ਅੰਦੋਲਨ ਦੀ ਇਮੇਜ ਜ਼ਿਆਦਾ ਚੰਗੀ ਨਹੀਂ ਦਿਖਾਈ ਜਾ ਰਹੀ ਹੈ ਨਾ। ਸੋ ਉਹ ਦੂਜੇ ਪਾਸੇ ਨਹੀਂ ਦੇਖ ਰਹੇ ਜਿਹੜਾ ਇਹਦਾ ਅਸਲੀ ਪੱਖ ਹੈਗਾ, ਤਾਂ ਉੱਥੇ ਉਹਨਾਂ ਨੂੰ ਚੀਜ਼ਾਂ ਦਾ ਪਤਾ ਹੀ ਨਹੀਂ। ਸੋ ਸ਼ਾਇਦ ਉੱਥੇ ਜਿਹੜੇ ਇਹ ਸਿਤਾਰੇ ਨੇ, ਆਪਣਾ ਕੋਈ ਕ੍ਰਿਕਟਰ ਹੈ ਜਾਂ ਜੋ ਵੀ ਹੈਗਾ, ਇਹ ਟਵੀਟ ਕਰ ਰਹੇ ਨੇ, ਤਾਂ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਕਿ ਵਾਕਈ ਯਾਰ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ। ਸੋ ਗਲਤ ਗੱਲ ਹੈ ਜੀ, ਪਰ ਸੱਚਾਈ ਹੈ ਸਾਡੇ ਅੰਦੋਲਨ ਦੇ ਵਿੱਚ। ਹਰ ਇੱਕ ਲੋਕਾਂ ਨੂੰ, ਆਪਣੇ ਇੱਕ ਇੰਡੀਅਨ ਨੂੰ ਮੈਨੂੰ ਲੱਗਦਾ ਪਤਾ ਹੈਗਾ। ਸੋ ਸਰਕਾਰ ਜਿੰਨੇ ਵੀ ਇਹ ਸਸਤੇ ਹਥਕੰਡੇ ਅਪਣਾ ਲਏ ਹੈ ਨਾ ਜੀ, ਤਾਂ ਆਪਣਾ ਅੰਦੋਲਨ ਜਿਹੜਾ ਹੈਗਾ ਆਪਾਂ ਜਿੱਤ ਕੇ ਆਵਾਂਗੇ। ਹਰ ਇੱਕ ਲੋਕਾਂ ਨੂੰ ਸੱਚਾਈ ਪਤਾ ਤੇ ਹਰ ਇੱਕ ਦੇ ਕਿਰਦਾਰ ਨਿਕਲ ਕੇ ਆ ਰਹੇ ਨੇ। ਠੀਕ ਹੈ ਚਾਲ ਸਾਹਿਬ, ਇੱਕ ਸਵਾਲ ਮੈਂ ਤੁਹਾਡੇ ਤੋਂ ਹੋਰ ਲੈਣਾ ਚਾਹੁੰਦਾ। ਚਾਲ ਸਾਹਿਬ ਇੱਕ ਸਵਾਲ, ਜਿਵੇਂ ਤੁਸੀਂ ਕਿਹਾ ਕਿ ਇੱਕ ਲੌਬੀ ਬਣੀ ਹੁੰਦੀ ਹੈ, ਉਹ ਲੌਬੀ ਦੇ ਵਿੱਚ ਮਜਬੂਰੀ ਵੀ ਬਣ ਜਾਂਦੀ ਹੈ। ਤੁਸੀਂ ਵੀ ਹੁਣ ਬਾਲੀਵੁੱਡ ਅਦਾਕਾਰ ਹੈਗੇ ਹੋ, ਤੁਹਾਡਾ ਵੀ ਮੁੰਬਈ ਆਣਾ ਜਾਣਾ ਰਹਿੰਦਾ, ਪਰ ਤੁਹਾਨੂੰ ਨਹੀਂ ਇੱਦਾਂ ਲੱਗਦਾ ਕਿ ਜੇ ਅੱਜ ਤੁਸੀਂ ਅੱਗੇ ਆਏ ਹੋ, ਤੁਸੀਂ ਸੰਘਰਸ਼ ਦਾ ਹਿੱਸਾ ਵੀ ਬਣੇ ਹੋ, ਅੱਜ ਤੁਸੀਂ ਲਾਈਵ ਵੀ ਜੁੜੇ ਹੋਏ ਹੋ, ਜੇਕਰ ਤੁਸੀਂ ਇੱਦਾਂ ਦੀ ਕੋਈ ਸਟੇਟਮੈਂਟ ਦਿੰਦੇ ਹੋ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਕੰਮ ਨੂੰ ਵੀ ਲੱਤ ਵੱਜ ਸਕਦੀ ਹੈ ਬਾਲੀਵੁੱਡ ਤੋਂ? ਚੀਜ਼ਾਂ ਹੋਈਆਂ, ਮੇਰੇ ਨਾਲ ਹੋ ਚੁੱਕੀਆਂ। ਆਪਣੇ ਇੱਕ ਮੈਂ ਖੈਰ ਜੇ ਉਹ ਦੇਖਣਗੇ ਤਾਂ ਸਮਝ ਜਾਣਗੇ। ਮੇਰਾ ਨੈਕਸਟ ਪ੍ਰੋਜੈਕਟ ਸੀਗਾ, ਤਾਂ ਉਹਦੇ ਵਿੱਚ ਜਿਹੜੀ ਫੰਡਿੰਗ ਸੀਗੀ ਜਾਂ ਕੁਝ ਵੀ ਉਹਦੇ ਵਿੱਚ ਜਿਹੜੇ ਬੰਦੇ ਜੁੜੇ ਹੋਏ ਸੀਗੇ ਗਵਰਨਮੈਂਟ ਵੱਲੋਂ ਜਾਂ ਕੁਝ ਸੀਗੇ, ਤਾਂ ਉਹਨਾਂ ਨੇ ਮੈਨੂੰ ਉੱਥੇ ਹੁਣ ਡਾਇਰੈਕਟਲੀ ਤਾਂ ਕਿਹਾ ਨਹੀਂ ਹੈਗਾ। ਤਾਂ ਉਹ ਕਹਿੰਦੇ ਕਿ यार कौन से चक्करों में तुम पड़े हुए हो, है ना, कि अपना फिल्मी करियर है, ना तुम किसान हो, ना मुझे लगता है कि तुम्हारा कोई अपना रिश्तेदार इस वक्त या तुम्हारा परिवार का कोई किसानी कर रहा होगा, छोड़ो ना इन चीज़ों को, है ना, फालतू का ऐसा, तो अपने करियर के ऊपर ध्यान दो, कहीं ऐसा ना हो कि उनका साथ देते देते आप इससे भी हाथ धो बैठो। सो इनडायरेक्टली कुछ ही गल्लां होईयां, ਤਾਂ ਮੈਂ ਇਹੀ ਉਹਨਾਂ ਨੂੰ ਗੱਲ ਕੀਤੀ ਸੀ। ਮੈਂ ਕਿਹਾ ਸਰ ਦੇਖੋ ਜੀ, ਮੈਂ ਇੱਥੇ ਗੱਲ ਸਿਰਫ ਇਨਸਾਨੀਅਤ ਦੀ ਕਰ ਰਿਹਾ। ਮੈਂ ਕਿਹਾ ਤੁਸੀਂ ਇਹ ਗੱਲਾਂ ਛੱਡ ਦਿਓ, ਜੇ ਆਪਾਂ ਇੱਕ ਵੈਸੇ ਮੈਂ ਉਹਨਾਂ ਨੂੰ ਸਮਝਾਉਣ ਦੀ ਗੱਲ ਕੀਤੀ ਵੀ ਗਲਤ ਅਸੀਂ ਕਿੱਥੇ ਹੈਗੇ, ਤੁਸੀਂ ਪਹਿਲਾਂ ਮੈਂ ਕਿਹਾ ਮੈਨੂੰ ਇਹ ਦੱਸੋ। ਉਹਨਾਂ ਨੂੰ ਇਹ ਚੀਜ਼ਾਂ ਪਤਾ ਹੀ ਨਹੀਂ ਹੈਗੀਆਂ ਐਕਚੁਅਲੀ ਕੀ ਲਾਜ਼ ਹੈਗੇ ਨੇ, ਉਹਦਾ ਕੀ ਬੈਡ ਇੰਪੈਕਟ ਹੈਗੇ, ਕਿਉਂ ਆਪਾਂ ਇਹ ਸਾਰਾ ਅੰਦੋਲਨ ਕਰ ਰਹੇ ਹਾਂ। ਬਸ ਉਹੀ ਹੈ ਸੁਣੀਆਂ ਸੁਣਾਈਆਂ ਗੱਲਾਂ ਜਿਹੜੀਆਂ ਮੀਡੀਆ ਦੇ ਉੱਤੇ ਸੁਣਦੇ ਨੇ, ਜਿਹੜਾ ਕਿ ਜ਼ਬਰਦਸਤੀ ਚੀਜ਼ਾਂ ਦਿਖਾਈਆਂ ਜਾ ਰਹੀਆਂ, ਜਿਵੇਂ ਹੁਣ ਟਵੀਟ ਦਾ ਦੌਰ ਚੱਲ ਰਿਹਾ ਹੈ। ਸੋ ਉਹ ਸਰਕਾਰ ਵੱਲੋਂ ਹੀ ਜੀ ਇਹ ਚੀਜ਼ਾਂ ਕੀਤੀਆਂ ਹੋਈਆਂ, ਤੇ ਬਾਕੀ ਜ਼ਮੀਰ ਦੀ ਗੱਲ ਹੁੰਦੀ ਹੈ ਜੀ। ਮੇਰੇ ਜ਼ਮੀਰ ਨੇ ਮੈਨੂੰ ਅਲਾਉ ਨਹੀਂ ਕੀਤਾ ਹੈਗਾ ਕਿ ਮੈਂ ਕੰਮ, ਉਹ ਤਾਂ ਬਾਬਾ ਜੀ ਨੇ ਲਿਖਿਆ ਹੋਇਆ ਜੀ, ਜਿਹੜਾ ਕੰਮ ਤੁਹਾਡੇ ਲਿਖਤਾ ਸੋ ਉਹ ਤੁਹਾਨੂੰ ਮਿਲਣਾ ਹੀ ਹੈ ਜੀ। ਦੁਨੀਆ ਦੀ ਕੋਈ ਮਰਜ਼ੀ
ਤਾਕਤ ਕੋਈ ਮਰਜ਼ੀ ਸ਼ੈ ਜ਼ੋਰ ਲਾ ਲੇ। ਸੋ ਜ਼ਰੂਰ ਕਿਤੇ ਨਾ ਕਿਤੇ ਇੱਕ ਅੱਧਾ % ਆਪਾਂ ਜੀ ਡਗਮਗਾ ਜਾਂਦੇ ਆ, ਪਰ ਨਹੀਂ ਜੀ, ਜੇ ਆਪਣੇ ਕੀ ਕਹਿੰਦੇ ਨੇ ਤੁਸੀਂ ਸੱਚੇ ਹੋ ਜੀ, ਆਪੇ ਵਾਹਿਗੁਰੂ ਜੀ ਨੇ ਬਾਹ ਫੜ ਲੈਣੀ। ਬਹੁਤ ਵਧੀਆ, ਮੈਂ ਵੀ ਉਸੇ ਸੋਚ ਦੇ ਉੱਤੇ ਚੱਲਦਾ ਜੀ, ਰੱਬ ਜੀ ਮੈਂ ਇੱਕ ਮਿੰਟ ਵਾਪਸ ਆਣਾ ਤੁਹਾਡੇ ਕੋਲ ਵੀ ਜੇ ਤੁਸੀਂ ਸੱਚ ਦੀ ਰਾਹ ਤੇ ਹੈਗੇ ਹੋ ਤਾਂ ਤੁਸੀਂ ਜ਼ਰੂਰ। ਠੀਕ ਹੈ ਗਰੇਵਾਲ ਸਾਹਿਬ, ਜਿਹੜਾ ਸਵਾਲ ਮੈਂ ਬਾਲੀਵੁੱਡ ਤੋਂ ਪੁੱਛਿਆ ਉਹੀ ਮੈਂ ਹੁਣ ਤੁਹਾਡੇ ਤੋਂ ਵੀ ਪੁੱਛਾਂਗਾ। ਤੁਹਾਨੂੰ ਨਹੀਂ ਲੱਗਦਾ ਕਿ ਇੱਕ ਮਜਬੂਰੀ ਪੰਜਾਬੀ ਕਲਾਕਾਰਾਂ ਦੀ ਵੀ ਬਣ ਗਈ ਹੈ? ਕਿਉਂਕਿ ਪੰਜਾਬੀ ਕਲਾਕਾਰਾਂ ਦੀ ਆਡੀਅנס ਉਹੀ ਹੈ ਜਿਹੜੀ ਉੱਥੇ ਬੈਠੀ ਹੈ। ਮਜਬੂਰੀ ਸਹਿਤ ਹੀ ਸਹੀ, ਤੁਸੀਂ ਅੰਦਰੋਂ ਭਾਵੇਂ ਕਿਸਾਨੀ ਨਾਲ ਜੁੜੇ ਹੋ, ਦੁੱਖ ਦਰਦ ਨਾਲ ਜੁੜੇ ਹੋ, ਪਰ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਪ੍ਰੈਸ਼ਰ ਤਾਂ ਤੁਹਾਡੇ ਤੇ ਵੀ ਹੈਗਾ, ਤੁਹਾਡੇ ਵਰਗੇ ਕਲਾਕਾਰਾਂ ਤੇ ਵੀ ਹੈਗਾ। ਹੁਣ ਸੁਣਾਈ ਉਹਦੀ ਹੋਊਗੀ ਜਾ ਕੇ ਜਿਹੜਾ ਉੱਥੇ ਹਾਮੀ ਭਰੂਗਾ, ਜੋ ਹੱਕ ਦੇ ਵਿੱਚ ਭੁਗਤੇਗਾ। ਨਹੀਂ ਦੇਖੋ, ਪ੍ਰੈਸ਼ਰ ਇੱਕ ਅਲੱਗ ਚੀਜ਼ ਹੁੰਦੀ ਆ, ਪਰ ਇਹਦੇ ਵਿੱਚ ਜਿਹੜੇ ਤਰੀਕੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਕਿ ਬੰਦਾ ਪ੍ਰੈਸ਼ਰ 'ਚ ਉੱਥੇ ਗਿਆ ਹੋਇਆ ਜਾਂ ਉਹ ਦਿਲੋਂ ਗਏ ਹੋਇਆ, ਹਨਾ। ਅਸੀਂ ਜਾ ਕੇ ਉੱਥੇ ਰੁਕਦੇ ਵੀ ਆ, ਜਿਹੜੇ ਕਈ ਆਰਟਿਸਟ ਉੱਥੇ ਪੱਕਾ ਹੀ ਰਹਿ ਰਹੇ ਆ, ਉਹ ਥੋੜਾ ਪ੍ਰੈਸ਼ਰ ਹੈਗਾ, ਉਹ ਤਾਂ ਜਾ ਕੇ ਸ਼ਕਲ ਦਿਖਾ ਕੇ ਸਟੇਜ ਤੇ ਵਾਪਸ ਆ ਜਾਓ, ਫਿਰ ਨਾ ਜਾਓ ਦੁਬਾਰਾ। ਪਰ ਮੈਨੂੰ ਲੱਗਦਾ ਕਿ ਇਹ ਜਿਹੜੀ ਆਪਾਂ ਇਹਨਾਂ ਦੀ ਵੀ ਗੱਲ ਕਰਦੇ ਆ, ਇਹਨਾਂ ਦੇ ਤਾਂ ਕੰਟਰੈਕਟ ਹੋਏ ਆ, ਜਿਹੜੇ ਟਵਿੱਟਰ ਇਹ ਆਪ ਵੀ ਨਹੀਂ ਕਰ ਰਹੇ, ਇਹਨਾਂ ਦੇ ਹੱਥ ਵੱਡੇ ਹੋਏ ਆ, ਹਨਾ। ਉਹ ਮੈਂ ਅੱਜ ਇੱਕ ਵੀਡੀਓ ਦੇਖ ਰਿਹਾ ਸੀ, ਉਹਦੇ ਵਿੱਚ ਉਹ ਸਾਰਾ ਹੀ ਕਲੀਅਰ ਆ ਕਿ ਸਾਲ ਦੇ ਕਿੰਨੇ ਤੁਸੀਂ ਪੈਸੇ ਲੈਣੇ ਆ ਤੇ ਤੁਸੀਂ ਸਰਕਾਰ ਦੇ ਬਾਰੇ ਹਨਾ ਉਹਨਾਂ ਦੀ ਟਵੀਟ ਕਰਨੇ ਆ ਤੇ ਉਹਨਾਂ ਨੇ ਪੈਸੇ ਫੜੇ ਹੋਏ ਆ, ਤਾਂ ਉਹ ਹੁਣ ਕਿੱਥੋਂ ਰੋਕ ਲੈਣਗੇ ਉਹਨਾਂ ਨੂੰ? ਤਾਂ ਇਹ IT ਸੈੱਲ ਦਾ ਕੰਮ ਆ ਸਾਰਾ। ਸੋ ਉਹ ਉਹਨਾਂ ਨੂੰ ਤਾਂ ਪੁੱਛਦੇ ਵੀ ਨਹੀਂ ਹੋਣੇ, ਹਨਾ। ਉਹ ਉਸੇ ਤਰੀਕੇ ਨਾਲ ਤਾਂ ਹੀ ਉਹ ਇੱਕੋ ਜਿਹਾ ਹਰ ਜਗ੍ਹਾ ਤੇ ਚਲਾ ਗਿਆ। ਪਰ ਇਹ ਲੋਕਾਂ ਦੀ ਲਹਿਰ ਆ, ਇੰਨਾ ਕੁ ਸਮਝਣਾ ਪਊਗਾ, ਕਿਉਂਕਿ ਇਹ ਉੱਪਰੋਂ ਇਹ ਜੜ੍ਹਾਂ ਚੋਂ ਜਿਹੜੀ ਚੀਜ਼ ਨਿਕਲੀ ਹੋਵੇ ਨਾ, ਉੱਪਰੋਂ ਤੁਸੀਂ ਮਾੜਾ ਮੋਟਾ ਛਿੜਕਾ ਕਰਕੇ ਉਹਨੂੰ ਰੋਕ ਨਹੀਂ ਸਕਦੇ, ਤੇ ਉਹ ਜੜ੍ਹਾਂ 'ਚ ਆ ਕੇ ਉਹ ਥੱਲੇ ਬੈਠ ਕੇ ਗੱਲ ਹੋਣੀ ਆ ਬਰਾਬਰ ਤੇ ਆ ਕੇ, ਫੇਰ ਹੀ ਇਹਨੇ ਮੁੱਕਣਾ। ਤੁਸੀਂ ਹੋਰ ਦੇਖੋ, ਮੈਂ ਹੁਣ ਆਮ ਸ਼ਹਿਰਾਂ 'ਚ ਆਪਾਂ ਘੁੰਮਦੇ ਆ, ਤੋ ਮੁੰਡੇ ਕੁੜੀਆਂ ਆਮ ਜਿਹੜੇ ਆਪਣੇ ਸਰਕਲਾਂ ਤੇ ਖੜੇ ਆ, ਹਨਾ, ਚੌਂਕਾਂ ਦੇ ਵਿੱਚ ਫੜ ਕੇ ਤਖਤੀਆਂ ਲੈ ਕੇ ਕਿ ਤੁਸੀਂ ਅਗਰ ਫਾਰਮਰਸ ਦੀ ਸਪੋਰਟ ਕਰਦੇ ਹੋ ਤਾਂ ਹਾਰਨ ਵਜਾਓ, ਨੋ ਫਾਰਮਰ ਨੋ ਫੂਡ। ਉਹਨਾਂ ਨੂੰ ਕੋਈ ਤਨਖਾਹ ਥੋੜਾ ਦੇ ਰਿਹਾ। ਸੋ ਲੋਕ ਸਵੇਰੇ ਸੈਰ ਕਰਨ ਜਾਂਦੇ ਆ, ਉਹ ਜਿਵੇਂ ਹਰੇਕ ਦੇ ਮਨ 'ਚ ਉਬਾਲ ਆਇਆ ਹੁੰਦਾ ਨਾ, ਕਿ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਉਹ ਪਾਰਕਾਂ ਦੇ ਵਿੱਚ ਜਾ ਕੇ ਨਾਅਰੇ ਲਾਉਂਦੇ ਆ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਸੋ ਇਹਨੂੰ ਤੁਸੀਂ ਕਿਵੇਂ ਰੋਕ ਲਓਗੇ? ਜਿਹੜਾ ਉੱਥੇ ਪ੍ਰੋਟੈਸਟ ਚੱਲ ਰਿਹਾ ਉਹ ਤਾਂ ਵੱਖਰੀ ਗੱਲ ਆ, ਜਿਹੜਾ ਲੋਕਾਂ ਦੇ ਵਿੱਚ ਹਰ ਥਾਂ ਤੇ ਇਹਦੀ ਗੱਲ ਆ, ਉਹ ਤਾਂ ਹੁਣ ਜਿਵੇਂ ਪਹਿਲਾਂ ਅਗਲਾ ਪੁੱਛਦਾ ਸੀ ਵੀ ਕੀ ਹਾਲ ਚਾਲ ਆ, ਹੁਣ ਤਾਂ ਅਗਲਾ ਹਰ ਇਹ ਪੁੱਛਦਾ ਵੀ ਜੀ ਮੋਰਚੇ ਦਾ ਕੀ ਹਾਲ ਆ। ਹੁਣ ਤਾਂ ਬਾਹਰ ਤੋਂ ਕੋਈ ਕਾਲ ਕਰਦਾ, ਇੱਕੋ ਹਰ ਜ਼ੁਬਾਨ ਤੇ ਗੱਲ ਇਹ ਚੱਲ ਰਹੀ ਹੈ। ਸੋ ਇਹ ਛੋਟੀਆਂ ਮੋਟੀਆਂ ਚੀਜ਼ਾਂ ਨੇ, ਮੈਨੂੰ ਨਹੀਂ ਲੱਗਦਾ ਕੋਈ ਬਹੁਤ ਸਮਝਦਾਰ ਲੋਕ ਜਿਹੜੇ ਅੱਗੇ ਗਾਈਡ ਕਰ ਰਹੇ ਆ ਕਿ ਇਹਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ। ਉਹਦੇ ਕਰਕੇ ਸਾਰੀ ਗੱਲ ਗੜਬੜ। ਹੋਰ ਚੰਗੀ ਜਿਹੜੀ ਚੀਜ਼ ਸਾਨੂੰ ਇਸ ਅੰਦੋਲਨ ਤੋਂ ਦੇਖਣ ਨੂੰ ਮਿਲੀ ਹੈ, ਉਹ ਦੇਖਣ ਨੂੰ ਮਿਲੀ ਹੈ ਸਾਫ਼ ਸੁਥਰੀ ਗਾਇਕੀ, ਜਿਹਦੇ ਲਈ ਤੁਸੀਂ ਵੀ ਸਾਫ਼ ਸੁਥਰੀ ਗਾਇਕੀ, ਰੁਪਿੰਦਰ ਹਾਂਡਾ ਹੋਰੀ ਵੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਨੇ, ਔਰ ਲੰਬੇ ਸਮੇਂ ਤੋਂ ਅਸੀਂ ਇੱਕ ਕੈਂਪੇਨ ਚਲਾਈ ਸੀ ਜੀ ਸਾਫ਼ ਸੁਥਰੀ ਗਾਇਕੀ ਹੋਣੀ ਚਾਹੀਦੀ ਹੈ। ਤੁਹਾਨੂੰ ਲੱਗਦਾ ਹੈ ਕਿ ਮੋੜਾ ਦਿੱਤਾ ਹੈ ਗਾਇਕੀ ਨੂੰ, ਚੰਗਾ ਮੋੜਾ ਦਿੱਤਾ ਇਸ ਅੰਦੋਲਨ ਨੇ? ਅੱਜ ਚੰਗੇ ਗਾਇਕ ਵੀ ਸਾਹਮਣੇ ਆ ਰਹੇ ਨੇ, ਗਾਇਕੀ ਵੀ ਸਾਫ਼ ਸੁਥਰੀ ਹੋ ਗਈ ਹੈ, ਔਰ ਸਭ ਤੋਂ ਵੱਡੀ ਗੱਲ ਹੈ ਮੁੱਦਿਆਂ ਦੀ ਗੱਲ ਹੋ ਰਹੀ ਹੈ, ਹੱਕ ਹਕੂਕ ਦੀ ਗੱਲ ਹੋ ਰਹੀ ਹੈ। ਦੇਖੋ ਬਿਲਕੁਲ ਸਾਰਾ ਕੁਝ ਹੀ ਬਦਲ ਕੇ ਰੱਖਤਾ, ਗੀਤ ਇਨਕਲਾਬੀ ਚੱਲਣ ਲੱਗੇ, ਸੰਘਰਸ਼ ਦੇ ਗੀਤ ਚੱਲਦੇ ਆ, ਔਰ ਮੋਰਚੇ ਦੇ ਵਿੱਚ ਤੁਸੀਂ ਜਾਓ, ਪਹਿਲੀ ਗੱਲ ਆ ਉੱਥੇ ਐਡੀ ਪੋਜ਼ਿਟਿਵਿਟੀ ਆ ਨਾ, ਜਦ ਤੁਸੀਂ ਐਂਟਰੀ ਹੁੰਨੇ ਹੋ ਤਾਂ ਇਦਾਂ ਲੱਗਦਾ ਕਿ ਪ੍ਰਮਾਤਮਾ ਉੱਥੇ ਆਪ ਵਾਸ ਕਰ ਰਿਹਾ। ਔਰ ਇਹ ਇਨੋਸੈਂਟ ਲੋਕ ਨੇ, ਭੋਲੇ ਭਾਲੇ ਲੋਕ ਨੇ ਪਿੰਡਾਂ ਤੋਂ ਗਏ ਹੋਏ, ਔਰ ਮੈਨੂੰ ਲੱਗਦਾ ਪ੍ਰਮਾਤਮਾ ਦੀ ਕਿਰਪਾ ਸਾਹਮਣੇ ਜਿਨ੍ਹਾਂ ਨਾਲ ਲੜਾਈ ਆ ਉਹਨਾਂ ਕੋਲੇ ਪਾਵਰਾਂ ਬਹੁਤ ਨੇ, ਉਹਨਾਂ ਕੋਲੇ ਏਜੰਸੀਜ਼ ਬਹੁਤ ਨੇ। ਕਿਸੇ ਵੀ ਤਰੀਕੇ ਨਾਲ ਤੁਸੀਂ 26 ਵਾਲਾ ਇਨਸੀਡੈਂਟ ਦੇਖੋ ਕਿ ਕਿਵੇਂ ਸਕ੍ਰਿਪਟ ਲਿਖੀ ਗਈ, ਔਰ ਉਹਨਾਂ ਨੂੰ ਆਪਣੇ ਉਹਦੇ ਵਿੱਚ ਟਰੈਪ ਦੇ ਵਿੱਚ ਫਸਾ ਕੇ ਤੇ ਨਾਲ ਹੀ ਅਗਲੀਆਂ ਚੀਜ਼ਾਂ ਸ਼ੁਰੂ ਹੋ ਗਈਆਂ। ਨਾਲ ਹੀ ਗਾਜ਼ੀਪੁਰ ਮੋਰਚੇ ਨੂੰ ਘੇਰ ਲਿਆ ਜਾਂਦਾ, ਔਰ ਨਾਲ ਹੀ ਹਰਿਆਣੇ ਦੇ ਵਿੱਚ ਲੰਗਰ ਜਾਂ ਟੋਲਾਂ ਦੇ ਉੱਪਰ ਸਖਤੀ ਕਰ ਦਿੱਤੀ ਜਾਂਦੀ ਆ, ਇੰਟਰਨੈਟ ਬੰਦ ਕਰ ਦਿੱਤੇ ਜਾਂਦੇ ਆ, ਔਰ ਆਲੇ ਦਾਲੇ ਆਪਣੇ ਪਹਾੜੇ ਵਾਲੇ ਬੰਦੇ ਲਿਆ ਕੇ ਉੱਥੇ ਬੱਟੇ ਮਰਵਾਏ ਜਾਂਦੇ ਆ, ਹਨਾ, ਜਿੰਦਾਬਾਦ ਮੁਰਦਾਬਾਦ ਕਰਵਾਈ ਜਾਂਦੀ ਆ ਕਿ ਇਹਨਾਂ ਨੂੰ ਜੀ ਤਕਲੀਫ ਆ, ਬਾਰਡਰ ਬੰਦ ਆ, ਆਲੇ ਦੁਆਲੇ ਪਿੰਡਾਂ ਦੇ ਲੋਕ ਨੇ। ਸੋ ਜਿਹੜੇ 2 ਮਹੀਨਿਆਂ ਤੋਂ ਲੋਕ ਉੱਥੇ ਵਿਚਾਰੇ ਆ ਕੇ ਵਿੱਚ ਸੇਵਾ ਕਰ ਰਹੇ ਆ, ਔਰ ਹੁਣ ਵੀ ਬਾਅਦ ਚ ਆ ਕੇ ਸੋ ਉਹਦੇ ਵਿੱਚ ਜੋ ਕਰਨ ਵਾਲੇ ਹੈਗੇ ਆ ਉਹ ਆਪ ਹੀ ਕਿਤੇ ਨਾ ਕਿਤੇ ਪ੍ਰਮਾਤਮਾ ਇਹਨਾਂ ਲੋਕਾਂ ਦਾ ਸਾਥ ਦੇ ਰਿਹਾ, ਕਿਉਂਕਿ ਉਹ ਦਿਲੋਂ ਲੜ ਰਹੇ ਆ ਵਿਚਾਰੇ। ਔਰ ਜਾ ਕੇ ਤੁਸੀਂ ਉੱਥੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ, ਮੈਨੂੰ ਤਾਂ ਲੱਗਦਾ ਇਹ ਮੋਰਚੇ ਦੀਆਂ ਹੁਣ ਤੱਕ ਦੀਆਂ ਵੈਸੇ ਹੀ ਬਹੁਤ ਪ੍ਰਾਪਤੀਆਂ ਨੇ। ਪਹਿਲਾਂ ਜਿਹੜਾ ਗਰੇਵਾਲ ਸਾਹਿਬ ਨਾਲ ਇੱਕ ਹੋਰ ਵੀ ਗੱਲ ਹੈਗੀ ਹੈ ਕਿ ਤੁਸੀਂ ਕਿਹਾ ਕਿ ਗਾਇਕੀ ਦੇ ਵਿੱਚ ਮੋੜਾ ਆਇਆ, ਸਾਫ਼ ਸੁਥਰੀ ਗਾਇਕੀ ਹੈ, ਨਾਲ ਵੀ ਥੋੜਾ ਜਿਹਾ ਜੋਸ਼ ਦੇ ਨਾਲ ਹੋਸ਼ ਦੀ ਵੀ ਜ਼ਰੂਰਤ ਹੈਗੀ ਹੈ। ਕੁਝ ਚੱਕਵੇਂ ਗਾਣਿਆਂ ਤੇ ਥੋੜੀ ਜਿਹੀ ਰੋਕ ਹੋਣੀ ਚਾਹੀਦੀ ਹੈ। ਬੜੇ ਸਾਰੇ ਲੋਕ ਤਾਂ ਕਹਿੰਦੇ ਕਿ ਚੱਕਵੇਂ ਗਾਣਿਆਂ ਕਰਕੇ ਉੱਥੇ ਬੈਰੀਕੇਡ ਹੀ ਚੱਕ ਦਿੱਤੇ ਨੌਜਵਾਨਾਂ ਦੇ ਤੇ ਲਾਲ ਕਿਲੇ ਪਹੁੰਚ ਗਏ। ਦੇਖੋ ਇਹ ਨਹੀਂ ਹੁੰਦਾ, ਮੈਂ ਇਹਨੂੰ ਇਸ ਤਰੀਕੇ ਨਾਲ ਨਹੀਂ ਲੈਂਦਾ। ਜਦੋਂ ਆਪਾਂ ਲੈਕਚਰ ਹੁੰਦੇ ਆ ਬਹੁਤ ਵਾਰੀ, ਅਸੀਂ ਜੀ ਦਿੱਲੀ ਦੀ ਹੈਕ ਚ ਕੀਲਾ ਗੱਡਾਂਗੇ ਜੀ, ਅਸੀਂ ਲਾਲ ਕਿਲੇ ਦੇ ਉੱਤੇ ਜਾ ਕੇ ਨੱਚਾਂਗੇ ਜੀ, ਅਸੀਂ ਫਲਾਣੇ ਨੂੰ ਪਾੜ ਕੇ ਰੱਖ ਦਾਂਗੇ,
ਉਹ ਤਾਂ ਜੋਸ਼ ਹੈ ਇੱਕ, ਔਰ ਸਾਹਮਣੇ ਵਾਲੇ ਨੂੰ ਮੈਸੇਜ ਆ। ਉਹ ਜ਼ਰੂਰੀ ਨਹੀਂ ਅਸੀਂ ਕਹਿ ਰਹੇ ਹਾਂ ਕਿਸੇ ਦੀ ਹੈਕ ਪਾੜ ਦਾਂਗੇ ਤੇ ਸੱਚੀ ਪਾੜਨੀ ਹੋਈਆਂ ਉਹ ਹਨਾ। ਔਰ ਜਦੋਂ ਪ੍ਰੈਕਟੀਕਲ ਗੱਲ ਆਉਂਦੀ ਆ ਉਹਨੂੰ ਫਿਰ ਉਹ ਜੋ ਉੱਥੇ ਦੇ ਬੰਦੇ ਅੱਗੇ ਲੱਗ ਕੇ ਲੜ ਰਹੇ ਆ ਹਨਾ, ਤਾਂ ਉਹਨਾਂ ਦੇ ਮੁਤਾਬਕ ਹੀ ਸਾਨੂੰ ਚੱਲਣਾ ਪੈਣਾ। ਸੋ ਉਹ ਚੀਜ਼ ਨੂੰ ਸਮਝਣ ਦੀ ਲੋੜ ਆ। ਜੋਸ਼ ਤਾਂ ਰਹਿਣਾ ਜ਼ਰੂਰੀ ਹੋਈ ਆ ਹਨਾ, ਪਰ ਉਹਦੇ ਤੋਂ ਅੱਗੇ ਫਿਰ ਜਦੋਂ ਗੱਲ ਅਸੀਂ ਵਾਕਈ ਕਿ ਕੀ ਅਸੀਂ ਮਿਥ ਲਿਆ, ਔਰ ਨਿਸ਼ਾਨੇ ਤੋਂ ਖੁੰਝਣਾ ਨਹੀਂ ਚਾਹੀਦਾ। ਮੈਂ ਤਾਂ ਕਹਿੰਦਾ ਕਿ ਇਸ ਟਾਈਮ ਤੇ ਨਿਸ਼ਾਨਾ ਮਾਂ ਤੇ MSP ਤੇ ਕਾਨੂੰਨ ਬਣਨਾ ਤੇ 3 ਇਹ ਜਿਹੜੇ ਕਾਲੇ ਕਾਨੂੰਨ ਹੈਗੇ ਆ ਇਹ ਰੱਦ ਹੋਣੇ। ਔਰ ਸਰਕਾਰ ਚਾਹੁੰਦੀ ਹੈ ਕਿ ਇੱਧਰ ਉੱਧਰ ਭਟਕਾਈਏ ਲੋਕਾਂ ਨੂੰ, ਔਰ ਪਰ ਮੈਨੂੰ ਲੱਗਦਾ ਕਿ ਮੇਨ ਅਸੀਂ ਅਗਰ ਇਹ ਲੜਾਈ ਜਿੱਤਾਂਗੇ, ਜੇ ਕੋਈ ਹੋਰ ਜਿਹੜੇ ਮੁੱਦੇ ਹੈਗੇ ਆ ਉਹ ਫੇਰ ਅਸੀਂ ਲੜਨ ਜੋਗੇ ਹੈਗੇ ਆ, ਕੱਲ ਨੂੰ ਫੇਰ ਲੜ ਲਾਂਗੇ, ਪਰ ਜੇ ਇਹ ਲੜਾਈ ਹਾਰ ਗਏ ਤਾਂ ਹੋਰ ਕੋਈ ਲੜਨ ਜੋਗੇ ਰਹਿਣਾ ਨਹੀਂ। ਦੁਬਾਰਾ ਖੜਾ ਹੋਣਾ ਬੜਾ ਮੁਸ਼ਕਲ ਹੋ ਜਾਏਗਾ। ਰੁਪਿੰਦਰ ਹਾਂਡਾ ਜੀ, ਇਹ ਅਕਸਰ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਦੀ ਨੌਜਵਾਨੀ ਹੈ ਜਿਹੜੀ ਉਹ ਗੋਲਲੈਸ ਹੈ, ਉਹਦੇ ਕੋਲ ਕੋਈ ਗੋਲ ਨਹੀਂ ਹੈ, ਉਹਨੂੰ ਪਤਾ ਹੀ ਨਹੀਂ ਕੀ ਕਰਨਾ ਕੀ ਨਹੀਂ ਕਰਨਾ। ਅੱਜ ਅਸੀਂ ਉਹੀ ਨੌਜਵਾਨ ਦੇਖਦੇ ਹਾਂ ਜਿਹੜੇ ਉੱਥੇ ਲੰਗਰ ਲਾ ਕੇ ਬੈਠੇ ਹੋਏ ਨੇ, ਉਹੀ ਨੌਜਵਾਨ ਦੇਖਦੇ ਹਾਂ ਜਿਹੜੇ ਏਡੇ ਏਡੇ ਬੈਰੀਕੇਡ ਤੋੜ ਕੇ ਆਪਣੇ ਹੱਕ ਹਕੂਕ ਲਈ ਬੈਠੇ ਨੇ, ਉਹੀ ਨੌਜਵਾਨ ਦੇਖਦੇ ਹਾਂ ਕਿ ਇੰਨੀ ਹਿੰਸਾ ਹੋਣ ਦੇ ਬਾਵਜੂਦ ਉੱਥੇ ਸੁੱਖ ਸ਼ਾਂਤੀ ਨਾਲ ਬੈਠੇ ਹੋਏ ਨੇ। ਤੁਹਾਨੂੰ ਲੱਗਦਾ ਕਿ ਜਿਹੜੀ ਨੌਜਵਾਨੀ ਤੇ ਪ੍ਰਸ਼ਨ ਚਿੰਨ੍ਹ, ਵੱਡਾ ਪ੍ਰਸ਼ਨ ਚਿੰਨ੍ਹ ਸੀਗਾ, ਉਹਦਾ ਜਵਾਬ ਇਸ ਮੋਰਚੇ 'ਚ ਮਿਲਿਆ? ਜੇ ਇਸ ਮੋਰਚੇ ਨੇ ਬਹੁਤ ਕੁਝ ਬਦਲਿਆ। ਪਹਿਲੀ ਗੱਲ ਸਾਡੀ ਗਾਇਕੀ ਦਾ ਸਭ ਤੋਂ ਵੱਡਾ ਜਿਹੜਾ ਚੇਂਜ ਆਇਆ, ਔਰ ਨੌਜਵਾਨਾਂ ਨੂੰ ਹਮੇਸ਼ਾ ਸਾਡੀ ਗਾਇਕੀ ਦੇ ਨਾਲ, ਗਾਣਿਆਂ ਦੇ ਨਾਲ ਜੋੜ ਦਿੱਤਾ ਜਾਂਦਾ ਸੀ ਕਿ ਗਾਇਕੀ ਇਹਨਾਂ ਨੂੰ ਵਿਗਾੜ ਰਹੀ ਹੈ। ਸੋ ਉਹ ਚੀਜ਼ ਦੇਖੋ, ਇਮੋਸ਼ਨ ਸਭ ਦੇ ਅੰਦਰ ਹੁੰਦੇ ਨੇ, ਜੋਸ਼ ਵੀ ਸਾਰਿਆਂ ਦੇ ਅੰਦਰ, ਉਹ ਚੀਜ਼ ਸਾਡੇ ਜਿਹੜੇ ਖੂਨ ਹੈਗੇ ਨੇ, ਅਸੀਂ ਜਿਨ੍ਹਾਂ ਦੇ ਵਾਰਿਸ ਹੈਗੇ ਆ, ਉਹ ਸਾਡੇ ਖੂਨ ਦੇ ਵਿੱਚ ਹੈਗਾ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹੋ ਜਿਹੇ ਅੰਦੋਲਨਾਂ ਨੇ, ਇਸ ਅੰਦੋਲਨ ਨੇ ਸਪੈਸ਼ਲੀ ਸਾਡੇ ਜਿਹੜੀ ਨੌਜਵਾਨੀ ਦੇ ਅੰਦਰ ਦੇ ਜਿਹੜੇ ਭਾਵ ਸੀਗੇ, ਜਿਹੜੀ ਉਹਨਾਂ ਦੇ ਇਮੋਸ਼ਨ ਸੀਗੇ, ਉਹ ਸਾਹਮਣੇ ਲਿਆ ਕੇ ਰੱਖ ਦਿੱਤੇ ਆ। ਉਹ ਅੱਜ ਇੰਨੇ ਕੁ ਅਵੇਅਰ ਹੋ ਗਿਆ, ਸਾਡੀ ਨੌਜਵਾਨੀ ਇੰਨੀ ਕੁ ਅਵੇਅਰ ਹੈਗੀ, ਉਹਨਾਂ ਨੂੰ ਆਪਣੇ ਹੱਕਾਂ ਦੀ ਅੱਜ ਉਹ ਲੜਨ ਲਈ ਤਿਆਰ ਖੜੇ ਆ। ਔਰ ਅਗਰ ਸ਼ਹੀਦੀਆਂ ਵੀ ਦੇਣੀਆਂ ਪੈ ਰਹੀਆਂ ਤੇ ਉਹ ਹੱਸ ਕੇ ਸ਼ਹੀਦੀਆਂ ਦੇਣ ਨੂੰ ਤਿਆਰ ਨੇ। ਇਹ ਸਭ ਤੋਂ ਵੱਡਾ ਇੱਕ ਜਿਹੜਾ ਮੋੜ ਆਇਆ ਇਸ ਪੂਰੀ ਸਾਡੀ ਯੂਥ ਦੇ ਵਿੱਚ, ਇਹ ਬਹੁਤ ਵੱਡੀ ਇੱਕ ਚੇਂਜ ਔਰ ਇੱਕ ਪੋਜ਼ਿਟਿਵ ਮੈਸੇਜ ਆਇਆ। ਔਰ ਰਹੀ ਗੱਲ ਮੋਰਚੇ ਦੇ ਵਿੱਚ ਜਦੋਂ ਅਸੀਂ ਜਾਂਦੇ ਆ, ਉੱਥੇ ਦਾ ਮਾਹੌਲ ਹੀ ਬਹੁਤ ਵੱਖਰਾ ਹੈ। ਉੱਥੇ ਬਹੁਤ ਪੋਜ਼ਿਟਿਵ, ਜਿਵੇਂ ਅਰਵਿੰਦਰ ਭਾਜੀ ਨੇ ਕਿਹਾ ਕਿ ਬਹੁਤ ਪੋਜ਼ਿਟਿਵਿਟੀ ਹੈਗੀ ਆ, ਔਰ ਜੋਸ਼ ਇਕੱਲੇ ਗਾਣਿਆਂ ਨੂੰ ਸੁਣ ਕੇ ਨਹੀਂ ਆਉਂਦਾ। ਉੱਥੇ ਦਾ ਮਾਹੌਲ ਹੀ ਇਸ ਤਰ੍ਹਾਂ ਦਾ ਕਿ ਉਹ ਆਪਣੇ ਆਪ ਹੀ ਜੋਸ਼ ਜਜ਼ਬਾ ਪੈਦਾ ਕਰ ਦਿੰਦਾ। ਮੈਂ ਜਦੋਂ ਇਹ ਮੋਰਚਾ, ਜਦੋਂ 2 ਮਹੀਨੇ ਪਹਿਲਾਂ ਇੱਥੇ ਦਿੱਲੀ ਮੋਰਚਾ ਲੱਗਿਆ ਤੇ ਮੈਂ ਪਹਿਲੀ ਵਾਰ ਗਈ, ਮੇਰਾ ਘਰੇ ਆ ਕੇ ਮਨ ਨਹੀਂ ਲੱਗਿਆ। ਸੋ ਉਹ ਜਿਹੜੀ ਖਿੱਚ ਸੀਗੀ ਉਹ ਸਾਨੂੰ ਬਹਿਣ ਨਹੀਂ ਸੀ ਦੇ ਰਹੀ ਕਿ ਅਸੀਂ ਵਾਪਸ ਜਾਈਏ। ਉੱਥੇ ਹਫਤਾ 10 ਦਿਨ ਰਹਿ ਕੇ ਆਏ ਆ, ਔਰ ਇਹ ਮਹਿਸੂਸ ਹੀ ਨਹੀਂ ਹੁੰਦਾ ਸੀਗਾ। ਉਹ ਜਜ਼ਬਾ ਸਾਡੇ ਅੰਦਰ ਵੀ ਆਟੋਮੈਟਿਕਲੀ ਆਉਣ ਲੱਗ ਗਿਆ। ਸੋ ਇਕੱਲੇ ਗਾਣਿਆਂ ਨਾਲ ਨਹੀਂ ਇਹ ਜਜ਼ਬਾ ਆਉਂਦਾ, ਜਿਹੜਾ ਉੱਥੇ ਬੈਠਾ ਪ੍ਰੈਜ਼ੈਂਟ ਹੁੰਦਾ, ਉਹ ਮਾਹੌਲ ਨੂੰ ਦੇਖ ਰਿਹਾ ਹੁੰਦਾ, ਉਹਦੇ 'ਚ ਆਟੋਮੈਟਿਕਲੀ ਉਹ ਜਜ਼ਬਾ ਆਉਂਦਾ। ਬਿਲਕੁਲ ਠੀਕ ਹੈ। ਡਾਕਟਰ ਸਾਹਿਬ ਸਿੰਘ ਜੀ, ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੁੰਦਾ। ਬੜੇ ਸਾਰੇ ਮੇਰੇ ਦੋਸਤ ਜਿਹੜੇ ਦਿੱਲੀ, ਜੰਮੂ ਕਸ਼ਮੀਰ, ਮੁੰਬਈ ਵਰਗੇ ਇਲਾਕਿਆਂ ਦੇ ਵਿੱਚ ਰਹਿੰਦੇ ਨੇ, ਉਹ ਸਾਨੂੰ ਫੋਨ ਕਰਕੇ ਜਦੋਂ ਪੁੱਛਦੇ ਨੇ ਕਿ ਯਾਰ ਇਹ ਹੁਣ ਕਿੱਧਰ ਵੱਲ ਨੂੰ ਅੰਦੋਲਨ ਜਾ ਰਿਹਾ। ਅੰਦੋਲਨ ਤਾਂ ਸੀਗਾ ਕਿਸਾਨ ਵਰਸਸ ਸਰਕਾਰ। ਇਸ ਅੰਦੋਲਨ ਨੂੰ ਪਹਿਲਾਂ ਇਹ ਰੂਪ ਦਿੱਤਾ ਗਿਆ ਸਿੱਖ ਵਰਸਸ ਸਰਕਾਰ ਬਣਾਇਆ ਗਿਆ, ਜਾਂ ਸਿੱਖ ਵਰਸਸ ਦਿੱਲੀ ਬਣਾਇਆ ਗਿਆ, ਫਿਰ ਪੰਜਾਬ ਵਰਸਸ ਦਿੱਲੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਹੁਣ ਸਿੱਖ ਵਰਸਸ ਹਿੰਦੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਲੱਗਦਾ ਨਹੀਂ ਕਿ ਅਜਿਹੀਆਂ ਗੱਲਾਂ ਦੇ ਨਾਲ ਘੱਟੋ ਘੱਟ, ਅਸੀਂ ਤਾਂ ਚਲੋ ਸਭ ਕੁਝ ਸਮਝ ਰਹੇ ਹਾਂ, ਜਿਹੜੇ ਲੋਕ ਘੱਟ ਗਿਣਤੀਆਂ ਦੇ ਵਿੱਚ ਰਹਿੰਦੇ ਨੇ, ਖਾਸ ਤੌਰ ਤੇ ਸਿੱਖ ਭਾਈਚਾਰਾ ਦਿੱਲੀ ਰਹਿੰਦਾ, ਜੰਮੂ ਕਸ਼ਮੀਰ ਰਹਿੰਦਾ, ਇੱਕ ਟੈਨਸ਼ਨ ਕ੍ਰੀਏਟ ਕਰ ਦਿੱਤੀ ਗਈ ਹੈ। ਬੜੇ ਸਾਰੇ ਲੋਕ ਕਹਿੰਦੇ ਨੇ ਕਿ ਸਾਨੂੰ ਸਾਡੇ ਗਰੁੱਪ ਸਰਕਲ ਦੇ ਵਿੱਚ ਹੀ ਇਦਾਂ ਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਕਿ ਇਹ ਤਾਂ ਫਲਾਣੇ ਨੇ ਜੀ, ਇਹ ਤਾਂ ਢਿਮਕੇ ਨੇ ਜੀ। ਇਹ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸਰਕਾਰੀ ਸਾਜ਼ਿਸ਼ ਸੀ ਕਿ ਇਸ ਨੂੰ ਫਿਰਕਿਆਂ ਦੇ ਵਿੱਚ ਵੰਡ ਦਿੱਤਾ ਜਾਵੇ, ਇਹਨੂੰ ਧਰਮ ਤੇ ਜਾਤ ਦੀ ਲੜਾਈ ਕ੍ਰੀਏਟ ਕਰ ਦਿੱਤਾ ਜਾਵੇ, ਉਧਰ ਵੱਲ ਨੂੰ ਸਰਕਾਰੀ ਮਸ਼ੀਨਰੀ ਲੱਗੀ ਹੋਈ ਹੈ? ਦੇਖੋ, ਤੁਸੀਂ ਕਿਸੇ ਵਿਆਹ ਵਿੱਚ ਵੀ ਚਲੇ ਜਾਵੋ ਨਾ, ਜੇ ਤੁਹਾਡੀ ਮਨਸ਼ਾ ਹੈ ਕਿ ਇਸ ਵਿਆਹ ਦੇ ਵਿੱਚ ਜਿਹੜੀ ਰਿਸ਼ਤੇਦਾਰੀ ਸਾਰੀ ਇਕੱਠੀ ਹੋਈ ਹੈ ਚ ਫੁੱਟ ਪਾਣੀ ਹੈ, ਤੇ ਫਿਰ ਤੁਸੀਂ ਕਿਸੇ ਫੁੱਫੜ ਮਾਸੜ ਨੂੰ ਫੜੋਗੇ ਔਰ ਤੁਸੀਂ ਸਿੱਧਾ ਸਵਾਲ ਕਰੋਗੇ, ਤੈਨੂੰ ਲੱਗਦਾ ਨਹੀਂ ਫੁੱਫੜਾ ਵੀ ਤੇਰੀ ਕਦਰ ਪੈ ਨਹੀਂ ਰਹੀ ਪੂਰੀ ਤਰ੍ਹਾਂ, ਜਾਂ ਮਸਲੀ ਤੁਹਾਨੂੰ ਲੱਗਦਾ ਤੁਸੀਂ ਮੋਹਰੇ ਹੋਣੇ ਚਾਹੀਦੇ ਸੀ, ਤੁਹਾਡੀ ਮਿਲਣੀ ਚੌਥੇ ਨੰਬਰ ਤੇ ਕਿਉਂ ਹੋਈ? ਜੇ ਤੁਸੀਂ ਨੈਗੇਟਿਵ ਨਹੀਂ ਹੋ ਤੇ ਤੁਸੀਂ ਇਹ ਕਹੋਗੇ ਫੁੱਫੜ ਜੀ ਬੜਾ ਕਮਾਲ ਦਾ ਫੰਕਸ਼ਨ ਚੱਲ ਰਿਹਾ, ਬਹੁਤ ਵਧੀਆ ਹੈ ਨਾ, ਮਿਲ ਜੁਲ ਕੇ ਕਰ ਰਹੇ ਹੋ। ਸੋ ਇਹ ਰੀਜ਼ਨ ਹੈ, ਸੱਤਾ ਨਾਲ ਲੜਾਈ ਹੈ। ਸੱਤਾ ਬਹੁਤ ਤਾਕਤਵਰ ਹੈ। ਸੱਤਾ ਦੇ ਪਿੱਛੇ ਕਾਰਪੋਰੇਟ ਬੈਠਾ, ਕਾਰਪੋਰੇਟ ਦੇ ਵਿੱਚ ਵਰਲਡ ਬੈਂਕ ਬੈਠੀ ਹੈ, IMF ਬੈਠੀ ਹੈ, ਵੱਡੀਆਂ ਧਿਰਾਂ ਬੈਠੀਆਂ ਨੇ। ਲੜਾਈ ਬਹੁਤ ਵੱਡੀ ਲੜਾਈ ਹੈ, ਤੇ ਵੱਡੀ ਲੜਾਈ ਕੋਲ ਹਥਿਆਰ ਵੀ ਵੱਡੇ ਹੀ ਹੁੰਦੇ ਨੇ। ਉਹਨਾਂ ਨੂੰ ਇਹ ਪਤਾ ਹੈ ਕਿ ਅਸੀਂ ਇਹ ਪੱਤੇ ਖੇਡਾਂਗੇ ਤੇ ਆ ਜਿਹੜਾ ਇਕੱਠ ਹੋਇਆ, ਜਿਹੜਾ ਇੰਨਾ ਸ਼ਾਂਤਮਈ ਇਕੱਠ ਹੋਇਆ, ਜਿਹੜਾ ਕਿ ਐ ਨਹੀਂ ਲੱਗ ਰਿਹਾ ਵੀ ਇਹ ਟਿੱਕਰੀ ਸਿੰਘੂ ਬਾਰਡਰ ਤੇ ਬੈਠੇ, ਐ ਲੱਗਦਾ ਇਹ ਆਪਣੇ ਪਿੰਡ ਹੀ ਬੈਠੇ ਨੇ। ਇਹ ਉਦਾਂ ਹੀ ਬੈਠੇ ਜਿੱਦਾਂ ਆਪਣੇ ਘਰਾਂ 'ਚ ਬੈਠੇ, ਉਦਾਂ ਦੇ ਵਿਵਹਾਰ ਕਰ ਰਹੇ ਆ, ਉਦਾਂ ਇੱਕ ਦੂਜੇ ਨਾਲ ਗੀਤ ਗਾ ਰਹੇ ਆ, ਉੱਥੇ ਗੁਰਪੁਰਬ ਮਨਾ ਰਹੇ ਆ, ਉੱਥੇ ਸ਼ਹੀਦੀ ਦਿਵਸ ਮਨਾ ਰਹੇ ਆ,
ਉੱਥੇ ਬਰਥਡੇ ਮਨਾਏ ਜਾ ਰਹੇ ਆ, ਸਭ ਕੁਝ ਉੱਥੇ ਹੋ ਰਿਹਾ। ਸੋ ਇਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ ਤੇ ਨੈਚੁਰਲੀ ਜਿਹੜੀ ਘੱਟ ਗਿਣਤੀਆਂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਕਿਤੇ ਵੀ ਬੈਠੀਆਂ, ਉਹਨਾਂ ਦੇ ਵਿੱਚ ਇੱਕ ਫਿਕਰ ਦੀ ਭਾਵਨਾ ਜਾਂਦੀ ਹੈ, ਕਿਉਂਕਿ ਇਤਿਹਾਸ ਨਾ ਦੁਹਰਾਓ ਕਰਦਾ ਆਪਣਾ। ਇਸ ਤਰ੍ਹਾਂ ਪਹਿਲੀ ਵਾਰ ਨਹੀਂ ਵਾਪਰਿਆ, ਬਹੁਤ ਪਹਿਲਾਂ ਵਾਪਰ ਚੁੱਕਾ। 84 ਵੇਲੇ ਅਸੀਂ ਦੇਖ ਚੁੱਕੇ ਹਾਂ ਕੀ ਹੋਇਆ ਸੀ। ਜੰਮੂ ਕਸ਼ਮੀਰ 'ਚ ਸਾਨੂੰ ਪਤਾ ਹੈ ਕਿ ਕੀ ਹੋਇਆ, ਬੰਬੇ 'ਚ ਸਾਨੂੰ ਪਤਾ ਹੈ ਕੀ ਹੋਇਆ ਸੀ, ਅਮਰੀਕਾ 'ਚ ਕੀ ਹੋਇਆ ਸੀ, ਈਰਾਨ ਇਰਾਕ 'ਚ ਕੀ ਹੋਇਆ, ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਆ। ਇਸੇ ਕਰਕੇ ਮੈਂ ਕਹਿੰਦਾ ਕਿ ਜਦੋਂ ਇਹ ਵੱਡੀਆਂ ਤਾਕਤਾਂ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਤੇ ਅਸੀਂ ਜਿਹੜੇ ਇੱਥੇ 3 ਆਰਟਿਸਟ ਬੈਠੇ ਆ ਇਸ ਵੇਲੇ ਤੁਹਾਡੇ ਕੋਲ ਤੇ ਅਸੀਂ ਇੱਕ ਪੂਰੇ ਆਰਟਿਸਟਿਕ ਭਾਈਚਾਰੇ ਦੀ ਪ੍ਰਤੀਨਿਧਤਾ ਕਰ ਰਹੇ ਹਾਂ, ਤਾਂ ਮੈਂ ਇਹ ਸਮਝਦਾ ਪੂਰੀ ਹੋਸ਼ੋ ਹਵਾਸ ਵਿੱਚ ਕਿ ਸਾਡੀ ਜ਼ਿੰਮੇਵਾਰੀ ਅਸਲ ਦੇ ਵਿੱਚ ਸਭ ਤੋਂ ਜ਼ਿਆਦਾ ਵੱਧ ਜਾਂਦੀ। ਕਿਉਂਕਿ ਜਿਹੜੀ ਗੱਲ ਆਗੂ ਸਟੇਜ ਤੋਂ ਕਹਿ ਰਿਹਾ ਔਰ ਉਹੀ ਗੱਲ ਜਦੋਂ ਮੈਂ ਕਹਿ ਰਿਹਾ ਜਾਂ ਕੋਈ ਸਿੰਗਰ ਕਹਿ ਰਿਹਾ ਤਾਂ ਉਹਦਾ ਅਸਰ ਵੱਧ ਪੈਂਦਾ। ਇਸ ਗੱਲ ਨੂੰ ਸਾਨੂੰ ਮੰਨਣਾ ਪਊਗਾ। ਇਸੇ ਕਰਕੇ ਜਦੋਂ ਅਸੀਂ ਹੋਸ਼ ਦੀ ਗੱਲ ਕਰਦੇ ਹਾਂ ਤੇ ਜੇ ਇੱਕ ਆਰਟਿਸਟ ਸਟੇਜ ਤੋਂ ਹੋਸ਼ ਦੀ ਗੱਲ ਕਰਦਾ ਤੇ ਲੋਕਾਂ ਨੂੰ ਜ਼ਿਆਦਾ ਸਮਝ ਆਉਂਦੀ। ਲੋਕਾਂ ਸਮਝਦੇ ਆ ਯਾਰ ਸਿਆਣੀ ਗੱਲ ਕਰ ਰਿਹਾ ਹੈ ਨਾ, ਇਹ ਸਾਡਾ ਸਟਾਰ ਹੈ, ਸਾਡਾ ਸਟਾਰ ਨੂੰ ਲੋਕੀ ਸੁਣਦੇ ਨਹੀਂ, ਇਹ ਸਾਡੀ ਗੱਲ ਕਰ ਰਿਹਾ। ਇਸ ਕਰਕੇ ਉਹ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਨੇ ਕਿ ਇਹ ਮੋਰਚਾ ਕਿਹਦੇ ਵਾਸਤੇ ਲੜਿਆ ਜਾ ਰਿਹਾ, ਇਹ ਕਿਉਂ ਲੜਿਆ ਜਾ ਰਿਹਾ, ਸਾਨੂੰ ਕਿਉਂ ਲੜਨਾ ਪਿਆ, ਤੇ ਸਾਨੂੰ ਇਹ ਸਮਝਣਾ ਪਏਗਾ ਕਿ ਮੋਰਚਾ 2 ਮਹੀਨੇ ਪਹਿਲਾਂ ਸ਼ੁਰੂ ਨਹੀਂ ਹੋਇਆ। ਇਹ ਮੋਰਚਾ 9 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ, ਜਦੋਂ ਅਸੀਂ ਪੰਜਾਬ ਦੇ ਵਿੱਚ ਬੈਠੇ ਸੀ, ਅਲੱਗ-ਅਲੱਗ ਜਗ੍ਹਾ ਤੇ ਉੱਤੇ ਸੀ। ਜਿਵੇਂ ਗਰੇਵਾਲ ਹੋਣੀ ਜਾਂ ਰੁਪਿੰਦਰ ਹੋਣੀ ਗੀਤ ਤਿਆਰ ਕਰਦੇ ਨੇ ਤਾਂ ਉਹ ਗੀਤ ਸਾਡੇ ਕੋਲ ਤਾਂ ਮਿੰਟਾਂ 'ਚ ਆ ਜਾਂਦਾ। ਅਸੀਂ ਕਹਿੰਦੇ ਫਲਾਣੀ ਤਰੀਕ ਨੂੰ ਫਲਾਣੇ ਦਿਨ ਰਿਲੀਜ਼ ਹੋਣਾ, ਅਸੀਂ ਕਹਿੰਦੇ ਗੀਤ ਆ ਗਿਆ ਬਹੁਤ ਵਧੀਆ, ਜਾਂ ਕਹਿੰਦੇ ਮਾੜਾ। ਲੇਕਿਨ ਇਹ ਤਾਂ ਇਹਨਾਂ ਨੂੰ ਪਤਾ ਨਾ ਕਿ ਇਹਨਾਂ ਦੀ ਕਿੰਨੇ ਮਹੀਨਿਆਂ ਦੀ ਉਹਦੇ ਪਿੱਛੇ ਮਿਹਨਤ ਹੁੰਦੀ ਹੈ, ਫਿਰ ਉਹ ਗੀਤ ਹਿੱਟ ਹੁੰਦਾ ਜਾਂ ਉਹ ਗੀਤ ਫੇਲ ਹੁੰਦਾ। ਇਸੇ ਤਰ੍ਹਾਂ ਜਿਹੜਾ ਦਿੱਲੀ ਮੋਰਚਾ ਲੱਗਾ ਹੋਇਆ, ਇਹਦੀ ਰਿਹਰਸਲ ਹੋਈ ਹੈ ਬਕਾਇਦਾ 6-7 ਮਹੀਨੇ। ਪੰਜਾਬ ਦੇ ਵਿੱਚ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਜਥੇਬੰਦੀਆਂ ਦੇ ਆਗੂਆਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਲੜਾਈ ਕਿਉਂ ਹੈ, ਇਹ ਲੜਾਈ ਕਿੱਦਾਂ ਦੀ ਹੈ, ਤੇ ਇਹ ਚੀਜ਼ ਲੋਕਾਂ ਤੱਕ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਵੀ ਅਸੀਂ ਦਿੱਕਤਾਂ ਵਿੱਚ ਹੈਗੇ ਸੀ, ਖੁਦਕੁਸ਼ੀਆਂ ਪਹਿਲਾਂ ਵੀ ਹੋ ਰਹੀਆਂ ਸੀ, ਅਸੀਂ ਕੋਈ ਬਹੁਤ ਪਹਿਲਾਂ ਖੁਸ਼ਹਾਲ ਨਹੀਂ ਸੀ ਇਹਨਾਂ ਕਾਨੂੰਨਾਂ ਤੋਂ ਆਉਣ ਤੋਂ ਪਹਿਲਾਂ। ਐਸਾ ਕੀ ਹੈ ਇਹਨਾਂ ਕਾਨੂੰਨਾਂ ਦੇ ਵਿੱਚ, ਐਸੀ ਕਿਹੋ ਜਿਹੀ ਸਥਿਤੀ ਪੈਦਾ ਹੋ ਗਈ ਕਿ ਅਸੀਂ ਸਿੱਖ ਭਾਰ ਖੜੇ ਹੋ ਗਏ, ਸਾਰਾ ਪੰਜਾਬ ਦਾ ਪੰਜਾਬ, ਫਿਰ ਹਰਿਆਣਾ ਵੀ ਖੜਾ ਹੋ ਗਿਆ। ਇਹ ਚੀਜ਼ਾਂ ਸਮਝਣ ਦੀ ਲੋੜ ਹੈ ਹਰ ਚੀਜ਼ ਦੀ। ਜਦੋਂ ਆਪਾਂ ਫਿਲਮ ਦੀ ਸਕ੍ਰਿਪਟ ਵੀ ਲਿਖਦੇ ਆ, ਉਹਦੀ ਇੱਕ ਪ੍ਰੀ ਸਕ੍ਰਿਪਟ ਹੁੰਦੀ ਹੈ, ਫਿਰ ਉਹਦੀ ਇੱਕ ਪੋਸਟ ਸਕ੍ਰਿਪਟ ਹੁੰਦੀ ਹੈ। ਸਾਨੂੰ ਇਹ ਬਤੌਰ ਆਰਟਿਸਟ ਪ੍ਰੀ ਸਕ੍ਰਿਪਟ ਨੂੰ ਧਿਆਨ 'ਚ ਰੱਖਣਾ ਪਏਗਾ। ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਸੰਸਥਾ ਹੈ ਪੰਜਾਬ ਲੋਕ ਸੱਭਿਆਚਾਰਕ ਮੰਚ, ਜਿਹਨੂੰ ਪਲਸ ਮੰਚ ਕਿਹਾ ਜਾਂਦਾ, ਉਹ ਪਹਿਲੇ ਦਿਨ ਤੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ। ਜਿੰਨੀਆਂ ਨਾਟਕ ਟੀਮਾਂ ਉਹਨਾਂ ਦੇ ਸੰਪਰਕ ਦੇ ਵਿੱਚ ਨੇ, ਸਾਰੀਆਂ ਨੂੰ ਜਗ੍ਹਾ ਤੇ ਭੇਜਿਆ। ਮੈਂ ਮਤਲਬ ਖੁਦ ਪਿਛਲੇ 9 ਮਹੀਨਿਆਂ ਤੋਂ ਲਗਾਤਾਰ, ਚਾਹੇ ਕਿਤੇ ਟਰੈਕ ਤੇ ਲੋਕੀ ਬੈਠੇ ਨੇ, ਚਾਹੇ ਕਿਤੇ ਟੋਲ ਪਲਾਜ਼ਾ ਤੇ ਬੈਠੇ, ਉੱਥੇ ਜਾ ਕੇ ਲੋਕਾਂ ਨੂੰ ਨਾਟਕ ਕਰ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਕਿ ਸਮੱਸਿਆ ਕਿੱਥੇ ਖੜੀ ਹੈ। ਅਸੀਂ ਕਿਹੋ ਜੀ, ਤੁਸੀਂ ਖੁਦ ਦੇਖਿਆ ਨਾ ਸਾਨੂੰ ਪਰਫਾਰਮ ਕਰਦੇ ਆ ਕਿ ਤੁਸੀਂ ਕਿਸ ਸੱਤਾ ਦੇ ਨਾਲ ਤੁਹਾਡੀ ਲੜਾਈ ਹੈ, ਲੜਾਈ ਕਿੰਨੀ ਸਖਤ ਤੇ ਤਕੜੀ ਹੈ ਤੇ ਕਿੱਡਾ ਵੱਡਾ ਇਕੱਠ ਚਾਹੀਦਾ। ਕਮਾਲ ਦੀ ਗੱਲ ਇਹ ਹੋਈ ਹੈ ਕਿ ਐ ਨਹੀਂ ਆ ਕਿ ਪਹਿਲਾਂ ਲੋਕਾਂ ਨੂੰ ਸਮਝਾਇਆ ਨਹੀਂ ਸੀ ਜਾ ਰਿਹਾ, ਐ ਨਹੀਂ ਆ ਕਿ ਲੋਕੀ ਪਹਿਲਾਂ ਕਦੇ ਸਮਝੇ ਨਹੀਂ ਸੀ, ਲੇਕਿਨ ਜਿਸ ਸ਼ਿੱਦਤ ਨਾਲ, ਜਿਸ ਇੰਟੈਂਸਿਟੀ ਨਾਲ ਲੋਕੀ ਇਸ ਵਾਰੀ ਸਮਝੇ ਆ, ਇਹੀ ਕਾਰਨ ਹੈ ਕਿ 26 ਜਨਵਰੀ ਨੂੰ ਐਡਾ ਵੱਡਾ ਕੰਮ ਹੋ ਗਿਆ। ਫਿਰ ਵੀ ਇਹ ਮੋਰਚਾ ਹਲਕਾ ਜਿਹਾ ਕੰਬਿਆ ਲੇਕਿਨ ਟਿਕਿਆ ਰਿਹਾ। ਬੈਰੀਕੇਡਿੰਗ ਨਹੀਂ ਹੋਈ 27-28 ਤਰੀਕ ਨੂੰ, ਫੋਰਟੀਫਿਕੇਸ਼ਨ ਹੋਈ ਹੈ। ਮੈਂ ਉਹਨੂੰ ਬੈਰੀਕੇਡਿੰਗ ਨਹੀਂ ਕਹਿੰਦਾ, ਬੈਰੀਕੇਡਿੰਗ ਦਾ ਇੱਕ ਅਲੱਗ ਤਰੀਕਾ ਹੁੰਦਾ। ਇਹ ਕਿਲੇਬੰਦੀ ਹੋਈ ਹੈ, ਅਸੀਂ ਉਸ ਕਿਲੇਬੰਦੀ ਨੂੰ ਵੀ ਨਕਾਰਤਾ। ਅਸੀਂ ਕਿਹਾ ਕੋਈ ਗੱਲ ਨਹੀਂ, ਕਿਲੇਬੰਦੀ ਵੀ ਟੱਪ ਲਾਂਗੇ। ਤੁਸੀਂ ਸਾਡਾ ਪਾਣੀ ਬੰਦ ਕੀਤਾ, ਪੰਜਾਬੀਆਂ ਨੇ ਉੱਥੇ ਮੱਛੀ ਪੰਪ ਲਾਣੇ ਸ਼ੁਰੂ ਕਰਤੇ ਕਿ ਕੋਈ ਗੱਲ ਨਹੀਂ, ਪਾਣੀ ਤਾਂ ਅਸੀਂ ਇਸ ਜ਼ਮੀਨ ਚੋਂ, ਅਸੀਂ ਪਾਣੀ ਕੱਢਣ ਵਾਲੇ ਬੰਦੇ ਆ। ਫਿਰ ਸਾਡੇ ਸਿੰਬਲ ਕਿਹੋ ਜਿਹੇ ਆ, ਜਦੋਂ ਰਾਕੇਸ਼ ਟਕੈਤ ਇਹ ਕਹਿੰਦਾ ਕਿ ਜਦੋਂ ਮੈਂ ਪਰੇਸ਼ਾਨ ਸੀ ਮੈਂ ਅੱਗ ਵੀ ਮੰਗ ਸਕਦਾ ਸੀ ਪਰ ਮੈਂ ਪਾਣੀ ਮੰਗਿਆ। ਇਹ ਖੂਬਸੂਰਤ ਗੱਲਾਂ ਨੇ ਕਿ ਮੈਂ ਕਿਉਂ ਪਾਣੀ ਮੰਗ ਰਿਹਾ, ਕਿ ਅਸੀਂ ਉਹ ਲੋਕ ਨੇ, ਮਿੱਟੀ ਔਰ ਪਾਣੀ ਵਾਲੇ ਲੋਕ ਹਾਂ ਅਸੀਂ। ਉਹ ਜਦੋਂ ਕਿਸਾਨਾਂ ਨੂੰ ਕਹਿੰਦਾ ਕਿ ਯਾਰ ਸਵੇਰੇ ਜਦੋਂ ਉੱਠਦੇ ਹੋ ਨੰਗੇ ਪੈਰੀ ਇੱਕ ਵਾਰੀ ਖੇਤਾਂ ਜਾਇਆ ਕਰੋ, ਤੁਹਾਡੇ ਪੈਰਾਂ ਨੂੰ ਮਿੱਟੀ ਲੱਗੇ, ਉਸ ਮਿੱਟੀ ਨੂੰ ਮੱਥੇ ਲਾਓ, ਤੁਹਾਨੂੰ ਇਸ ਮਿੱਟੀ ਦੀ ਖੁਸ਼ਬੂ ਤੇ ਇਹਦੀ ਸ਼ੁੱਧਤਾ, ਇਹਦੀ ਪਾਕੀਜ਼ਗੀ ਦਾ ਤੁਹਾਨੂੰ ਅਹਿਸਾਸ ਹੋਵੇ ਹਮੇਸ਼ਾ। ਸੋ ਮਿੱਟੀ ਦੀ ਪਾਕੀਜ਼ਗੀ, ਉਹ 5 ਤੱਤਾਂ ਦੀ ਜਿਹੜੀ ਪਵਿੱਤਰਤਾ ਹੈ, ਜਿਹਦੇ 'ਚ ਹਵਾ ਹੈ, ਪਾਣੀ ਹੈ, ਮਿੱਟੀ ਹੈ, ਆਕਾਸ਼ ਹੈ, ਸਭ ਕੁਝ ਹੈ, ਉਹ ਸਾਡੇ ਅੰਗ ਸੰਗ ਵਿਚਰ ਰਿਹਾ। ਇਸੇ ਕਰਕੇ ਇਹ ਜਿਹੜਾ ਸੰਘਰਸ਼ ਹੈ ਇਹ ਸੱਚਾ ਹੈ। ਸੱਚੇ ਸੰਘਰਸ਼ ਨੂੰ ਹਰਾਉਣਾ ਬਹੁਤ ਔਖਾ ਹੁੰਦਾ। ਉਹ ਸੱਚਾ ਸੰਘਰਸ਼ ਹੈ, ਇਹ ਹਾਰੇਗਾ ਨਹੀਂ। ਗਰੇਵਾਲ ਸਾਹਿਬ, ਇੱਕ ਗੱਲ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੁੰਦਾ, ਖਾਸ ਤੌਰ ਤੇ ਟਵਿੱਟਰ ਦੀ ਅਸੀਂ ਜਾਂ ਸੋਸ਼ਲ ਮੀਡੀਆ ਦੀ ਗੱਲ ਕਰਦਾ, ਕਦੇ ਵੀ ਤੁਸੀਂ ਕਦੇ ਆਪਣੇ ਟਵਿੱਟਰ ਹੈਂਡਲ ਤੋਂ ਜਾਂ ਕਿਸੇ ਵੀ ਸੋਸ਼ਲ ਨੈਟਵਰਕ ਤੋਂ ਹੱਕ ਦੇ ਵਿੱਚ ਗੱਲ ਕਰਨੀ ਹੋਵੇ, ਵਿਰੋਧ ਦੇ ਵਿੱਚ ਗੱਲ ਕਰਨੀ ਹੋਵੇ, ਕਦੇ ਮਨ ਦੇ ਵਿੱਚ ਇਹ ਆਂਦਾ ਨਹੀਂ? ਕਿਉਂਕਿ ਜਿਸ ਤਰ੍ਹਾਂ ਦੇ ਤਰੀਕੇ ਨਾਲ ਤੁਸੀਂ IT ਸੈੱਲ ਦੀ ਗੱਲ ਕੀਤੀ ਹੈ, ਤਾਂ ਜਦੋਂ ਤੁਸੀਂ ਕੋਈ ਵੀ ਮੈਸੇਜ ਕਰਦੇ ਹੋ ਉਹਦਾ ਰਿਪਲਾਈ ਤੁਹਾਨੂੰ ਮਾੜਾ ਵੀ ਆ ਸਕਦਾ ਹੈ, ਚੰਗਾ ਵੀ ਆ ਸਕਦਾ ਹੈ, ਤੇ ਸੁਨਿਯੋਜਿਤ ਤਰੀਕੇ ਦੇ ਨਾਲ ਮਾੜਾ ਵੀ ਆ ਸਕਦਾ ਹੈ ਕਿ ਇੱਕ ਪਲਾਨਡ ਤਰੀਕੇ ਨਾਲ। ਤੁਹਾਨੂੰ ਲੱਗਦਾ ਹੈ ਕਿ ਉਹ ਜਿਹੜੀ ਚੀਜ਼ ਹੈਗੀ ਉਹ ਭਾਰੂ ਪੈਂਦੀ ਹੈ? ਅੱਜ ਤੁਸੀਂ ਕਿਸਾਨੀ ਸੰਘਰਸ਼ ਦੇ ਹੱਕ ਦੇ ਵਿੱਚ ਇੱਕ ਟਵੀਟ ਪਾ ਕੇ ਦੇਖੋ, ਬੜੇ ਸਾਰੇ ਲੋਕ ਅਜਿਹੇ ਪੈਦਾ ਹੋ ਜਾਣਗੇ ਜਿਹੜਾ ਤੁਹਾਡਾ ਵਿਰੋਧ ਵੀ ਕਰਨਗੇ। ਤੁਹਾਨੂੰ ਲੱਗਦਾ ਹੈ ਕਿ ਉਹ ਸਾਰਾ ਪਲਾਨਡ, ਵੈਲ ਪਲਾਨਡ ਹੁੰਦਾ ਕਿ ਜਿਹੜਾ ਦੁਬਾਰਾ ਮੈਸੇਜ
ਪਾਉਣ ਦੀ ਹਿੰਮਤ ਨਾ ਕਰ ਸਕੇ ਬੰਦਾ? ਉਹ ਤਾਂ ਪੂਰੀ ਟੀਮ ਹੈ ਜੀ ਇਹਨਾਂ ਦੀ। ਆਪਾਂ ਜਿਹੜੀ ਗੱਲ ਕਰ ਰਹੇ ਜਿਹੜੇ ਹੁਣ ਹੱਕ ਦੇ ਵਿੱਚ ਪਾ ਰਹੇ ਆ, ਉਹ ਇਸ ਕੰਮ ਲਈ ਵੀ ਤਿਆਰ ਬੈਠੇ ਆ ਨਾ ਕਿ ਜਿਹੜਾ ਮਤਲਬ ਉਹਦੇ ਵਿਰੋਧ ਚ ਮਤਲਬ ਹੱਕ ਚ ਪਾ ਰਿਹਾ, ਉਹਦੇ ਵਿਰੋਧ ਚ ਵੀ ਬੋਲਣਾ, ਥੱਲੇ ਗਾਲਾਂ ਵੀ ਕੱਢਣੀਆਂ ਉਹਨੀਆਂ, ਬਹੁਤ ਭੈੜੀਆਂ ਗਾਲਾਂ ਕੱਢਦੇ ਔਰ ਨਾਲ ਉਹ ਤਾਂ ਪੱਕੇ ਰੈਡੀ ਬੈਠੇ ਆ। ਔਰ ਉਹ ਤਾਂ ਹਾਲੇ ਤਾਂ ਮੈਂ ਉਹੀ ਗੱਲ ਕਰਦਾ ਵੀ ਕਿਸਾਨ ਮੋਰਚੇ ਨੂੰ ਤਾਂ ਰੱਬ ਚਲਾ ਰਿਹਾ, ਔਰ ਇਹਨਾਂ ਕੋਲੇ ਤਾਂ ਵੱਡੀਆਂ ਟੀਮਾਂ ਨੇ ਹਨਾ, ਔਰ ਪਿੱਛੇ ਪਰ ਮੈਨੂੰ ਲੱਗਦਾ ਇਹਦੇ ਚ ਦਿਲ ਐਡੇ ਲੋਕਾਂ ਨੇ ਖੋਲਤੇ ਨਾ, ਸਾਡੇ ਲੋਕਾਂ ਨੇ। ਤੁਸੀਂ ਇਹ ਦੇਖੋ ਇਹ ਕਿੱਡੀ ਖੂਬਸੂਰਤੀ ਆ ਇਸ ਮੋਰਚੇ ਦੀ ਕਿ ਛੋਟੇ ਮੋਟੇ ਜਿਹੜੇ ਮਨਮਟਾਵਾ ਉਹ ਤਾਂ ਲੋਕਾਂ ਨੇ ਦੂਰ ਹੀ ਰੱਖਤੇ। ਅੱਜ ਅਸੀਂ ਬੈਠ ਕੇ ਟਕੈਤ ਸਾਹਿਬ ਦੀ ਸਿਫਤ ਕਰ ਰਹੇ ਹਾਂ ਹਨਾ, ਜਿਹੜੀ ਗੱਲ ਚੰਗੀ ਕਰਨੀ ਬਣਦੀ ਆ ਤੁਸੀਂ ਉਹਨਾਂ ਦਾ ਲੈਕਚਰ ਕੱਢ ਲਓ। ਆਪਣੇ ਲੀਡਰਾਂ ਦੀ ਗੱਲ ਨਹੀਂ ਕਰ ਰਹੇ ਅਸੀਂ, ਉਹਨਾਂ ਦੀ ਵੀ ਗੱਲ ਕਰ ਰਹੇ। ਉਹ ਜੇ 100 ਉਹਨਾਂ ਦਾ ਕੋਈ ਕੱਢ ਲਓ, ਉਹ ਜੇ 100 ਗੱਲਾਂ ਕਰਨਗੇ ਵਿੱਚੋਂ 30-35 ਸਰਦਾਰਾਂ ਬਾਰੇ ਕਰਨਗੇ ਹਨਾ, ਉਹ ਸਾਡੀ ਕਰ ਰਹੇ ਆ। ਸੋ ਇਹ ਔਰ ਸਾਡੇ ਤਾਂ 1 ਮਿੰਟ 'ਚ ਨਾਲ ਕੋਈ ਬੈਠਾ ਹੋਵੇ, ਕੋਈ ਸਾਡੇ ਕੋਲ ਖੜ ਕੇ ਸਿਗਰਟ ਪੀਂਦਾ, ਹੁੱਕਾ ਪੀਂਦਾ, ਤੇ ਸਾਡੇ ਤਾਂ ਮਤਲਬ ਜਿਹੜਾ ਆਮ ਸਰਦਾਰ ਵੀ ਹੈ ਨਾ, ਉਹ ਵੀ ਅਗਲੇ ਦੇ ਗੱਲ ਨੂੰ ਪੈਂਦਾ ਵੀ ਉਹ ਪਰੇ ਲੈ ਜਾ ਇਹਨੂੰ। ਔਰ ਉੱਥੇ ਦੇਖੋ ਤੁਸੀਂ ਨਾਲ ਹੀ ਸਾਡੇ ਭਾਊ ਬੈਠੇ ਆ ਹਰਿਆਣੇ ਵਾਲੇ, ਕੋਲੇ ਹੀ ਬਾਬਿਆਂ ਦਾ ਲੰਗਰ ਚੱਲਦਾ। ਲੋਕਾਂ ਨੇ ਉਹ ਛੋਟੀਆਂ ਮੋਟੀਆਂ ਚੀਜ਼ਾਂ ਇਗਨੋਰ ਹੀ ਕਰਤੀਆਂ ਕਿ ਨਹੀਂ ਅਸੀਂ ਭਰਾ ਵਾਂ ਔਰ ਅਸੀਂ ਸੰਘਰਸ਼ ਲਈ ਲੜ ਰਹੇ ਹਾਂ, ਔਰ ਨਿਸ਼ਾਨਾ ਲੋਕਾਂ ਦਾ ਸਿੱਧਾ। ਇਸੇ ਕਰਕੇ ਹੀ ਮੈਨੂੰ ਲੱਗਦਾ ਇਹ ਜਿਹੜਾ ਸੰਘਰਸ਼ ਆ, ਇਹਨੂੰ ਕਿੰਨੀਆਂ ਕੋਸ਼ਿਸ਼ਾਂ ਹੁਣ ਤੱਕ ਹੋ ਚੁੱਕੀਆਂ, ਹਲੇ ਹੋਰ ਵੀ ਹੋਣਗੀਆਂ, ਪਰ ਲੋਕ ਇੰਨੇ ਤਕੜੇ ਦਿਲੋਂ ਬੈਠੇ ਆ ਔਰ ਇੰਨੇ ਜੁੜ ਕੇ ਬੈਠੇ ਆ। ਔਰ ਖਾਸ ਤੌਰ ਤੇ ਜਿਹੜੇ ਸਾਡਾ ਯੰਗਸਟਰ ਨੇ, ਨੌਜਵਾਨ ਤਬਕਾ, ਉਹਨਾਂ ਨੇ ਇੰਨੀ ਸਮਝਦਾਰੀ ਨਾਲ ਉੱਥੇ ਜਿਹੜੀ ਇੱਕ ਪੋਜ਼ਿਟਿਵਿਟੀ ਆ, ਵੀਰ ਜੀ ਭੈਣ ਜੀ ਬਾਬਾ ਜੀ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਹੈ ਹਨਾ, ਤੋਂ ਉਹ ਜਿਹੜੀ ਉਹ ਚੀਜ਼ ਇਸ ਮੋਰਚੇ ਨੂੰ ਬਚਾ ਰਹੀ। ਠੀਕ ਹੈ ਚੱਲ ਸਾਹਿਬ, ਮੈਂ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰਨਾ ਚਾਹੂੰਗੀ। ਜਿਸ ਤਰ੍ਹਾਂ ਤੁਸੀਂ ਭਾਜੀ ਕਿਹਾ ਕਿ ਟਕੈਤ ਸਾਹਿਬ ਦੀ ਵੀ ਗੱਲ ਕਰ ਰਹੇ ਆ, ਗਾਜ਼ੀਪੁਰ ਬਾਰਡਰ ਸੀਗੇ ਤੇ ਉੱਥੇ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਇਸ ਅੰਦੋਲਨ ਨੂੰ, ਇਸ ਸੰਘਰਸ਼ ਨੂੰ ਸਾਡੇ ਪੰਜਾਬੀ ਵੀਰ ਅੱਗੇ ਲੈ ਕੇ ਆਏ। ਨੋ ਡਾਊਟ ਪੰਜਾਬੀਆਂ ਨੇ ਇੱਕ ਲਹਿਰ ਬਣਾਈ ਜਿਹੜੀ ਪੂਰੀ ਦੁਨੀਆ ਦੇ ਵਿੱਚ ਨਿਗਾਹ ਦੇ ਵਿੱਚ ਆਈ, ਔਰ ਉਸ ਤੋਂ ਬਾਅਦ ਹੌਲੀ ਸਾਰੇ ਸਟੇਟ ਵੀ ਨਾਲ ਜੁੜਦੇ ਗਏ। ਕਹਿੰਦੇ ਅੱਜ ਅਗਰ ਉਹਨਾਂ ਦੀ ਛਵੀ ਨੂੰ ਮਾੜਾ ਕਰਨ ਦੀ ਜਾਂ ਦਿਖਾਉਣ ਦੀ ਆਹ ਸਰਕਾਰ ਨੇ ਜਾਂ ਜੋ ਵੀ ਸਟ੍ਰੈਟਜੀ ਹੋਈ ਆ, ਇਹ ਕੋਸ਼ਿਸ਼ ਕੀਤੀ ਗਈ ਹੈ, ਕਹਿੰਦੇ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅੱਜ ਮੇਰਾ ਫਰਜ਼ ਬਣਦਾ ਹੈ, ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪੰਜਾਬੀਆਂ ਦੀ ਭਰਾਵਾਂ ਦੀ ਪੱਗਾਂ ਨੂੰ ਅਸੀਂ ਬਚਾਈਏ ਔਰ ਉਹਨਾਂ ਦੀ ਇੱਜ਼ਤ ਨੂੰ ਅਸੀਂ ਬਰਕਰਾਰ ਰੱਖੀਏ। ਲਾਈਨ ਬੜੀ ਸੋਹਣੀ ਸੀ, ਇੱਕ ਦਿਨ ਉਹਨਾਂ ਦਾ ਬਿਆਨ ਮੈਂ ਪੜ੍ਹ ਰਿਹਾ ਸੀਗਾ ਕਿ ਕੁਝ ਲੋग पगड़ी को उछालने की कोशिश कर रहे थे, मैंने सर पे बांध ली। उस दिन उन्होंने ऑरेंज कलर दी अपने ना संतरी केसरी पग बन्नी हुई सी है ना। चलो मैं एक मिनट वापस आना, मैं थोड़े तो एक लाइन भी जरूर सुननी है। चाल साहब कोल जाना है मैं। चाल साहब एक गल जिहड़ी मैं कही है कि जिहड़े हक दे विच खड़दे ने, जिहड़े हक दे विच ट्वीट भी करते ने या तुहाडे वर्गे कलाकार जिहड़े ने हक दे विच बोलदे भी ने, ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵੱਡਾ ਤਬਕਾ ਜਿਹੜਾ ਤੁਹਾਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕਰਦਾ? ਅੱਜ ਤਾਪਸੀ ਪੰਨੂ ਇੱਕ ਟਵੀਟ ਕਰਦੇ ਨੇ, ਬੜਾ ਖੂਬਸੂਰਤ ਟਵੀਟ ਕੀਤਾ ਉਹਨਾਂ ਨੇ ਟਵੀਟ ਕੀਤਾ ਕਿ ਜੇ ਇੱਕ ਕੌਮਾਂਤਰੀ ਟਵੀਟ ਦੇ ਨਾਲ ਤੁਹਾਡੀਆਂ ਜੜ੍ਹਾਂ ਹਿਲਦੀਆਂ ਨੇ ਤਾਂ ਤੁਹਾਨੂੰ ਜ਼ਰੂਰਤ ਹੈ ਜੜ੍ਹਾਂ ਮਜ਼ਬੂਤ ਕਰਨ ਦੀ। ਇਹ ਸਿਖਾਉਣ ਦੀ ਜ਼ਰੂਰਤ ਨਹੀਂ ਹੈ ਕਿ ਕੌਮਾਂਤਰੀ ਬੰਦਾ ਤੁਹਾਡੇ ਮਾਮਲੇ 'ਚ ਦਖਲਅੰਦਾਜ਼ੀ ਕਰੇ ਜਾਂ ਨਾ ਕਰੇ। ਜੇ ਤੁਹਾਡੀਆਂ ਜੜ੍ਹਾਂ ਇੰਨੀਆਂ ਹਲਕੀਆਂ ਨੇ, ਇੱਕ ਟਵੀਟ ਦੇ ਨਾਲ ਹਿਲ ਗਈਆਂ ਨੇ, ਤਾਂ ਤੁਹਾਨੂੰ ਆਪਣੀਆਂ ਜੜ੍ਹਾਂ ਪਹਿਲਾਂ ਮਜ਼ਬੂਤ ਕਰਨੀਆਂ ਪੈਣੀਆਂ ਨੇ। ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੇ ਟਵੀਟ ਤਾਂ ਕਰ ਦਿੱਤਾ, ਪਰ ਇੱਕ ਕੋਸ਼ਿਸ਼ ਜ਼ਰੂਰ ਰਹੇਗੀ ਬਾਕੀ ਤਬਕੇ ਦੀ ਕਿ ਇਹਨਾਂ ਨੂੰ ਆਈਸੋਲੇਟ ਕੀਤਾ ਜਾਵੇ? ਬਿਲਕੁਲ ਭਾਜੀ, ਉਹ ਤਾਂ ਹੈ ਜੀ। ਜਦੋਂ ਉਹਨਾਂ ਨੂੰ ਪਤਾ, ਕੋਈ ਵੀ ਅਸੀਂ ਜਿਵੇਂ ਪਹਿਲਾਂ ਵੀ ਤੁਸੀਂ ਗਰੇਵਾਲ ਸਾਹਿਬ ਨਾਲ ਗੱਲ ਕੀਤੀ ਸੀ ਵੀ ਜਦੋਂ ਅਸੀਂ ਕੋਈ ਆਪਣੀ ਚੀਜ਼ ਪਾਉਂਦੇ ਆ, ਕੋਈ ਸ਼ੇਅਰ ਕਰਦੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ, ਆਪਣੇ ਹੈਂਡਲਸ ਦੇ ਉੱਤੇ, ਤਾਂ ਉਹਦੀ ਆਪੋਜੀਸ਼ਨ ਜ਼ਰੂਰ ਜੀ ਉੱਠਦੀ ਹੈ। ਹੁਣ ਅੱਜ ਮੈਂ ਕੋਈ ਵੀ ਪੋਸਟ ਪਾਉਣਾ, ਜਿੰਨੀ ਵਾਰ ਵੀ ਅਸੀਂ ਸਿੰਘ ਬਾਰਡਰ ਤੇ ਗਏ ਆ ਜਾਂ ਉੱਥੋਂ ਦੇ ਮੋਰਚੇ ਦੀ ਕੋਈ ਪੋਸਟ ਪਾਉਂਦੇ ਆ, ਅੱਜ ਤੱਕ ਕਦੇ ਬਾਬਾ ਜੀ ਦੀ ਮਿਹਰ ਨਾਲ ਨੈਗੇਟਿਵਿਟੀ ਕਦੇ ਮੇਰੇ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਆਈ ਸੀ। ਪਰ ਹੁਣ ਇਹ ਜਿਹੇ ਹੈਂਡਲ ਨੇ, ਉਹਨਾਂ ਦੇ ਉੱਤੇ ਨਿਸ਼ਾਨ ਸਾਹਿਬ ਦੀਆਂ ਫੋਟੋਆਂ ਨੇ, ਕੋਈ ਸਿੰਘ ਦੇ ਉੱਤੇ ਕੋਈ ਨਾ, ਕੋਈ ਮਤਲਬ ਵੀ ਸਾਫ਼ ਪਤਾ ਚੱਲਦਾ ਵੀ ਉਹਨਾਂ ਨੇ ਮਾੜੀਆਂ ਹੀ ਗੱਲਾਂ ਲਿਖਣੀਆਂ ਨੇ, ਵੀ ਕੋਈ ਜਿਹੜੇ ਉੱਥੇ ਬੰਦੇ ਉਹਨਾਂ ਨੇ ਆਈਟੀ ਸੈੱਲ ਦੇ ਆਪਣੇ ਬਿਠਾਏ ਹੋਏ ਨੇ, ਉਹਨਾਂ ਨੇ ਆਪੋਜ਼ਿਟ ਗੱਲ ਕਰਨੀ ਹੀ ਕਰਨੀ ਹੈ। ਸੋ ਸਰਕਾਰ ਵੱਲੋਂ ਤਾਂ ਜੀ ਇਹ ਪੂਰੀ ਆਪਣੀ ਕੀ ਕਹਿੰਦੇ ਨੇ ਕੋਸ਼ਿਸ਼ ਹੈਗੀ ਆ। ਉਹਨਾਂ ਦੇ ਜਿਹੜੇ ਇਹ ਗੁੰਡੇ, ਮੈਂ ਤਾਂ ਗੁੰਡੇ ਹੀ ਗੱਲ ਵਰਡ ਯੂਜ਼ ਕਰੂੰਗਾ ਜੀ, ਕਿ ਕਿਉਂਕਿ ਆਪਣਾ ਸੰਘਰਸ਼ ਜਿਹੜਾ ਹੈਗਾ ਇੰਨਾ ਜ਼ਿਆਦਾ ਸਟਰੋਂਗ ਹੈਗਾ, ਤਾਂ ਉਹਨਾਂ ਨੂੰ ਪਤਾ ਹੈ ਜੀ ਉਹ ਆਪਣੇ ਹਰ ਇੱਕ ਹੱਥ ਕੰਡੇ ਅਪਣਾ ਰਹੇ ਨੇ। ਤਾਂ ਇੱਕ ਟਵੀਟ ਦੇ ਉੱਤੇ ਇੰਨੇ ਜ਼ਿਆਦਾ ਨੈਗੇਟਿਵ ਟਵੀਟ ਸਭ ਤੋਂ ਪਹਿਲਾਂ ਆਏ ਪਏ ਹੁੰਦੇ ਨੇ, ਜਿਹਦੇ ਵਿੱਚ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਕੀ ਲਿਖ ਰਹੇ ਹਾਂ, ਟਵੀਟ ਕੀ ਕੀਤਾ। ਉਹਦਾ ਆਨਸਰ ਇਹ ਹੈ ਕਿ ਹਾਂਜੀ ਹੁਣ ਤੁਸੀਂ ਆਪਣਾ ਅੱਤਵਾਦੀ, ਜਿਹੜੇ 4-5 ਉਹਨਾਂ ਦੇ ਸ਼ਬਦ ਹੈਗੇ ਨੇ, ਅੱਤਵਾਦੀ ਲਿਖਣਾ, ਖਾਲਿਸਤਾਨੀ ਲਿਖਣਾ। ਸੋ ਇਹ ਨਹੀਂ ਪਤਾ ਹੈਗਾ ਵੀ ਭਾਈ ਉਹ ਟਵੀਟ ਤੁਸੀਂ ਕੀ ਕੀਤਾ। ਸੋ ਇਹ ਤਾਂ ਨੈਗੇਟਿਵਿਟੀ ਫੈਲਾਉਂਦੇ ਨੇ ਜੀ, ਪਰ ਆਪਣੇ ਕਿਰਦਾਰ ਆਪਣੇ ਲੋਕਾਂ ਦੇ ਬਹੁਤ ਉੱਚੇ ਨੇ ਜੀ, ਉਹਨਾਂ ਨੂੰ ਹਰ ਇੱਕ ਚੀਜ਼ਾਂ ਪਤਾ ਲੱਗ ਗਿਆ। ਸੋ ਇਸ
ਸੰਘਰਸ਼ ਦੇ ਵਿੱਚ ਇੱਕ ਬਹੁਤ ਵਧੀਆ ਚੀਜ਼ ਸਾਹਮਣੇ ਆਈ ਹੈ ਜੀ, ਬੈਡ ਐਲੀਮੈਂਟ ਜਿੰਨੇ ਵੀ ਨੇ ਉਹ ਫਿਲਟਰ ਹੋ ਗਏ ਜੀ। ਤੇ ਬਾਕੀ ਜਿਹੜੀ ਆਪਣੀ ਇੱਕ ਏਕਾ ਜਿਹੜਾ ਹੈਗਾ ਯੂਥ ਦਾ, ਜੇ ਆਪਾਂ ਗੱਲ ਕਰੀਏ, ਉਹ ਸਾਨੂੰ ਦਿੱਤਾ ਸਾਡੀ ਕੌਮ ਨੂੰ। ਇੱਥੇ ਪੰਜਾਬੀਆਂ ਨੇ ਉਹ ਚੀਜ਼ ਸਮਝੀ ਹੈ ਵੀ ਅਸੀਂ ਕਿੰਨੇ ਸਟਰੋਂਗ ਹੈਗੇ ਆ। ਸੋ ਇਹ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰਦੇ ਰਹਿਣ ਜੀ, ਤਾਂ ਇਹਨਾਂ ਨੇ ਕਰਨਾ ਹੀ ਹੈ। ਜਿੰਨੇ ਮਰਜ਼ੀ ਕੱਲ ਨੂੰ ਹੋਰ ਕੋਈ ਚੀਜ਼ ਆਊਗੀ, ਹੋਰ ਇਹਨਾਂ ਨੇ ਆਪਣੇ ਸ਼ਰਾਰਤੀ ਅੰਸਰ ਵਿੱਚ ਛੱਡਣੇ ਨੇ, ਬੁਰਾਈਆਂ ਤਾਂ ਹੋਣਗੀਆਂ ਜੀ, ਪਰ ਆਪਾਂ ਸਾਰੇ ਬੜੀ ਵਧੀਆ ਸ਼ਿੱਦਤ ਦੇ ਨਾਲ, ਸਬਰ ਦੇ ਨਾਲ, ਚੰਗੇ ਤਕੜੇ ਜਜ਼ਬੇ ਦੇ ਨਾਲ ਲੱਗੇ ਹੋਏ ਆ ਜੀ। ਸੋ ਇਹ ਛੋਟੀਆਂ ਮੋਟੀਆਂ ਗੱਲਾਂ ਇੱਕ ਛਾਣਨੀ ਲੱਗ ਜਾਂਦੀ ਹੈ, ਉਹ ਛਾਨਣੀ ਲੱਗਦੀ ਹੈ ਮੈਨੂੰ ਲੱਗਦਾ। ਉਸ ਤੋਂ ਬਾਅਦ ਸਾਨੂੰ ਇਹ ਪਤਾ ਲੱਗ ਗਿਆ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ। ਨਾਲ ਹੀ ਇਹ ਪਹਿਲੀ ਵਾਰੀ ਹੋਇਆ ਕਿਉਂਕਿ ਬੜੇ ਸਾਰੇ ਜਿਹਨੂੰ ਆਪਾਂ ਆਪਣਾ ਰੋਲ ਮਾਡਲ ਮੰਨਦੇ ਆ ਉਹ ਵੀ ਟ੍ਰੋਲ ਹੋ ਰਹੇ ਨੇ। ਸਚਿਨ ਤੰਦੂਲਕਰ ਵਰਗੇ ਟ੍ਰੋਲ ਹੋ ਰਹੇ ਨੇ, ਅਕਸ਼ੇ ਕੁਮਾਰ ਵਰਗੇ ਟ੍ਰੋਲ ਹੋ ਰਹੇ ਨੇ, ਜਿਹੜੇ ਕਹਿੰਦੇ ਨੇ ਕਿ ਸਾਡਾ ਅੰਦਰੂਨੀ ਮਸਲਾ ਹੈ ਤੇ ਲੋਕਾਂ ਨੇ ਕੱਢ ਕੇ ਉਹਨਾਂ ਦੀ ਸਿਟੀਜ਼ਨਸ਼ਿਪ ਯਾਦ ਕਰਾਤੀ ਕਿ ਤੁਸੀਂ ਕੈਨੇਡਾ ਦੀ ਸਿਟੀਜ਼ਨਸ਼ਿਪ ਹੈ ਤੁਹਾਡਾ ਅੰਦਰੂਨੀ ਮਸਲਾ ਨਹੀਂ ਹੈ, ਤੁਸੀਂ ਕਿਰਪਾ ਕਰਕੇ ਚੁੱਪ ਹੀ ਰਹੋ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਅਸੀਂ ਰੋਲ ਮਾਡਲ ਮੰਨਦੇ ਸੀਗੇ, ਉਹ ਟ੍ਰੋਲ ਹੋ ਰਹੇ ਨੇ, ਉਹਨਾਂ ਨੂੰ ਵੀ ਉਹਨਾਂ ਨੂੰ ਯਾਦ ਕਰਾਇਆ ਜਾ ਰਿਹਾ ਤੁਸੀਂ ਕੌਣ ਹੋ। ਨਾਲੇ ਉਹ ਇਹ ਵੀ ਗੱਲ ਕਹਿ ਰਹੇ ਨੇ ਕਿ ਉਹਨਾਂ ਵੱਲ ਧਿਆਨ ਨਾਲ ਦੋ ਜਿਹੜੇ ਸਾਡੇ 'ਚ ਡਿਫਰੈਂਸਿਸ ਪੈਦਾ ਕਰ ਰਹੇ ਆ, ਇਹ ਕਮਲੇ ਇਹ ਨਹੀਂ ਜਾਣਦੇ ਕਿ ਡਿਫਰੈਂਸਿਸ ਅਸੀਂ ਨਹੀਂ ਪੈਦਾ ਕਰ ਰਹੇ ਜਾਂ ਉਹ ਨਹੀਂ ਪੈਦਾ ਕਰ ਰਹੇ। ਅਸੀਂ ਤਾਂ ਕਿਸਾਨ ਤੇ ਉਹ ਨੇ, ਇਹ ਅੰਦੋਲਨ ਉਹ ਅੰਦੋਲਨ ਬਣਿਆ ਜਿਹਨੇ ਸਾਰਿਆਂ ਨੂੰ ਇੱਕ ਕਰ ਦਿੱਤਾ, ਸਾਰੇ ਸਟੇਟਸ ਨੂੰ ਇੱਕ ਕਰ ਦਿੱਤਾ। ਤੇ ਇੱਕ ਐਸਾ ਉਦਾਹਰਣ ਬਣ ਕੇ ਸਾਹਮਣੇ ਆਇਆ ਕਿ ਅੱਜ ਤੱਕ ਜਿਹੜੀ ਵੱਖਵਾਦ ਦੀ ਜਿਹੜੀ ਇੱਕ ਦਿੱਤੀ ਜਾਂਦੀ ਸੀਗੀ ਸੰਗਿਆ, ਉਹ ਕਿ ਸਰਕਾਰ ਹਮੇਸ਼ਾ ਹੀ ਉਹਦੀ ਸਟ੍ਰੈਟਜੀ ਰਹੀ ਹੈ ਕਿ ਇਹਨਾਂ ਨੂੰ ਅੱਡ ਕਰੀਏ, ਕਿਸੇ ਵੀ ਤਰ੍ਹਾਂ ਤੇ ਰਾਜ ਕਰੀਏ। ਸੋ ਇਹ ਉਹਨਾਂ ਨੂੰ ਕਹਿ ਰਹੇ ਆ, ਬਾਹਰਲੇ ਬੰਦੇ ਜਿਹੜੇ ਬੈਠੇ ਆ, ਇੰਟਰਨੈਸ਼ਨਲ ਜਿਹੜੇ ਆਰਟਿਸਟ ਨੇ, ਉਹਨਾਂ ਨੂੰ ਇਹਨਾਂ ਦੇ ਦੁੱਖ ਦਿਖ ਗਿਆ, ਇਹਨਾਂ ਦੀ ਪੀੜ ਦਿਖ ਗਈ। ਪਰ ਜਿਹੜੇ ਸਾਡੇ ਹਾਲੀਵੁੱਡ ਵਾਲੇ ਨੇ, ਉਹ ਹਮੇਸ਼ਾ, ਉਹ ਪਿਛਲੇ 2 ਮਹੀਨਿਆਂ ਤੋਂ ਚੁੱਪ ਸੀਗੇ, ਰਾਤੋਂ ਰਾਤ ਉਹਨਾਂ ਦੀ ਦੇਸ਼ ਭਗਤੀ ਜਾਗ ਆਈ। ਔਰ ਅਗਰ ਜਦੋਂ ਅਸੀਂ ਸਾਡੇ ਪੰਜਾਬੀ ਜਦੋਂ ਸ਼ਹੀਦੀ ਦਿੰਦੇ ਸੀਗੇ, ਹਰਿਆਣੇ ਦੇ ਵੀਰ ਸਾਡੇ ਜਦੋਂ ਸ਼ਹੀਦੀ ਦਿੰਦੇ ਸੀਗੇ, ਉਹ ਦੇਸ਼ ਭਗਤ ਨੇ। ਪਰ ਅੱਜ ਜੇ ਆਪਣੇ ਮੰਗਾਂ ਲਈ ਉਹ ਆਵਾਜ਼ ਚੱਕ ਰਹੇ ਨੇ, ਅੱਜ ਗੱਦਾਰ ਹੋ ਗਏ, ਦੇਸ਼ਦਰੋਹੀ ਹੋ ਗਏ, ਤੇ ਨਾਲ ਅੱਤਵਾਦੀ ਵੀ ਕਿਹਾ ਜਾ ਰਿਹਾ, ਔਰ ਖਾਲਿਸਤਾਨ ਪਤਾ ਨਹੀਂ ਕੀ ਸ਼ਬਦ ਯੂਜ਼ ਕੀਤੇ ਜਾ ਰਹੇ ਆ। ਸੋ ਇਹ ਬਹੁਤ ਹੀ ਮਾੜੀ ਗੱਲ ਹੈਗੀ ਆ, ਬਹੁਤ ਹੀ ਮਾੜੀਆਂ ਸਟੇਟਮੈਂਟਸ ਦੇ ਰਹੇ ਨੇ। ਗਰੇਵਾਲ ਸਾਹਿਬ 2 ਲਾਈਨਾਂ ਤੁਹਾਡੇ ਤੋਂ ਜ਼ਰੂਰ ਸੁਣਾਂਗੇ ਜੀ। ਅੰਨਦਾਤੇ ਨੇ ਜਦ ਕਰਤਾ ਚੈਲੰਜ ਬੇਈਮਾਨਾਂ ਨੂੰ, ਬਈ ਅੱਤਵਾਦੀ ਲੱਗ ਗਏ ਕਹਿਣ ਕਿਸਾਨਾਂ ਨੂੰ। ਓਏ ਹੱਕਾਂ ਦੇ ਲਈ ਲੜਦੇ ਜੇ ਗੱਲ ਆ ਗਈ ਅਣਖਾਂ ਤੇ, ਜੋ ਹੱਥ ਗਲੇ ਨੂੰ ਪੈਂਦੇ ਨੇ ਉਹ ਹੱਥ ਤੋੜ ਦਿਆਂਗੇ। ਉਹ ਜਾਣ ਸਾਡੇ ਤੇ ਚੜ ਆਵੇਂ ਦਿੱਲੀਏ ਨੀ, ਅਸੀਂ ਨੱਕੇ ਮੋੜਨ ਵਾਲੇ ਆ, ਤੇਰਾ ਨੱਕ ਮੋੜ ਦਿਆਂਗੇ। ਵਾਹ, ਕੀ ਬਾਤ ਹੈ, ਕੀ ਬਾਤ ਹੈ। ਇਸੇ ਲਈ ਮੈਂ ਕਹਿੰਦਾ ਕਿ ਕਲਾਕਾਰ ਹੈ ਜਿਹੜਾ ਉਹ ਤੁਹਾਡੇ ਦਿਲ ਤੱਕ ਦਸਤਕ ਦਿੰਦਾ ਹੈ। ਜਿਹੜੀ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ, ਅਸੀਂ ਤੁਹਾਡੇ ਤੱਕ ਉਹਨਾਂ ਸ਼ਬਦਾਂ 'ਚ ਨਹੀਂ ਪਹੁੰਚਾ ਸਕਦੇ, ਜਿਹੜੀ ਗੱਲ ਇਹ ਸੌਖੇ ਤਰੀਕੇ ਨਾਲ ਦਿਲ ਤੱਕ ਪਹੁੰਚਾ ਸਕਦੇ ਨੇ। ਰੁਪਿੰਦਰ ਹਾਂਡਾ ਜੀ 2 ਲਾਈਨਾਂ ਤੁਹਾਡੇ ਤੋਂ ਵੀ ਜ਼ਰੂਰ ਸੁਣਾਂਗੇ। ਜੀ ਜ਼ਰੂਰ। ਇੱਟ ਖੜਕਾਈ ਮਾਧੋ ਦਾਸ ਨੇ ਸਰਹੰਦ ਦੀ, ਨਿੱਕੇ ਨਿੱਕੇ ਬੱਚਿਆਂ ਨੇ ਨੀ ਰੱਖੀ ਕੰਧ ਦੀ। ਇੱਟ ਖੜਕਾਈ ਮਾਧੋ ਦਾਸ ਨੇ ਸਰਹੰਦ ਦੀ, ਨਿੱਕੇ ਨਿੱਕੇ ਬੱਚਿਆਂ ਨੇ ਨੀ ਰੱਖੀ ਕੰਧ ਦੀ। ਹੋ ਬਾਪੇ ਦੀਪ ਸਿੰਘ ਬਾਰੇ ਹੋ ਸੁਣਿਆ, ਬਿਨਾਂ ਸੀਸ ਤੋਂ ਵੀ ਖੰਡਿਆਂ ਦੇ ਚੱਕਣੇ। ਸੁਣੀ ਜਾਈ ਦਿੱਲੀਏ, ਤੈਨੂੰ ਰੁਤਬੇ ਪੰਜਾਬੀਆਂ ਦੇ ਦੱਸਣੇ। ਸੁਣੀ ਜਾਈ ਦਿੱਲੀਏ, ਤੈਨੂੰ ਰੁਤਬੇ ਪੰਜਾਬੀਆਂ ਦੇ ਦੱਸਣੇ। ਬਹੁਤ ਧੰਨਵਾਦ ਜੀ, ਬਹੁਤ ਵਧੀਆ। ਇੱਕ ਗੱਲ ਮੈਂ ਜ਼ਰੂਰ ਕਹਿਣਾ ਹੁੰਦਾ, ਮੈਂ ਸਿੰਘੂ ਬਾਰਡਰ ਤੋਂ ਵੀ ਕਈ ਵਾਰੀ ਕੀਤੀ ਆ ਵੀ ਜਦੋਂ ਅਸੀਂ ਦਿੱਲੀਏ ਕਰਦੇ ਆ ਤਾਂ ਕਿਤੇ ਦਿੱਲੀ ਦੇ ਲੋਕ ਇਹ ਨਾ ਉਹਨਾਂ ਨੂੰ ਗਾਲਾਂ ਕੱਢਦੇ ਆ। ਸੋ ਦਿੱਲੀਏ ਦਾ ਮਤਲਬ ਦਿੱਲੀ ਦਾ ਤਖਤ ਆ, ਜਿਹਦੇ ਨਾਲ ਲੜਾਈ ਆ, ਜਿਹੜੇ ਸਾਡੇ ਹੱਕਾਂ ਦੇ ਨਾਲ, ਹਨਾ, ਸਾਡੇ ਹੱਕ ਜਿਹੜੇ ਖੋਣ ਤੇ ਆਏ ਹੋਏ ਆ। ਸੋ ਦਿੱਲੀ ਦੇ ਲੋਕ ਤਾਂ ਉੱਥੇ ਆ ਕੇ ਸੇਵਾ ਕਰ ਰਹੇ ਆ, ਉਹ ਤਾਂ ਵਿਚਾਰੇ ਲੰਗਰਾਂ ਦੇ ਵਿੱਚ ਆ ਰਹੇ ਆ, ਔਰ ਉਹ ਹਰ ਤਰੀਕੇ ਨਾਲ ਮਦਦ ਕਰ ਰਹੇ ਆ। ਉਹਨਾਂ ਦਾ ਤਾਂ ਉਲਟਾ ਅਸੀਂ ਦਿਲ ਜਿੱਤਣਾ, ਹਨਾ, ਦਿਲ ਜਿੱਤਣ ਗਏ ਆ। ਔਰ ਹਰ ਵਰਗ ਮੈਨੂੰ ਲੱਗਦਾ ਕਿਸਾਨਾਂ ਦੇ ਨਾਲ ਆ, ਪਰ ਸਿਰਫ ਸਰਕਾਰ ਵੱਲੋਂ ਇੱਕ ਇਗਨੋਰ ਕੀਤਾ ਜਾ ਰਿਹਾ। ਔਰ ਕਦੇ ਤਾਂ ਮੈਨੂੰ ਲੱਗਦਾ ਕਿ ਇਹ ਬਿਹੇਵ ਕਰ ਰਿਹਾ, ਇਹਨਾਂ ਨਾਲ
ਕਿਸਾਨਾਂ ਦੇ ਨਾਲ ਆਪੋਜੀਸ਼ਨ ਪਾਰਟੀਆਂ ਵਰਗਾ ਕਹਿੰਦੇ ਵੀ ਆ ਕਿ ਜੀ ਆਪੋਜੀਸ਼ਨ ਪਾਰਟੀਆਂ ਦਾ ਇਕੱਠ ਆ। ਸੋ ਇਹਨਾਂ ਨੂੰ ਇਹ ਨਹੀਂ ਪਤਾ ਵੀ ਲੋਕ ਉਹੀ ਨੇ ਜਿਨ੍ਹਾਂ ਨੇ ਤੁਹਾਨੂੰ ਚੁਣਿਆ, ਜਿਨ੍ਹਾਂ ਨੇ ਤੁਹਾਨੂੰ ਪਾਵਰ ਦਿੱਤੀ ਆ। ਔਰ ਪੰਗਾ ਪੈ ਗਿਆ ਹੁਣ ਇਹ ਦਾਤੀਆਂ ਜਿਹੜੇ ਔਰ ਕਈਆਂ ਦਾਤੀਆਂ ਵਾਲਿਆਂ ਦੇ ਨਾਲ, ਉਹਨਾਂ ਨੂੰ ਹੈਂਡਲ ਕਿਵੇਂ ਕਰਨਾ ਉਹ ਇਹਨਾਂ ਨੂੰ ਸਮਝ ਨਹੀਂ ਆ ਰਹੀ ਹਨਾ। ਉਹਨਾਂ ਨੂੰ ਹੈਂਡਲ ਕਰਨਾ ਚਾਹੁੰਦੇ ਆ ਆਪੋਜੀਸ਼ਨ ਬਣਾ ਕੇ। ਦਿੱਲੀ ਦੇ ਨਾਲ ਜੁੜੇ ਇੱਕ ਵਾਕਿਆ ਮੈਂ ਵੀ ਤੁਹਾਡੇ ਨਾਲ ਸਾਂਝਾ ਕਰੂੰਗੀ। ਮੈਂ ਦਿੱਲੀ ਸੀਗੀ ਔਰ ਇੱਕ ਮੈਨੂੰ ਦੁਕਾਨ ਤੇ ਜਾਣ ਦਾ ਮੌਕਾ ਮਿਲਿਆ ਤੇ ਮੈਂ ਉਹਨਾਂ ਨੂੰ ਵੈਸੇ ਹੀ ਪੁੱਛ ਲਿਆ, ਮੈਂ ਕਿਹਾ ਤੁਸੀਂ ਜਿਹੜਾ ਅੰਦੋਲਨ ਹੋ ਰਿਹਾ ਤੁਸੀਂ ਇਹਦੇ ਬਾਰੇ ਕੀ ਤੁਹਾਡੇ ਵਿਚਾਰ ਹੈ, ਤੁਸੀਂ ਹੱਕ ਦੇ ਵਿੱਚ ਹੈਗੇ ਹੋ ਜਾਂ ਨਹੀਂ? ਕਹਿੰਦਾ ਅਸੀਂ ਹੱਕ ਦੇ ਵਿੱਚ ਆ। ਮੈਂ ਕਿਹਾ ਤੁਹਾਡੀ ਕੋਈ ਜ਼ਮੀਨ ਹੈਗੀ ਹੈ? ਕਹਿੰਦੇ ਸਾਡੀ ਕੋਈ ਜ਼ਮੀਨ ਨਹੀਂ ਹੈ, ਅਸੀਂ ਕਿਸਾਨੀ ਸਾਡੀ ਦੂਰ ਦੂਰ ਤੱਕ ਨਹੀਂ ਹੈ, ਸਾਡੀ ਦੁਕਾਨਦਾਰੀ ਹੈ ਔਰ ਅਸੀਂ ਇਹਦੇ ਤੋਂ ਹੀ ਖਾਂਦੇ ਆ। ਮੈਂ ਕਿਹਾ ਫੇਰ? ਕਹਿੰਦੇ ਪਰ ਅਸੀਂ ਤੁਹਾਡੇ ਨਾਲ ਕਹਿੰਦੇ ਕਿਸਾਨਾਂ ਦੇ ਨਾਲ ਬਹੁਤ ਧੱਕਾ ਹੋ ਰਿਹਾ ਔਰ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ। ਮੈਂ ਕਿਹਾ ਕਿਸ ਤਰ੍ਹਾਂ? ਕਹਿੰਦਾ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਘੱਟੋ ਘੱਟ 4-5 ਵਾਰੀ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਗੀਤ ਪਲੇ ਕਰਦਾ ਤੇ ਇਹ ਮੈਂ ਆਪਣੇ ਤਰੀਕੇ ਨਾਲ ਸਪੋਰਟ ਕਰ ਰਿਹਾ। ਸੋ ਇਹ ਆਮ ਦਿੱਲੀ ਦੇ ਲੋਕਾਂ ਦੀ ਕਹਾਣੀ ਆ, ਉਹਨਾਂ ਦੀ ਜ਼ੁਬਾਨ ਹੈ ਕਿ ਉਹ ਲੋਕ ਨਾਲ ਹੈਗੇ ਆ ਔਰ ਪੂਰੀ ਤਰ੍ਹਾਂ ਸਪੋਰਟ ਕਰ ਰਹੇ ਆ। ਸੋ ਦਿੱਲੀ ਜਿਹੜੇ ਅਸੀਂ ਗਾਣਿਆਂ ਦੇ ਵਿੱਚ ਅਸੀਂ ਕਰਦੇ ਹਾਂ ਸਾਡੀ ਕੇਂਦਰ ਸਰਕਾਰ ਦੇ ਨਾਲ ਨਾਰਾਜ਼ਗੀ ਹੈ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਜੁੜੇ ਰਹਿਣ ਦੇ ਲਈ। ਸੋ ਮੁੱਕਦੀ ਗੱਲ ਇਹ ਹੈ ਕਿ ਠੰਡੀਆਂ ਤੱਤੀਆਂ ਹਵਾਵਾਂ ਦੇ ਝੋਂਕੇ ਆਉਂਦੇ ਰਹਿੰਦੇ ਨੇ, ਢਹਿੰਦੀਆਂ ਕਲਾਂ 'ਚ ਨਹੀਂ ਜਾਣਾ। ਇਹ ਡਿਬੇਟ ਕਰਾਉਣ ਦਾ ਮਕਸਦ ਇਹੀ ਸੀਗਾ, ਜਿਹੜੇ ਲੋਕ ਸਵੇਰ ਦੇ ਜਾਂ ਰਾਤ ਦੇ ਉਹ ਟਵੀਟ ਦੇਖ ਰਹੇ ਨੇ, ਉਹ ਟਰੋਲ ਦੇਖ ਰਹੇ ਨੇ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਸਾਰਾ ਮੁਲਕ ਹੀ ਸਾਡੇ ਖਿਲਾਫ ਖੜਾ ਹੋ ਗਿਆ, ਪਰ ਅਜਿਹੀ ਗੱਲ ਨਹੀਂ ਹੈ। ਇਹ ਇੱਕ ਮੌਕਾ ਜ਼ਰੂਰ ਹੈਗਾ ਜਦੋਂ ਤੁਹਾਨੂੰ ਆਪਣੇ ਬਗਾਨੇ ਦੀ ਪਰਖ ਹੋਏਗੀ। ਇਹ ਉਹੀ ਸਟਾਰਸ ਨੇ ਜਿਨ੍ਹਾਂ ਦੀਆਂ 2-2 300 ਰੁਪਏ ਦੀਆਂ ਟਿਕਟਾਂ ਖਰੀਦ ਕੇ ਤੁਸੀਂ ਉੱਥੇ ਜਾਂਦੇ ਹੋ, ਆਪਣੇ ਮੋਬਾਈਲ ਫੋਨ ਤੇ ਵਾਲਪੇਪਰ ਲਾਉਂਦੇ ਹੋ, ਤੁਸੀਂ ਉਹਨਾਂ ਦੇ ਗੀਤ ਵਜਾਉਂਦੇ ਹੋ, ਤਾਂ ਅਸਲ ਦੇ ਵਿੱਚ ਹੁਣ ਤੁਹਾਨੂੰ ਪਛਾਣ ਹੋਈ ਹੈ ਕਿ ਅਸਲ ਕਿਰਦਾਰ, ਅਸਲ ਕਰੈਕਟਰ ਕੀ ਚੀਜ਼ ਹੁੰਦੀ ਹੈ, ਉਹ ਇੱਥੋਂ ਪਤਾ ਲੱਗਦਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।